COVID-19 coronavirus impact on taxi industry. We are talking about South Australia. In South Australia, how this matter belong to South Australia, so how it is impacting to in the industry, whole industry. In industry, we have a plate owners, then we have who people they are operating, then there's the drivers. Government announced grant which is 5.2 millions, and after that grant there is a few the talks around. So I got few people from taxi industry. ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਨਾਲ ਗੱਲ ਕਰਕੇ we trying to know ਕਿ ਮੈਟਰ ਅਸਲ ਦੇ ਵਿੱਚ ਕੀ ਆ, ਸੋ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਾਂ। ਸੋ ਮੇਰੇ ਨਾਲ ਟੈਕਸੀ ਇੰਡਸਟਰੀ ਤੋਂ ਪਰਮਿੰਦਰ ਜੀ ਨੇ, ਪਰਮਿੰਦਰ ਜੀ, ਤੇ ਮੇਰੇ ਨਾਲ ਨੇ ਰੋਬਨ ਸ਼ਰਮਾ ਜੀ, ਤੇ ਮੇਰੇ ਨਾਲ ਨੇ ਗੁਰਪ੍ਰੀਤ ਸਿੰਘ ਜੀ। ਸੋ ਇਹਨਾਂ ਨੂੰ ਮੈਂ ਪਹਿਲਾਂ ਵੈਲਕਮ ਕਰਦਾ ਜੀ। ਇਸ ਨਾਲ ਦੀ ਨਾਲ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਅਲੱਗ-ਅਲੱਗ ਜਿਹੜੇ ਖੇਤਰ ਨੂੰ ਬਿਲੋਂਗ ਕਰਦੇ ਨੇਗੇ, ਓਨਰਸ਼ਿਪ ਤੋਂ ਲੈ ਕੇ ਡਰਾਈਵਰ ਤੱਕ ਦੇ ਜਿਹੜੇ ਅਲੱਗ-ਅਲੱਗ ਮੈਟਰ ਨੇ ਉਹਨਾਂ ਨੂੰ ਡਿਸਕਸ ਕਰਨ ਵਾਸਤੇ ਤਿੰਨੋਂ ਪਰਸਨ ਡਿਫਰੈਂਟ ਏਰੀਆ ਦੇ ਵਿੱਚੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਨੂੰ ਵੈਲਕਮ ਕਹਿੰਦੇ ਪਹਿਲਾਂ ਪ੍ਰੋਗਰਾਮ ਦੇ ਵਿੱਚ, ਤੇ ਨਾਲ ਦੀ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰੋਬਨ ਜੀ ਸਤਿ ਸ਼੍ਰੀ ਅਕਾਲ, ਵੈਲਕਮ ਜੀ, ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰੋਬਿਨ ਜੀ, ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਗੁਰਪ੍ਰੀਤ ਜੀ ਤੁਸੀਂ ਉਹ ਪਹਿਲਾ ਸਵਾਲ ਮੈਂ ਤੁਹਾਡੇ ਨਾਲ ਹੀ ਸਾਂਝਾ ਕਰਨਾ ਚਾਹੂੰਗਾ, ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਹੀ ਹੋ ਜਿਨ੍ਹਾਂ ਨੇ ਇੱਕ ਪਟੀਸ਼ਨ ਜਾਂ ਕਹਿ ਲਈਏ, ਇੱਕ ਐਪਲੀਕੇਸ਼ਨ ਜਾਂ ਕਹਿ ਲਈਏ, ਇੱਕ ਲੈਟਰ ਜਿਹੜਾ ਲੋਕਲ ਗਵਰਨਮੈਂਟਸ ਨੂੰ ਭੇਜਿਆ, ਜਿਸ ਦੇ ਵਿੱਚ ਤੁਸੀਂ ਇਹਨਾਂ ਮੁੱਦਿਆਂ ਨੂੰ ਉਠਾਇਆ। ਜਦੋਂ ਇੱਕ ਫੰਡ ਆ ਜਿਹੜਾ ਅਨਾਉਂਸ ਕੀਤਾ ਗਿਆ, ਉਹ ਇੱਕ, ਜਦੋਂ ਮੈਂ ਸ਼ੁਰੂ ਚ ਗੱਲ ਕਰਦਾ ਕਿ ਇੱਕ ਪਾਸੇ ਓਨਰ ਹੋ ਗਿਆ ਪਲੇਟ ਦੇ, ਉਸ ਤੋਂ ਬਾਅਦ ਆਪਰੇਟਰਸ ਹੋ ਗਿਆ, ਉਸ ਤੋਂ ਬਾਅਦ ਡਰਾਈਵਰ ਹੋ ਗਿਆ, ਇਹ ਤਿੰਨ ਜਿਹੜੇ ਰਹੇ ਨੇਗੇ ਇਸ ਇੰਡਸਟਰੀ ਦੇ, ਉਹਨਾਂ ਦੇ ਵਿੱਚੋਂ ਓਨਰ ਤੇ ਡਰਾਈਵਰ ਜਿਹੜੇ ਇਗਨੋਰ ਹੋ ਗਏ ਨੇ ਉਸ ਫੰਡਿੰਗ ਦੇ ਵਿੱਚ ਜਿਹੜੀ ਅਨਾਉਂਸ ਹੋਈ ਆ। ਉਸ ਦੇ ਵਿੱਚ ਸਿਰਫ ਆਪਰੇਟਰਸ ਨੂੰ ਫੰਡਿੰਗ ਮਿਲੀ ਆ, ਬਟ ਸਟਿਲ ਕਿਤੇ ਨਾ ਕਿਤੇ ਆਮ ਪਰਸਨ ਨੂੰ, ਜਿੱਦਾਂ ਕਿ ਮੈਨੂੰ ਇਹ ਅੰਡਰਸਟੈਂਡਿੰਗ ਸਭ ਤੋਂ ਪਹਿਲਾਂ ਇਸ ਮੁੱਦੇ ਦੀ ਤਹਿ ਤੱਕ ਜਾਈਏ ਕਿ ਮੁੱਦਾ ਹੈ ਕੀ ਹੈ। ਸਾਨੂੰ ਇਹ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਟੈਕਸੀ ਇੰਡਸਟਰੀ ਜਿਹੜੀ ਸਾਊਥ ਆਸਟ੍ਰੇਲੀਆ ਦੀ ਆ, ਉਹ ਆਪਰੇਟ ਕਿੱਦਾਂ ਕਰਦੀ ਆ, ਕਿਹੜੇ ਸਟੇਜਸ ਨੇਗੀਆਂ, ਕਿਹੜਾ ਪਰਸਨ ਕਿੱਥੇ ਸਟੈਂਡ ਕਰਦਾ। ਤਾਂ ਉਸ ਬਾਰੇ ਪਹਿਲਾਂ ਸਾਨੂੰ ਸਾਰੇ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਾਣਨਾ ਪਊ। ਹਾਂਜੀ ਰੋਬਿਨ ਜੀ, ਨਾਰਮਲੀ ਜਿਹੜੀ ਟੈਕਸੀ ਇੰਡਸਟਰੀ ਹੈ ਇਹਦੇ ਵਿੱਚ ਤਿੰਨ ਮੇਜਰ ਸਟੇਕ ਹੋਲਡਰਸ ਨੇ ਤੇ ਇੱਕ ਸਮਾਲ ਸਟੇਕ ਹੋਲਡਰ ਆ। ਤਿੰਨ ਮੇਜਰ ਸਟੇਕ ਹੋਲਡਰਸ ਜਦੋਂ ਆਪਾਂ ਕਹਿੰਦੇ, ਸਭ ਤੋਂ ਪਹਿਲਾਂ ਆ ਜਾਂਦਾ ਹੈ ਪਲੇਟ ਓਨਰ। ਪਲੇਟ ਓਨਰ ਉਹ ਚੀਜ਼ ਹੈ ਜਿਹੜੀ ਤੁਸੀਂ ਦੇਖਦੇ ਹੋ ਟੈਕਸੀਜ਼ ਚੱਲ ਰਹੀਆਂ, ਉਹਦੇ ਵਿੱਚ ਜਿਹੜੀ ਪਲੇਟ ਹੁੰਦੀ ਆ, ਪਲੇਟ ਟੈਕਸੀ 1200 ਟੈਕਸੀ, 1300 ਟੈਕਸੀ, 700, 800, 900 ਜਿਹੜੇ ਨੰਬਰਸ ਹੁੰਦੇ ਨੇ, ਉਹ ਪਲੇਟ ਹੁੰਦੀ ਆ। ਠੀਕ ਹੈ ਜੀ। ਉਹ ਪਲੇਟ ਓਨਰ ਜਿਹੜਾ ਹੁੰਦਾ ਵਾ, ਉਹਨੇ ਇਹ ਪਲੇਟ ਜਿਹੜੀ ਹੈ ਬਾਏ ਕੀਤੀ ਹੁੰਦੀ ਆ ਸਟੇਟ ਗੌਰਮੈਂਟ ਤੋਂ, ਪਰਚੇਸ ਕੀਤੀ ਹੁੰਦੀ ਆ। ਜੇ ਆਪਾਂ ਅੱਜ ਤੋਂ 5 ਸਾਲ ਪਿੱਛੇ ਜਾਈਏ ਜਾਂ 6 ਸਾਲ 7 ਸਾਲ ਪਿੱਛੇ ਜਾਈਏ, ਤੇ ਉਹ ਪਲੇਟ ਜਿਹੜੀ ਇੱਕ ਪਲੇਟ ਦੀ ਵੈਲਿਊ ਜਿਹੜੀ ਸੀਗੀ ਉਹ 3.5 ਤੋਂ 4.5 ਲੱਖ ਡਾਲਰ ਦੇ ਵਿਚਕਾਰ ਸੀਗੀ। ਠੀਕ ਹੈ ਜੀ। ਉਹ ਪਲੇਟ ਓਨਰ ਉਹ ਮੇਜਰ ਸਟੇਕ ਹੋਲਡਰਸ ਨੇ ਨੰਬਰ 1 ਤੇ। ਉਸ ਤੋਂ ਬਾਅਦ ਆ ਜਾਂਦੇ ਨੇ ਜੀ ਸਾਡੇ ਟੈਕਸੀ ਓਪਰੇਟਰ। ਠੀਕ ਹੈ ਜੀ। ਟੈਕਸੀ ਓਪਰੇਟਰ ਜਾਂ ਜਿਹਨੂੰ ਆਪਾਂ ਟੈਕਸੀ ਓਨਰ ਵੀ ਕਹਿ ਲੈਂਦੇ ਹਾਂ, ਉਹ ਕੀ ਕਰ ਰਹੇ ਨੇ, ਉਹ ਪਲੇਟ ਓਨਰ ਤੋਂ ਉਹ ਪਲੇਟ ਲੀਜ਼ ਤੇ ਲੈਂਦੇ ਨੇ। ਠੀਕ ਹੈ ਜੀ। ਪਰ ਵੀਕ ਜੇ ਆਪਾਂ 10 ਸਾਲ ਪਿੱਛੇ ਜਾਈਏ ਤੇ ਉਸ ਪਲੇਟ ਦੀ ਲੀਜ਼ ਜਿਹੜੀ ਹੁੰਦੀ ਸੀ, ਜਿਹਨੂੰ ਆਪਾਂ ਈਜ਼ੀ ਭਾਸ਼ਾ ਦੇ ਵਿੱਚ ਰੈਂਟ ਵੀ ਕਹਿ ਸਕਦੇ ਹਾਂ, ਪਰ ਵੀਕ ਉਹ 500 ਤੋਂ 600 ਡਾਲਰ ਹੁੰਦਾ ਸੀਗਾ। ਠੀਕ ਹੈ ਜੀ, ਪਰ ਵੀਕ ਦਾ ਰੈਂਟ। ਤੇ ਜੋ ਘੱਟਦਾ ਪਿਛਲੇ 4 ਹਫ਼ਤੇ ਜੇ ਕਰੋਨਾ ਵਾਇਰਸ ਤੋਂ ਪਹਿਲਾਂ ਦੇਖੀਏ ਤਾਂ ਤਕਰੀਬਨ 200 ਤੋਂ 250 ਡਾਲਰ ਪਰ ਵੀਕ ਆ ਗਿਆ ਸੀਗਾ। ਠੀਕ ਹੈ ਜੀ। ਤੇ ਜਿਹੜੇ ਪਲੇਟ ਓਨਰਸ ਹੁੰਦੇ ਨੇ, ਉਹ ਅੱਗੇ ਕੀ ਕਰਦੇ ਨੇ, ਉਹ ਅੱਗੇ ਹਾਇਰ ਕਰਦੇ ਨੇ, ਜਾਂ ਕਹਿ ਲਓ ਵੀ ਆਪਣੇ ਭਾਈਚਾਰੇ ਦੇ ਵਿੱਚ ਮੁੰਡਿਆਂ ਨੂੰ ਕਹਿੰਦੇ ਨੇ ਵੀ ਹਾਂ ਵੀ ਐਜ਼ ਅ ਟੈਕਸੀ ਡਰਾਈਵਰ ਤੁਸੀਂ ਗੱਡੀ ਚਲਾਓ ਟੈਕਸੀ। ਠੀਕ ਹੈ ਜੀ। ਤਾਂ ਇਹ ਮੇਜਰ 3 ਸਟੇਕ ਹੋਲਡਰਸ ਨੇ, ਪਲੇਟ ਓਨਰਸ। ਠੀਕ ਹੈ ਜੀ। ਦੈਨ ਕਮਸ ਟੈਕਸੀ ਓਪਰੇਟਰ ਜਾਂ ਓਨਰ। ਠੀਕ ਹੈ ਜੀ। ਟੈਕਸੀ ਓਨਰ ਦਾ ਕੰਮ ਹੁੰਦਾ, ਉਹਨੇ ਆਪਣੀ ਟੈਕਸੀ ਲੈਣੀ ਹੈ। ਠੀਕ ਹੈ ਜੀ। ਕੋਈ ਵੀ ਵਹੀਕਲ ਲੈ ਲਿਆ, ਟੋਇਟਾ ਦਾ ਜਾਂ ਹੋਲਡਨ ਦਾ ਜਾਂ ਫੋਰਡ ਦਾ, ਤੇ ਉਹ ਗੱਡੀ ਔਨ ਰੋਡ ਕਰ ਦੇਣੀ ਹੈ। ਠੀਕ ਹੈ ਜੀ। ਖਰਚੇ ਉਹਦੇ ਹੁੰਦੇ ਨੇ, ਨੋ ਡਾਊਟ, ਆਪਾਂ ਉਹਨਾਂ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਹਾਂਜੀ। ਤੇ ਉਸ ਤੋਂ ਬਾਅਦ ਉਹ ਅੱਗੇ 50-50 ਤੇ ਜਿਹੜਾ ਟੈਕਸੀ ਡਰਾਈਵਰ ਹੁੰਦਾ, ਆਈਦਰ ਲੀਜ਼ ਤੇ ਜਾਂ 50-50 ਤੇ ਗੱਡੀ ਚਲਾਉਂਦਾ। ਲਾਈਕ ਜਿੱਦਾਂ ਮੈਂ ਟੈਕਸੀ ਡਰਾਈਵਰ ਫੋਰ ਐਗਜ਼ਾਮਪਲ। ਠੀਕ ਹੈ ਜੀ। ਤੇ ਜੇ ਮੈਂ ਇੱਕ ਦਿਹਾੜੀ ਦਾ 12 ਘੰਟੇ ਦੀ ਸ਼ਿਫਟ ਹੁੰਦੀ ਆ,
$100 ਬਣਾਉਣਾ ਵਾ, ਠੀਕ ਹੈ ਜੀ। ਹੂੰ ਉਹਦੇ ਵਿੱਚੋਂ $100 ਦੇ ਵਿੱਚ $50 ਮੇਰੇ ਹੋਣਗੇ ਤੇ $50 ਟੈਕਸੀ ਓਨਰ ਨੂੰ ਮੈਂ ਦੇ ਦਿੰਦਾ, ਠੀਕ ਹੈ ਜੀ। ਇਸ ਜੀ ਤਰ੍ਹਾਂ ਟੈਕਸੀ ਇੰਡਸਟਰੀ ਵਰਕ ਕਰਦੀ ਆ। ਤੇ ਇਹਦੇ ਵਿੱਚ ਇੱਕ ਜਿਹੜਾ ਸਮਾਲ ਸਟੇਕ ਹੋਲਡਰ ਹੈਗਾ ਜਿਹਨੂੰ ਆਪਾਂ ਮਿਸ ਨਹੀਂ ਕਰ ਸਕਦੇ, ਉਹ ਹੈ CPS, ਜਿਹਨੂੰ ਕਹਿੰਦੇ ਨੇ ਸੈਂਟਰਲਾਈਜ਼ਡ ਬੁਕਿੰਗ ਸਿਸਟਮ ਜਾਂ ਸਰਵਿਸ, ਠੀਕ ਹੈ ਜੀ। ਉਹ ਜਿਸ ਜੀ ਤਰ੍ਹਾਂ ਤੁਸੀਂ ਦੇਖਿਆ ਹੋਗੇ ਟੈਕਸੀਆਂ ਦੇ ਬਾਹਰ ਵੱਡੇ ਵੱਡੇ ਸਟਿੱਕਰ ਲੱਗੇ ਹੁੰਦੇ ਨੇ, 13 ਕੈਬਸ, ਸਬਰਬਨ ਜਾਂ ਐਡਲੇਡ ਇੰਡੀਪੈਂਡੈਂਟ ਟੈਕਸੀਜ਼, ਹੁਣ 13, ਜੀ 22, 11, 13/11 ਦੇ ਨਾਂ ਤੋਂ ਜਾਣੇ ਜਾਂਦੇ ਆ, ਠੀਕ ਹੈ ਜੀ। ਉਹ 3 ਕੰਪਨੀਆਂ ਨੇ ਜੀ ਜਿਹੜੀਆਂ ਜੌਬ ਡਿਸਪੈਚ ਕਰਦੀਆਂ ਨੇ ਡਰਾਈਵਰਸ ਨੂੰ, ਜੀ ਠੀਕ ਹੈ ਜੀ। ਜੇ ਇੱਕ ਕਿਸਮ ਦਾ ਛੋਟਾ ਜਿਹਾ ਕੰਪਿਊਟਰ ਹੁੰਦਾ ਟੈਕਸੀ ਦੇ ਵਿੱਚ ਲੱਗਾ, ਉਹਦੇ ਵਿੱਚ ਉਹਨਾਂ ਨੂੰ ਜੌਬਸ ਆਉਣੀਆਂ ਨੇ ਤੇ ਉਹੀ ਉਹ ਜੌਬਸ ਪਿਕ ਕਰਦੇ ਨੇ। ਹਾਂ, ਇਹਦੇ ਨਾਲ ਕੀ ਹੁੰਦਾ ਹੈ, ਸਿਰਫ ਉਹਦੇ ਤੇ ਰਿਲਾਇਬਲ ਨਹੀਂ ਹੁੰਦੇ, ਟੈਕਸੀ ਹੇਲ ਵਰਕ ਵੀ ਬਹੁਤ ਕਰਦੇ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿਸੇ ਨੇ ਵੀ ਹੱਥ ਦੇ ਦਿੱਤਾ ਤੇ ਟੈਕਸੀ ਸਵਾਰੀ ਬਿਠਾ ਕੇ ਤੇ ਉਹਨੂੰ ਉੱਥੇ ਛੱਡ ਸਕਦਾ ਵਾ, ਜੀ ਠੀਕ ਹੈ ਜੀ। ਇਹ ਬੇਸਿਕਲੀ ਇੱਕ ਬਰੀਫ ਓਵਰਵਿਊ ਹੈ ਟੈਕਸੀ ਇੰਡਸਟਰੀ ਦੀ ਸਾਊਥ ਆਸਟ੍ਰੇਲੀਆ ਦੇ ਵਿੱਚ, ਜੀ ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਆਵਾਂਗੇ ਵੀ ਮੁੱਦਾ ਕੀ ਹੈ, ਠੀਕ ਹੈ ਜੀ। ਜੀ ਜਿਹੜੀ 5.2 ਮਿਲੀਅਨ ਦਾ ਪੈਕੇਜ ਹੈ, ਰਿਲੀਫ ਪੈਕੇਜ, ਉਹ ਕੀ ਹੈ ਤੇ ਕਿੱਦਾਂ ਉਹਦੇ ਪਿਛੋਕੜ 'ਚ ਆਪਾਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੂੰਗਾ। 10 ਤਰੀਕ ਨੂੰ ਜਾ ਕੇ 9 ਤਰੀਕ ਨੂੰ, ਪਿਛਲੀ 9 ਨੂੰ ਗਵਰਨਮੈਂਟ ਨੇ, ਸਟੇਟ ਗਵਰਨਮੈਂਟ ਨੇ ਇੱਕ ਅਨਾਊਂਸਮੈਂਟ ਕੀਤੀ ਜੋ ਰਿਲੀਜ਼ ਹੋਣੀ ਸੀ 10 ਤਰੀਕ ਨੂੰ, ਪਰ ਸਾਡੇ ਕੋਲ ਪਹਿਲਾਂ ਪਹੁੰਚ ਗਿਆ ਉਹ ਪ੍ਰੈਸ ਰਿਲੀਜ਼ ਜਾਂ ਕਹਿ ਲਓ ਮੀਡੀਆ ਰਿਲੀਜ਼, ਠੀਕ ਹੈ ਜੀ। ਉਹ ਮੀਡੀਆ ਰਿਲੀਜ਼ ਮੈਂ ਥੋੜ੍ਹੀ ਜਿਹੀ ਤੁਹਾਨੂੰ 2 ਲਾਈਨਾਂ ਇਹ ਪੜ੍ਹੂੰਗਾ, ਬਹੁਤੀਆਂ ਨਹੀਂ। ਤਾਂ 5.2 ਮਿਲੀਅਨ ਪੈਕੇਜ funded from business and job supports fund will include, ਉਹਦੇ ਵਿੱਚ ਹੈ ਕੀ ਆ, $4,300 ex gratia payment, ex gratia payment ਇਹਦਾ ਮਤਲਬ ਹੋ ਗਿਆ one time lump sum ਹੋਏਗਾ, ਠੀਕ ਹੈ ਜੀ। $4,300 ਪਰ ਮੈਟਰੋਪੋਲੀਟਨ ਟੈਕਸੀ to the 1000 ਟੈਕਸੀ ਓਪਰੇਟਰਸ, ਠੀਕ ਹੈ ਜੀ। ਜਿਹੜੇ ਟੈਕਸੀ ਓਪਰੇਟਰਸ ਨੇ ਜਾਂ ਆਪਾਂ ਜਿਹਨਾਂ ਨੂੰ ਓਨਰ ਵੀ ਕਹਿੰਦੇ ਹਾਂ, ਉਹਨਾਂ ਨੂੰ ਹਰੇਕ ਗੱਡੀ ਤੇ $4,300 ਮਿਲੇਗਾ, ਠੀਕ ਹੈ ਜੀ। ਐਂਡ ਦੋ ਪਾਰਟਸ, ਦੂਜਾ ਪਾਰਟ ਸੀਗਾ waiving a full year operator accreditation and vehicle fees for metropolitan taxi operators for 12 month। ਇਹਦਾ ਮੈਂ ਤੁਹਾਨੂੰ ਥੋੜਾ ਇਲੈਬੋਰੇਟ ਕਰ ਦੂੰਗਾ। ਜਿਹੜਾ ਟੈਕਸੀ ਓਪਰੇਟਰ ਹੁੰਦਾ ਵਾ ਉਹਨੂੰ ਲਾਇਸੈਂਸ ਲੈਣਾ ਪੈਂਦਾ ਵਾ ਸਰਕਾਰ ਕੋਲੋਂ, ਐਕ੍ਰੈਡੀਸ਼ਨ ਲੈਣੀ ਪੈਂਦੀ ਆ, ਠੀਕ ਹੈ ਜੀ, ਵੀ ਮੈਂ ਬਿਜ਼ਨਸ ਰਨ ਕਰ ਸਕਦਾ ਵਾਂ। ਉਹਦੀ ਫੀਸ ਹੁੰਦੀ ਹੈ ਤਕਰੀਬਨ $450 ਤੋਂ $500 ਸਾਲ ਦੀ, ਠੀਕ ਹੈ ਜੀ। ਤੇ ਪਲੱਸ ਜੇ ਕੋਈ ਮਲਟੀ ਓਨਰ ਆ, ਮਲਟੀ ਓਨਰ ਆਪਾਂ ਕਹਿ ਲਾਂਗੇ ਜਿਹਦੇ ਕੋਲ 10 ਟੈਕਸੀਆਂ ਨੇ, 20 ਟੈਕਸੀ ਨੇ, 50 ਨੇ, 100 ਟੈਕਸੀ ਨੇ, ਠੀਕ ਹੈ ਜੀ। ਜੇ ਕੋਈ ਮਲਟੀ ਓਨਰ ਆ $500 ਤਾਂ ਪੇ ਕਰਦਾ, ਪਲੱਸ ਹਰੇਕ ਵਹੀਕਲ ਦਾ ਉੱਪਰ $90 ਤੋਂ $100 ਐਕਸਟਰਾ ਪੇ ਕਰਦਾ, ਠੀਕ ਹੈ ਜੀ। ਦੈਟ ਮੀਨਸ ਜੇ ਕਿਸੇ ਕੋਲ 100 ਗੱਡੀ ਹੈ ਤੇ 500 ਉਹਦਾ ਹੋਏਗਾ, ਪਲੱਸ ਆਪਾਂ ਕਹਿ ਲਈਏ 100 ਨੂੰ 100 ਨਾਲ ਗੁਣਾ ਕਰ ਲਓ ਤੇ ਉਹ 1000 ਆਪਣਾ $10,000 ਉਹ ਐਕਸਟਰਾ ਹੋ ਜਾਏਗਾ, ਠੀਕ ਹੈ ਜੀ। ਤੇ ਇਹ ਇਸ ਤਰ੍ਹਾਂ ਵਰਕ ਕਰਦੇ ਨੇ। ਤੇ ਸਰਕਾਰ ਨੇ ਕੀ ਕੀਤਾ, ਉਹ ਵੇਵ ਆਫ ਕਰਤਾ। ਪਰ ਜਿਹੜੀ ਜ਼ਿਕਰਯੋਗ ਗੱਲ ਸੀਗੀ ਤੇ ਹੈਰਾਨੀ ਵਾਲੀ ਗੱਲ ਸੀਗੀ, ਇਹਦੇ ਵਿੱਚ ਕਿਤੇ ਵੀ ਉਹਨੀ ਟੈਕਸੀ ਓਨਰ ਟੈਕਸੀ ਪਲੇਟ ਓਨਰ, ਠੀਕ ਹੈ ਜੀ, ਪਲੇਟ ਓਨਰ, ਹਾਂ ਪਲੇਟ ਓਨਰ ਦਾ ਮੈਂਸ਼ਨ ਨਹੀਂ ਕੀਤਾ ਤੇ ਨਾ ਹੀ ਉਹਨੇ ਡਰਾਈਵਰ ਦਾ ਮੈਂਸ਼ਨ ਕੀਤਾ ਵੀ ਆਪਾਂ ਡਰਾਈਵਰ ਨੂੰ ਕੁਝ ਰਾਹਤ ਦੇ ਰਹੇ ਹਾਂ ਕਿ ਨਹੀਂ ਦੇ ਰਹੇ, ਠੀਕ ਹੈ ਜੀ। ਤੇ ਇੱਥੋਂ ਗੱਲ ਸ਼ੁਰੂ ਹੋਈ ਸੀਗੀ। ਤੇ ਜਦੋਂ ਪ੍ਰੈਸ ਰਿਲੀਜ਼ ਆਈ, ਠੀਕ ਹੈ ਜੀ, ਮੈਂ ਪਹਿਲਾਂ ਗੱਲ ਬਹੁਤ ਕਲੀਅਰ ਕਰ ਦੇਣੀ ਚਾਹੁੰਦਾ ਵਾਂ ਰੋਬੀ ਜੀ, ਆਈ ਐਮ ਨੋਟ ਅਪੋਜ਼ਿੰਗ ਟੈਕਸੀ ਓਨਰਸ, ਠੀਕ ਹੈ ਜੀ। ਮੈਂ ਖੁਦ ਇੱਕ ਟੈਕਸੀ ਓਨਰ ਰਿਹਾ ਵਾਂ, ਟੈਕਸੀ ਓਪਰੇਟਰ ਰਿਹਾ ਵਾਂ, ਠੀਕ ਹੈ ਜੀ। ਮੈਂ ਟੈਕਸੀ ਡਰਾਈਵਰ ਵੀ ਰਿਹਾ ਵਾਂ, ਟੈਕਸੀ ਓਨਰ ਵੀ ਰਿਹਾ। ਇਸ ਲਈ ਆਈ ਐਮ ਨੋਟ, ਆਈ ਨੋ ਦੇਅਰ ਐਕਸਪੈਂਸਿਸ ਵੈਰੀ ਵੈਲ, ਜਿਹੜੇ ਉਹਨਾਂ ਦੇ ਰਨਿੰਗ ਕਾਸਟ ਹੁੰਦੀ ਮੈਨੂੰ ਪਤਾ ਹੈ, ਠੀਕ ਹੈ ਜੀ। ਮੈਂ ਅਪੋਜ਼ ਨਹੀਂ ਕਰ ਰਿਹਾ, ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ। ਆਈ ਐਮ ਜਸਟ ਆਸਕਿੰਗ ਫॉर ਇਕੁਅਲ ਸ਼ੇਅਰ ਫॉर एवरीवन, ਠੀਕ ਹੈ ਜੀ। ਮੈਂ ਨਹੀਂ ਕਹਿੰਦਾ ਵੀ ਤੁਸੀਂ ਟੈਕਸੀ ਓਨਰ ਨੂੰ ਇਗਨੋਰ ਕਰ ਦਿਓ ਜਾਂ ਟੈਕਸੀ ਓਪਰੇਟਰ ਨੂੰ ਜਾਂ ਟੈਕਸੀ ਪਲੇਟ ਓਨਰ ਨੂੰ ਇਗਨੋਰ ਕਰ ਦਿਓ, ਠੀਕ ਹੈ ਜੀ, ਸਿਰਫ ਡਰਾਈਵਰਾਂ ਤੋਂ ਨਹੀਂ। ਮੈਂ ਕਹਿ ਰਿਹਾ ਹਾਂ ਵੀ 3 ਸਟੇਕ ਹੋਲਡਰਸ ਨੇ, ਤਿੰਨਾਂ ਦੀ ਤੁਸੀਂ ਵੈਲਿਊ ਪਾਓ, ਉਹਨਾਂ ਤਿੰਨਾਂ ਨੂੰ ਰਿਸਪੈਕਟ ਦਿਓ। ਬਾਈ ਗਿਵਿੰਗ ਅ ਗ੍ਰਾਂਟ or by giving a relief package to just one party, you are not only ignoring other parties, but you are disrespecting them as well, ਠੀਕ ਹੈ ਨਾ। ਤੁਸੀਂ ਇੱਕ ਕਿਸਮ ਦੀ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹੋ। How they should divide it? How, I mean, it should be equally or based on expenses? ਦੇਖੋ ਇਹ ਤੈਅ ਕਰਨਾ ਸਰਕਾਰ ਦਾ ਵਾ। ਆਪਾਂ ਆਪਣਾ ਪ੍ਰਪੋਜ਼ਲ ਰੱਖਿਆ ਸੀ, ਜੋ ਮੈਂ ਪ੍ਰਪੋਜ਼ਲ ਰੱਖਿਆ ਸੀ ਉਹਦੇ ਵਿੱਚ ਮੈਂ ਇਹ ਕਿਹਾ ਸੀਗਾ ਵੀ ਜਿਹੜੀ ਮੈਂ ਮੰਗ ਕੀਤੀ ਸੀ, ਜਿਹੜਾ ਮੈਂ ਲੈਟਰ ਪਾਇਆ ਸੀ ਪ੍ਰੀਮੀਅਰ ਨੂੰ, ਲੇਬਰ ਪਾਰਟੀ ਨੂੰ, ਠੀਕ ਹੈ ਜੀ। ਮੈਂ ਲੈਟਰ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਤੁਸੀਂ $1 ਲੈ ਵੀ ਸਰਕਾਰ ਕਲੈਕਟ ਕਰਦੀ ਹੈ ਹਰੇਕ ਕਸਟਮਰ ਤੋਂ। ਜਿਹੜੀ ਵੀ ਸਵਾਰੀ ਹੈ, ਜਿਹੜਾ ਵੀ ਕਸਟਮਰ ਪੈਸੇਂਜਰ ਟੈਕਸੀ ਦੇ ਵਿੱਚ ਬੈਠਦਾ, ਠੀਕ ਹੈ ਜੀ, ਉਹ $1 ਐਕਸਟਰਾ ਦਿੰਦਾ ਵਾ, ਉਹਨੂੰ ਲੈਵੀ ਕਹਿੰਦੇ ਆ, ਠੀਕ ਹੈ ਜੀ। ਉਹ ਡਰਾਈਵਰ ਕਲੈਕਟ ਕਰਦਾ ਪਰ ਡਰਾਈਵਰ ਅੱਗੇ ਦਿੰਦਾ ਸਰਕਾਰ ਨੂੰ,
ਜੀ ਠੀਕ ਹੈ ਜੀ। ਫੋਰ ਐਗਜ਼ਾਮਪਲ ਜੇ ਇੱਕ ਡਰਾਈਵਰ 100 ਜੌਬ ਕਰਦਾ ਇੱਕ ਹਫ਼ਤੇ ਦੀਆਂ, ਤੇ ਉਹ $100 ਸਰਕਾਰ ਨੂੰ ਜਾਂਦਾ ਹੈ। ਠੀਕ ਹੈ ਜੀ। ਹਮ, ਸਾਡੀ ਪਹਿਲੀ ਜਿਹੜੀ ਮੰਗ ਸੀ ਉਹ $1 ਜਿਹੜਾ ਆਪਾਂ ਸਰਕਾਰ ਨੂੰ ਦਿੰਦੇ ਹਾਂ ਉਹ ਸਰਕਾਰ ਵਾਪਸ ਡਰਾਈਵਰ ਨੂੰ ਦੇਵੇ। ਠੀਕ ਹੈ ਜੀ। ਕੋਈ ਬਹੁਤ ਵੱਡੀ ਮੰਗ ਨਹੀਂ ਹੈਗੀ ਜਾਂ ਬਹੁਤ ਵੱਡਾ ਆਪਾਂ ਪੈਸਾ ਨਹੀਂ ਮੰਗ ਲਿਆ। ਆਪਾਂ ਕਿਹਾ ਸੀ ਵੀ ਜਿਹੜਾ ਸਰਕਾਰ ਨੂੰ ਮਿਲਦਾ ਪੈਸਾ, ਤੇ ਇਹਦੇ ਵਿੱਚ ਆਪਾਂ ਟੈਕਸੀ ਓਪਰੇਟਰ ਕੋਲ ਨਹੀਂ ਪੈਸੇ ਮੰਗੇ। ਠੀਕ ਹੈ ਜੀ। ਆਪਾਂ ਕਿਹਾ ਜਿਹੜੇ ਸਰਕਾਰ ਨੂੰ ਪੈਸੇ ਦਿੰਦੇ ਉਹ ਸਾਨੂੰ $1 ਪਹਿਲਾਂ ਦਿੱਤਾ ਜਾਵੇ। ਜੀ ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਹ ਕਿਹਾ ਸੀਗਾ ਵੀ ਸੈਕਿੰਡ ਜਿਹੜੀ ਮੰਗ ਸੀ, ਤੁਸੀਂ ਦੇਖਿਆ ਹੋਵੇਗਾ ਲੈਟਰ ਮੈਂ ਫਾਰਵਰਡ ਕੀਤਾ ਸੀ ਮੀਡੀਆ ਨੂੰ ਵੀ, ਉਹਦੇ ਵਿੱਚ ਇਹ ਸੀਗੀ ਵੀ ਤੁਸੀਂ PPE ਜਿਹੜੇ ਹੁੰਦੇ ਮਾਸਕਸ, ਠੀਕ ਹੈ ਜੀ, ਤਾਂ ਫੋਰ ਐਗਜ਼ਾਮਪਲ ਗਲਵਜ਼, ਇਹ ਤੁਸੀਂ ਡਰਾਈਵਰਸ ਨੂੰ ਪ੍ਰੋਵਾਈਡ ਕਰੋ, ਕਿਉਂਕਿ ਡਰਾਈਵਰਸ ਆਰ ਫਰੰਟ ਲਾਈਨ ਵਰਕਰਸ। ਠੀਕ ਹੈ ਜੀ। ਜੇ ਕਰੋਨਾ ਵਾਇਰਸ COVID-19 ਹੋਣਾ ਵਾ ਤੇ ਉਹ ਟੈਕਸੀ ਓਨਰ ਨੂੰ ਨਹੀਂ ਹੋਣਾ, ਟੈਕਸੀ ਪਲੇਟ ਓਨਰ ਨੂੰ ਨਹੀਂ ਹੋਣਾ ਹੈਗਾ, ਅਨਲੈਸ ਉਹ ਗੱਡੀ ਚਲਾ ਰਹੇ, ਉਹ ਟੈਕਸੀ ਡਰਾਈਵਰ ਨੂੰ ਹੋਣਾ। ਠੀਕ ਹੈ ਜੀ। ਤੇ ਜੇ ਤੁਸੀਂ ਉਹਨਾਂ ਨੂੰ ਕੁਛ ਨਹੀਂ ਹੈਲਪ ਕਰ ਰਹੇ, ਉਹਨਾਂ ਨੂੰ ਪ੍ਰੀਕਾਸ਼ਨਸ ਕਹਿ ਰਹੇ ਹੋ, ਤੁਸੀਂ ਪ੍ਰੀਕਾਸ਼ਨਸ ਲਓ। ਪ੍ਰੀਕਾਸ਼ਨਸ ਕਿੱਦਾਂ ਲਏਗਾ ਟੈਕਸੀ ਡਰਾਈਵਰ, ਮੈਨੂੰ ਦੱਸੋ। ਉਹਨੂੰ ਮਾਸਕ ਨਹੀਂ ਮਿਲ ਰਹੇ, ਉਹਨੂੰ ਸੈਨੀਟਾਈਜ਼ਰ ਨਹੀਂ ਮਿਲ ਰਿਹਾ ਕਿਤੋਂ ਵੀ। ਠੀਕ ਹੈ ਜੀ। ਤੇ ਗਵਰਨਮੈਂਟ ਪ੍ਰੋਵਾਈਡ ਨਹੀਂ ਕਰ ਰਹੀ। ਇਹਦੇ ਵਿੱਚ ਰੋਬਿਨ ਭਾਜੀ ਜ਼ਿਆਦਾ ਇਲੈਬੋਰੇਟ ਕਰਨਗੇ। ਤੇ ਮੈਨੂੰ ਬਹੁਤ ਜਾਣੇ ਦੇ ਫੋਨ ਆਏ, ਤੇ ਮੈਂ ਆਪ ਵੀ ਗੱਡੀ ਚਲਾਈ ਆ, ਹੁਣ ਨਹੀਂ ਚਲਾ ਰਿਹਾ, ਲਾਸਟ ਮੰਥ ਗੱਡੀ ਚਲਾਈ, ਤੇ ਆਈ ਰੀਅਲੀ ਫੀਲ ਵੀ ਕਿਵੇਂ ਤੁਸੀਂ ਗੱਡੀ ਚਲਾਓਗੇ। ਠੀਕ ਹੈ ਨਾ। ਹੁਣ ਮੇਰੇ ਬੱਚੇ ਨੇ, ਮੈਂ ਗੱਡੀ ਚਲਾ ਕੇ ਹਰਿਆ ਆਉਣਾ ਵਾ। ਠੀਕ ਹੈ ਨਾ। ਤੋ ਹਾਊ ਯੂ ਐਕਸਪੈਕਟ ਵੀ ਮੈਂ ਬੱਚਿਆਂ ਨਾਲ ਕੁੜਾਂਗਾ, ਤੇ ਜੇ ਮੈਨੂੰ ਕਰੋਨਾ ਵਾਇਰਸ ਹੋਏਗਾ ਤੇ ਮੇਰੇ ਬੱਚਿਆਂ ਨੂੰ ਤੇ ਮੇਰੀ ਫੈਮਿਲੀ ਨੂੰ ਅੱਗੇ ਫੈਲੇਗਾ। ਠੀਕ ਹੈ ਨਾ। ਪ੍ਰੀਕਾਸ਼ਨਸ ਸਰਕਾਰ ਕੁਛ ਦੇ ਨਹੀਂ ਰਹੀ। ਸਾਡੀ ਇਹ ਮੰਗ ਸੀ ਕਿ ਸਰਕਾਰ ਨੂੰ ਵੀ ਤੁਸੀਂ PPE ਦਿਓ, ਪ੍ਰੋਵਾਈਡ ਕਰੋ। ਉਸ ਤੋਂ ਬਾਅਦ ਸਾਡੀ ਜਿਹੜੀ ਡਿਮਾਂਡ ਸੀਗੀ ਵੀ ਤੁਸੀਂ ਕਹਿ ਰਹੇ ਹੋ ਜੌਬ ਸੀਕਰ, ਜੌਬ ਕੀਪਰ ਪੇਮੈਂਟ ਲਈ ਟੈਕਸੀ ਡਰਾਈਵਰ ਅਪਲਾਈ ਕਰ ਸਕਦਾ। ਠੀਕ ਹੈ ਜੀ। ਹੁਣ ਜੌਬ ਸੀਕਰ ਜਿਹੜੀ ਪੇਮੈਂਟ ਹੈ ਉਹ ਸੈਂਟਰਲ ਦੇ ਥਰੂ ਹੁੰਦੀ ਹੈ। ਮੈਂ ਉਹ ਬਹੁਤ ਲੰਮਾ ਟੌਪਿਕ ਹੈ, ਆਈ ਵੋਂਟ ਗੋ ਇਨਟੂ ਦੈਟ, ਬਟ ਆਈ ਵਿਲ ਜਸਟ ਮੇਕ ਇਟ ਸਮਾਲ। ਜੌਬ ਕੀਪਰ ਪੇਮੈਂਟ ਦੇ ਵਿੱਚ ਹਜੇ ਕਲੈਰੀਫਾਈ ਨਹੀਂ ਹੈਗਾ ਟੈਕਸੀ ਡਰਾਈਵਰ ਐਲੀਜੀਬਲ ਹੈ ਕਿ ਨਹੀਂ ਹੈ। ਠੀਕ ਹੈ ਜੀ। ਜੌਬ ਕੀਪਰ ਦੇ ਵਿੱਚ ਟੈਕਸੀ ਡਰਾਈਵਰ ਐਲੀਜੀਬਲ ਹੈ ਕਿ ਨਹੀਂ, ਆਪਾਂ ਇਹ ਕਮੈਂਟ ਕੀਤਾ ਸੀ ਵੀ ਜੌਬ ਕੀਪਰ ਦੇ ਵਿੱਚ ਵੀ ਟੈਕਸੀ ਡਰਾਈਵਰ ਨੂੰ ਐਲੀਜੀਬਲ ਕੀਤਾ ਜਾਵੇ। ਬਟ ਅਗੇਨ ਜਿਹੜਾ ਮੇਨ ਮੁੱਦਾ ਸਾਰੇ ਟੈਕਸੀ ਡਰਾਈਵਰ ਦਾ ਸੀਗਾ, ਮੈਜੋਰਟੀ ਆਫ ਭਾਜੀ ਟੈਕਸੀ ਡਰਾਈਵਰ ਜਿਹੜੇ ਇਸ ਵਕਤ ਨੇ ਉਹ ਟੈਂਪਰੇਰੀ ਰੈਜ਼ੀਡੈਂਟ ਨੇ। ਠੀਕ ਹੈ ਜੀ। ਇਫ ਵੀ ਗੋ ਬੈਕ 12 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ, 13 ਸਾਲ ਪਹਿਲਾਂ, ਉਦੋਂ ਵੀ ਉਹੀ ਹਾਲ ਹੋ ਸੀ, ਅੱਜ ਵੀ ਉਹੀ ਗੱਲ ਹੈ। ਜਿਹੜੇ ਮੈਜੋਰਟੀ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਹੁੰਦੇ, ਸਟੂਡੈਂਟਸ ਹੁੰਦੇ ਨੇ, ਜਾਂ ਜਿਹੜੇ PR ਤੇ ਨੇ, ਜਾਂ ਜਿਹਨਾਂ ਕੋਲ PR ਨਹੀਂ ਹਜੇ ਆਈ, ਠੀਕ ਹੈ ਜੀ, ਉਹ ਟੈਕਸੀ ਚਲਾ ਰਹੇ ਨੇ, ਕਿਉਂਕਿ ਉਹਨਾਂ ਕੋਲ ਹੋਰ ਆਪਸ਼ਨਸ ਨਹੀਂ ਹੁੰਦੀਆਂ। ਠੀਕ ਹੈ ਜੀ। ਉਹ ਬੰਦੇ ਨਾ ਜੌਬ ਕੀਪਰ ਲਈ ਐਲੀਜੀਬਲ ਨੇ, ਨਾ ਜੌਬ ਸੀਕਰ ਲਈ ਐਲੀਜੀਬਲ ਨੇ। ਸੋ ਵਾਟ ਆਰ ਵੀ ਡੂਇੰਗ। ਜੇ ਤੁਸੀਂ ਮੇਰੀ ਫੇਸਬੁੱਕ ਪੋਸਟ ਤੇ ਜਾਓ, ਮੈਂ 10 ਤਰੀਕ ਨੂੰ 1:30 ਵਜੇ ਤਕਰੀਬਨ ਪੋਸਟ ਪਾਈ ਸੀ ਵੀ ਸਰਕਾਰ ਨੇ ਪੈਸੇ ਦਿੱਤੇ ਟੈਕਸੀ ਓਨਰਸ ਨੂੰ, ਦੈਟਸ ਗੁੱਡ। ਠੀਕ ਹੈ ਨਾ। ਬਟ ਇਹ ਟੈਕਸੀ ਓਨਰਸ ਨੂੰ ਚਾਹੀਦਾ ਵਾ ਵੀ ਦੇ ਸ਼ੁੱਡ ਕਮ ਫਾਰਵਰਡ ਐਂਡ ਹੈਲਪ ਦੋਜ਼ ਐਲੀਜੀਬਲ ਇੰਟਰਨੈਸ਼ਨਲ ਸਟੂਡੈਂਟਸ ਐਂਡ ਟੈਂਪਰੇਰੀ ਰੈਜ਼ੀਡੈਂਟਸ ਹੂ ਕਾਂਟ ਅਫੋਰਡ ਟੂ ਪੇ ਦੇਅਰ ਫੀਸਿਸ। ਵੀ ਜਿਹੜੇ ਵਿਚਾਰੇ ਆਪਣੀਆਂ ਫੀਸਾਂ ਸਕੂਲ ਦੀਆਂ, ਯੂਨੀ ਦੀਆਂ ਨਹੀਂ ਦੇ ਸਕਦੇ, ਉਹਨਾਂ ਦੀ ਤੁਸੀਂ ਹੈਲਪ ਕਰੋ। ਠੀਕ ਹੈ ਜੀ। ਹੁਣ ਤੁਸੀਂ ਦੱਸੋ ਵੀ ਵਾਜ਼ ਇਟ ਰੋਂਗ ਡਿਮਾਂਡ। ਮੈਂ ਤਾਂ ਨਹੀਂ ਕੋਈ ਕਿਹਾ ਵੀ ਹਾਂ ਵੀ ਤੁਸੀਂ 4300 ਉਹਨਾਂ ਨੂੰ ਦੇ ਦਿਓ। ਮੈਂ ਕਿਹਾ ਐਪਰੋਪ੍ਰੀਏਟਲੀ ਤੁਸੀਂ ਜਿੰਨਾ ਤੁਹਾਡਾ ਬਣਦਾ ਤੁਸੀਂ ਉਹਨਾਂ ਨੂੰ ਹੈਲਪ ਆਊਟ ਕਰੋ। ਠੀਕ ਹੈ ਜੀ। ਪਰ ਬਿਲਕੁਲ ਤੁਹਾਡੇ ਵੱਲ ਵੀ ਮੈਂ ਆਉਂਗਾ। ਹਾਂਜੀ, ਤੁਹਾਡੇ ਤੋਂ ਮੈਂ ਪੂਰੀ ਡਿਟੇਲ ਫਿਰ ਮੈਂ ਲਵਾਂਗਾ ਇੱਕ ਵਾਰੀ, ਕਿਉਂਕਿ ਉਸ ਤੋਂ ਪਹਿਲਾਂ ਮੈਂ ਥੋੜਾ ਐਨਾਲਾਈਜ਼ ਕਰਨਾ ਚਾਹਣਾ ਕਿ ਜਿਹੜਾ ਤੁਸੀਂ ਮੁੱਦਾ ਚੁੱਕਿਆ ਉਸ ਮੁੱਦੇ ਨੂੰ, ਉਹ ਮੁੱਦਾ ਪਰਮਿੰਦਰ ਸਿੰਘ ਹੋਰੀ ਕਿਸ ਤਰ੍ਹਾਂ ਦੇਖ ਰਹੇ ਨੇਗੇ, ਕਿਉਂਕਿ ਉਹ ਅਲੱਗ-ਅਲੱਗ ਤਰੀਕੇ ਦੇ ਨਾਲ, ਰੋਬਨ ਜੀ ਹੋਰੀ ਉਸ ਮੁੱਦੇ ਨੂੰ ਕਿੱਥੇ ਦੇਖ ਰਹੇ ਨੇ, ਕਿਹੜੀ ਚੀਜ਼ ਮਿਸਿੰਗ ਹੋਈ ਆ ਉਹਦੇ ਵਿੱਚ, ਜਾਂ ਉਹ ਐਗਰੀ ਨੇ ਤੁਹਾਡੇ ਨਾਲ। ਇਸੇ ਕਰਕੇ ਦੋਨੋਂ, ਰੋਬਨ ਜੀ ਮੈਂ ਤੁਹਾਡੇ ਵੱਲ ਆਉਂਗਾ ਪਹਿਲਾਂ। ਤੁਸੀਂ ਮੇਰੇ ਖਿਆਲ ਦੇ ਵਿੱਚ ਤੁਸੀਂ ਟੈਕਸੀ ਓਪਰੇਟਰ ਦੇ ਤੌਰ ਤੇ ਕੰਮ ਕਰ ਰਹੇ ਹੋ ਜਾਂ ਪਲੇਟ ਓਨਰ ਦੇ ਤੌਰ ਤੇ? ਨਹੀਂ ਸਰ, ਆਈ ਯੂਜ਼ਡ ਟੂ ਬੀ ਦ ਟੈਕਸੀ ਓਨਰ, ਬਟ ਮੈਂ ਹੁਣ ਟੈਕਸੀ ਓਨਰ ਨਹੀਂ ਹਾਂ। ਮੈਂ ਆਈ ਯੂਜ਼ਡ ਟੂ ਬੀ ਦ ਟੈਕਸੀ ਓਨਰ ਨਾ। ਤੇ So you know what obligations of taxi owners and what expenses of taxi owners? ਹਾਂਜੀ ਸਰ, ਮੈਨੂੰ ਸਾਰਾ ਕੁਝ ਪਤਾ ਹੈ ਕਿ ਟੈਕਸੀ ਓਨਰ ਦੇ ਕੀ ਐਕਸਪੈਂਸਿਸ ਹੈ, ਕੀ ਰਿਸਪੌਂਸਿਬਿਲਿਟੀਜ਼ ਹੈ। ਰੋਬਿਨ ਦੀ ਆਵਾਜ਼ ਕਿਉਂਕਿ ਮੈਂ ਖੁਦ ਓਨਰ ਰਿਹਾ। ਬਟ ਦ ਥਿੰਗ ਇਜ਼, ਜੀ ਆਵਾਜ਼ ਸਾਡੇ ਕੋਲ ਆ ਰਹੀ ਹੈ ਔਰ ਅੱਗੇ ਵੀ ਜਾ ਰਹੀ ਹੈ ਪਰਮਿੰਦਰ ਜੀ ਤੁਹਾਡੇ ਕੋਲ। ਹਾਂਜੀ ਜੀ ਰੋਬਨ ਜੀ ਕੰਟੀਨਿਊ ਰੱਖੋ ਜੀ। ਸਰ ਦੇਖੋ, ਜਿੱਦਾਂ ਗੁਰਪ੍ਰੀਤ ਜੀ ਨੇ ਕਿਹਾ, ਮੈਂ ਇਹਦੀ ਗੱਲ ਨੂੰ ਬਿਲਕੁਲ ਠੀਕ ਕਰਨਾ ਕਿ ਦੇਖੋ ਸਰ, ਟੈਕਸੀ ਓਨਰ, ਪਲੇਟ ਓਨਰ ਤੇ ਡਰਾਈਵਰਸ, ਇਨ ਤਿੰਨਾਂ ਦੇ ਬਿਨਾਂ ਹੀ ਗੱਡੀ ਚੱਲਦੀ ਹੈ, ਅਦਰਵਾਈਜ਼ ਗੱਡੀ ਨਹੀਂ ਚੱਲ ਸਕਦੀ। ਠੀਕ ਹੈ ਜੀ। ਅਗਰ ਤੁਸੀਂ ਜਿੱਦਾਂ ਤੁਸੀਂ ਓਨਰਸ ਨੂੰ ਫੰਡਸ ਮਿਲ ਰਹੇ ਆ ਜੀ ਸਰ, ਰਿਸਕ ਹੈਗਾ ਡਰਾਈਵਰ, ਕਿਉਂਕਿ ਡਰਾਈਵਰ ਡਾਇਰੈਕਟਲੀ ਇੰਟਰੈਕਟ ਹੁੰਦਾ ਕਸਟਮਰਸ ਦੇ ਨਾਲ। ਓਨਰ ਜਾਂ ਪਲੇਟ ਓਨਰ ਕਸਟਮਰਸ ਦੇ ਨਾਲ ਇੰਟਰੈਕਟ ਨਹੀਂ ਹੁੰਦੇ ਸਰ। ਹੁਣ ਦੇਖੋ ਜੀ, ਤੁਸੀਂ ਖੁਦ ਸਮਝਦਾਰ ਹੋ ਕਿ ਕਿਸ ਬੰਦੇ ਨੂੰ ਜ਼ਿਆਦਾ ਚਾਂਸਸ ਹੈ ਹੋਏ ਡਿਊ ਟੂ ਦਾ COVID-19। ਮੈਂ ਉਹਦੀ ਗੱਲ ਕਰ ਰਿਹਾ, ਉਸ ਟੌਪਿਕ ਦੀ ਗੱਲ ਕਰ ਰਿਹਾ, ਅਦਰਵਾਈਜ਼ ਇਟਸ ਆਲ ਗੁੱਡ। ਉਸ ਤੋਂ ਪਹਿਲੇ ਸਭ ਕੁਝ ਠੀਕ ਸੀਗਾ ਜੀ। ਠੀਕ ਹੈ। ਹੁਣ ਜਿੱਦਾਂ ਮੈਜੋਰਿਟੀ ਆਫ ਟੈਕਸੀ ਡਰਾਈਵਰਸ ਆਪਾਂ ਕੰਮ ਨਹੀਂ ਕਰ ਪਾ ਰਹੇ, ਰੀਜ਼ਨ ਇਹੀ ਹੈ
ਔਰ ਜਿੱਦਾਂ ਇਹਨਾਂ ਨੇ ਕਿਹਾ ਕਿ ਜੌਬ ਕੀਪਰ ਔਰ ਜੌਬ ਸੀਕਰ ਵਾਸਤੇ ਸਾਰੇ ਐਲੀਜੀਬਲ ਨਹੀਂ ਹੈ ਜੀ ਜੀ ਤੇ ਮੈਂ ਉਸੇ ਗੱਲ ਨੂੰ ਕਹੂੰਗਾ ਕਿ ਦੇਖੋ ਜਿੱਦਾਂ ਤੁਸੀਂ ਕੀ ਕਹਿੰਦੇ ਫੰਡਸ ਦੇ ਰਹੇ ਹੋ ਸਿਰਫ ਆਪਰੇਟਰ ਨੂੰ, ਮੈਂ ਇਹ ਨਹੀਂ ਕਹਿ ਰਿਹਾ ਕਿ ਆਪਰੇਟਰ ਨੂੰ ਨਹੀਂ ਮਿਲਣੇ ਚਾਹੀਦੇ, ਠੀਕ ਹੈ ਉਹਨਾਂ ਨੇ ਗੱਡੀਆਂ ਪਾਈਆਂ ਉਹਨਾਂ ਨੂੰ ਮਿਲਣੇ ਚਾਹੀਦੇ, ਬਟ ਮੈਂ ਇਹ ਕਹਿ ਰਿਹਾ ਕਿ ਟੈਕਸੀ ਡਰਾਈਵਰ ਕਿਸ ਖਾਤੇ ਜਾਣ, ਕਿ ਟੈਕਸੀ ਡਰਾਈਵਰ ਨੂੰ ਵੀ ਤਾਂ ਕੁਝ ਮਿਲਣਾ ਚਾਹੀਦਾ, ਕਿਉਂਕਿ ਤੁਹਾਡਾ ਜੋ ਮੁੱਦਾ ਨਾ ਗੁਰਪ੍ਰੀਤ ਹੋਰਾਂ ਨੇ ਚੁੱਕਿਆ, ਇਹ ਕੁਐਸਚਨ ਤੁਹਾਡਾ ਜ਼ਿਆਦਾ ਗਵਰਨਮੈਂਟ ਨੂੰ ਜਾ ਰਿਹਾ ਜਾਂ ਟੈਕਸੀ ਆਪਰੇਟਰਸ ਨੂੰ ਜਾ ਰਿਹਾ ਕਿ ਉਹਨਾਂ ਕੋਲ ਇੱਕ ਫੰਡਿੰਗ ਆਉਂਦੀ ਹੈ ਜਾਂ ਉਹਨਾਂ ਨੂੰ ਉਸ ਤਰੀਕੇ ਨਾਲ ਜਾਣਾ ਚਾਹੀਦਾ ਜਾਂ ਉਸ ਗਵਰਨਮੈਂਟ ਜਾ ਰਿਹਾ ਡਾਇਰੈਕਟਲੀ ਗਵਰਨਮੈਂਟ ਨੂੰ ਜਾ ਰਿਹਾ, ਟੈਕਸੀ ਆਪਰੇਟਰ ਨਾਲ ਕੋਈ ਇਸ਼ੂ ਨਹੀਂ ਹੈ। ਮੈਂ ਉਹੀ ਕਹਿ ਰਿਹਾ ਕਿ ਟੈਕਸੀ ਆਪਰੇਟਰ ਨੂੰ ਠੀਕ ਹੈ ਉਹਨਾਂ ਨੂੰ ਮਿਲ ਰਿਹਾ, ਬਟ ਡਰਾਈਵਰਸ ਨੂੰ ਵੀ ਮਿਲਣਾ ਚਾਹੀਦਾ, ਕਿਉਂਕਿ ਹਾਈ ਰਿਸਕ, ਮੈਂ ਫਿਰ ਆਪਣੀ ਗੱਲ ਦੁਹਰਾਊਂਗਾ, ਹਾਈ ਰਿਸਕ ਡਰਾਈਵਰਸ ਹੈ ਨਾ ਕਿ ਓਨਰਸ। ਜੀ ਤੇ ਪਰਮਿੰਦਰ ਜੀ ਮੈਂ ਤੁਹਾਡੇ ਵੱਲ ਆਉਂਗਾ, ਜੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਡਰਾਈਵਰਸ ਨੂੰ ਮਿਲਣਾ ਚਾਹੀਦਾ, ਗਵਰਨਮੈਂਟ ਇਸ ਚੀਜ਼ ਤੇ ਮੰਨ ਜਾਂਦੀ ਹੈ ਤੇ ਨਾਲ ਇਹ ਕੰਡੀਸ਼ਨ ਲਾ ਦਿੰਦੀ ਆ ਕਿ ਜਿਹੜੇ ਟੈਂਪਰੇਰੀ ਵੀਜ਼ਾ ਦੇ ਉੱਪਰ ਨੇ ਜਾਂ ਜਿਹੜੇ ਸਟੂਡੈਂਟ ਵੀਜ਼ਾ ਦੇ ਉੱਪਰ ਨੇਗੇ ਉਹਨਾਂ ਨੂੰ ਇਹ ਜਿਹੜੀ ਫੈਸਿਲਿਟੀ ਜਾਂ ਇਹ ਫੰਡਿੰਗ ਨਹੀਂ ਹੋਊਗੀ, ਬਿਕੋਜ਼ ਦੇ ਆਰ ਨਾਟ देयर ਸਿਟੀਜ਼ਨ ਔਰ देयर ਪਰਮਨੈਂਟ ਰੈਜ਼ੀਡੈਂਸ। ਤੁਹਾਨੂੰ ਲੱਗਦਾ ਕਿ ਫਿਰ ਜਿਸ ਮੁੱਦੇ ਨੂੰ ਅਸੀਂ ਲੈ ਕੇ ਅੱਗੇ ਚੱਲੇ ਆ, ਜਿਸ ਮੁੱਦੇ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ, ਤਾਂ ਫਿਰ ਪਿੱਛੇ ਰਹਿ ਗਿਆ, ਉਹਦੇ ਬਾਰੇ ਕੁਝ ਲਿਖਿਆ ਜਾਂ ਉਹਦੇ ਬਾਰੇ ਤੁਹਾਡੀ ਗੱਲ ਹੋਈ ਜਦੋਂ ਵੀ ਤੁਸੀਂ ਕੰਪਾਈਲ ਕੀਤੀ ਹੈ ਈਮੇਲ ਜਾਂ ਜੋ ਵੀ ਤੁਸੀਂ ਡਾਕੂਮੈਂਟ ਲੀਗਲੀ ਭੇਜਿਆ? ਹਾਂਜੀ ਬਿਲਕੁਲ, ਮੈਂ ਡਰਾਈਵਰ ਐਜ਼ ਏ ਪਲੇਟ ਓਨਰ ਹੈ, ਮੈਂ ਇੱਕ ਲਾਇਸੈਂਸ ਹੋਲਡਰ ਹੈ ਜੀ, ਗਵਰਨਮੈਂਟ ਤੋਂ ਲਾਇਸੈਂਸ ਲਿਆ ਤੇ ਉਸ ਤੋਂ ਬਾਅਦ ਚ ਮੈਂ ਆਪਣੀਆਂ ਮੇਰੇ ਕੋਲ ਗੱਡੀਆਂ ਵੀ ਨੇ, ਮੈਂ ਪਲੇਟ ਓਨਰ ਵੀ ਹਾਂ, ਮੈਂ ਆਪਰੇਟਰ ਵੀ ਹਾਂ, ਮੈਂ ਡਰਾਈਵਰ ਵੀ ਹਾਂ ਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਵੀ ਡਰਾਈਵਰਾਂ ਨੂੰ ਕੀ ਦਿੱਕਤਾਂ ਹੁੰਦੀਆਂ ਤੇ ਕਿੱਦਾਂ ਨਵੇਂ ਡਰਾਈਵਰਾਂ ਨੂੰ, ਨਵੇਂ ਜਿਹੜੇ ਸਟੂਡੈਂਟ ਆਉਂਦੇ ਆ ਤੇ ਉਹਨਾਂ ਨੂੰ ਬਹੁਤ ਸੈਟਲਮੈਂਟ 'ਚ ਪ੍ਰੋਬਲਮ ਆਉਂਦੀ ਆ। ਜੇ ਸਰਕਾਰ ਇਹਨਾਂ ਨੂੰ ਇਹ ਰਿਬੇਟਸ ਦੇ ਦਿੰਦੀ ਆ ਤੇ ਬਹੁਤ ਵਧੀਆ ਗੱਲ ਹੈ, ਬਹੁਤ ਅੱਛੀ ਗੱਲ ਆ। ਬਟ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਬਈ, ਇੱਕ ਮਤਲਬ ਅਸੀਂ ਗੌਰਮੈਂਟ ਤੇ ਫੇਥ ਕੀਤਾ, ਗੌਰਮੈਂਟ ਨੇ ਸਾਨੂੰ ਜਿਹੜੀਆਂ ਪਲੇਟ ਜਿਹੜੀਆਂ ਆ ਕਿ ਕੋਈ ਕਿਸੇ ਨੇ 3 ਲੱਖ ਦੀ ਲਈ ਹੈ, ਕਿਸੇ ਨੇ 4 ਲੱਖ ਦੀ ਲਈ ਹੈ, ਉਹ ਬੰਦੇ ਇੰਟਰਸਟ ਭਰ ਰਹੇ ਆ ਅਜੇ ਤੱਕ। ਕੁਛ ਕੁ ਨੇ ਜਿਹੜੀ ਕੁਝ ਆਪ ਚਲਾ ਰਹੇ ਆ, ਕੁਝ ਨੇ ਉਹ ਜਿਹੜੀਆਂ ਲੀਜ਼ ਤੇ ਦਿੱਤੀਆਂ ਹੋਈਆਂ ਪਲੇਟਾਂ, ਜਿੱਦਾਂ ਜਿਹੜੇ ਆਪਰੇਟਰਾਂ ਨੂੰ, ਜਿਹੜੇ ਟੈਕਸੀ ਆਪਰੇਟਰ ਹੈ ਉਹਨਾਂ ਨੂੰ ਗਾਂਹ ਲੀਜ਼ ਤੇ ਦਿੱਤੀਆਂ ਹੋਈਆਂ, ਉਹਨਾਂ ਦਾ ਜਿਹੜਾ ਇੰਟਰਸਟ ਵੀ ਉਹਨਾਂ ਨਹੀਂ ਬਣਦਾ ਜਿੰਨਾ ਇੱਥੋਂ ਬੈਕ ਆ ਰਿਹਾ। ਮਤਲਬ ਇੱਕ ਬੰਦੇ ਨੇ ਗੌਰਮੈਂਟ ਤੇ ਵਿਸ਼ਵਾਸ ਕਰਕੇ 2015 ਵਿੱਚ 3 ਲੱਖ ਜਾਂ 3.5 ਲੱਖ ਦੀ ਟੈਕਸੀ ਪਲੇਟ ਲੈ ਲਈ ਆ ਤੇ ਉਸ ਤੋਂ ਬਾਅਦ ਚ ਉਸ ਨੂੰ ਉਹਦਾ ਜਿਹੜਾ 2-2.5 ਲੱਖ ਦਾ ਜੇ ਤੁਸੀਂ ਇੰਟਰਸਟ ਵੀ ਲੈਂਦੇ ਆ ਕਮਰਸ਼ੀਅਲ ਜਿਹੜਾ ਲੋਨ ਦਾ, ਉਹ 'ਚ ਨੀਅਰ ਅਬਾਊਟ $2400-2500 ਬਣ ਜਾਂਦਾ। ਉਹਨਾਂ ਤਾਂ ਵਾਪਸ ਵੀ ਨਹੀਂ ਆ ਰਿਹਾ, ਉਹ ਬੰਦਾ ਆਪ ਟੈਕਸੀ ਵੀ ਚਲਾ ਰਿਹਾ, ਉਹ ਬੰਦਾ ਆਪ ਕੰਮ ਵੀ ਕਰ ਰਿਹਾ, ਉਹਨੂੰ ਸਾਰਾ ਕੁਛ ਹੋਊਗਾ। ਮਤਲਬ ਇੱਕ ਬੰਦਾ ਇਨਵੈਸਟ ਕਰਦਾ 3 ਲੱਖ, ਇੱਕ ਬੰਦਾ ਇਨਵੈਸਟ ਕਰਦਾ 20,000 ਲਾ ਕੇ ਤੇ ਉਹਨੇ 8-10 ਟੈਕਸੀਆਂ ਪਾ ਲਈਆਂ ਜਾਂ 50 ਟੈਕਸੀਆਂ ਪਾ ਲਈਆਂ ਜਾਂ 100 ਟੈਕਸੀਆਂ ਪਾ ਲਈਆਂ, ਉਹ ਬੰਦਾ ਸਾਰਾ ਬੈਨੀਫਿਟ ਜੇ ਲੈਂਦਾ ਹੈ। ਤੇ ਗੌਰਮੈਂਟ ਨੂੰ ਇਹ ਵੀ ਚਾਹੀਦਾ ਵੀ ਜਿਨ੍ਹਾਂ ਨੇ ਮੇਜਰ ਇਨਵੈਸਟਮੈਂਟ ਹੈ, ਜਿਨ੍ਹਾਂ ਨੇ ਇਹ ਇੰਡਸਟਰੀ, ਜਿਨ੍ਹਾਂ ਦੇ ਮੋਢਿਆਂ ਤੇ ਇਹ ਸਟੈਂਡ ਹੋਈ ਆ, ਜਾਂ ਜਿਨ੍ਹਾਂ ਨੇ ਮਤਲਬ ਜਿਹੜੇ ਲਾਇਸੈਂਸ ਹੋਲਡਰ ਹੈ, ਉਹਨਾਂ ਲਈ ਸਰਕਾਰ ਕੀ ਕਰ ਰਹੀ ਹੈ? ਉਹ ਤਾਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਆ। ਉਹਨਾਂ ਨੂੰ ਪੁਸ਼ ਕੀਤਾ ਜਾਂਦਾ ਵੀ ਅਸੀਂ ਤਾਂ ਤੁਹਾਨੂੰ $60 ਦੇਵਾਂਗੇ, ਅਸੀਂ ਤਾਂ ਤੁਹਾਨੂੰ ਆਹ 4 ਵੀਕ ਦਾ ਕੋਈ ਚਾਰਜ ਨਹੀਂ ਦੇਵਾਂਗੇ। ਉਹ ਵਿਚਾਰੇ ਕਿੱਧਰ ਜਾਣ? ਕੁਝ ਕੁ ਨੇ ਤਾਂ ਆਪਣੀਆਂ ਗੱਡੀਆਂ ਪਾਈਆਂ ਹੋਈਆਂ, ਕੁਝ ਕੁ ਨੇ ਆਪਣਾ ਮਤਲਬ ਕਿ ਲੀਜ਼ ਤੇ ਦਿੱਤੀਆਂ ਹੋਈਆਂ। ਜਿਹੜੇ ਲੀਜ਼ ਤੇ ਦਿੱਤੀਆਂ ਹੋਈਆਂ ਉਹਨਾਂ ਨਾਲ ਮਤਲਬ ਕਿ ਮੈਂ ਆਪ ਲੀਜ਼ ਤੇ ਲਈਆਂ ਹੋਈਆਂ ਕੁਝ ਗੱਡੀਆਂ, ਮਤਲਬ ਕਿ ਉਹ ਵਰਥ ਨਹੀਂ ਕਰ ਰਿਹਾ। ਬਾਕੀ ਜਿਹੜੀ ਗੱਲ ਹੈਗੀ ਆ ਸਟੂਡੈਂਟਾਂ ਦੀ, ਗੁਰਪ੍ਰੀਤ ਨੇ ਜਿਹੜਾ ਮੁੱਦਾ ਚੱਕਿਆ, ਇਹ ਵੀ ਬਹੁਤ ਵਧੀਆ ਗੱਲ ਹੈ। ਮੈਂ ਵੀ ਆਪਣੇ ਵੱਲੋਂ ਮੈਂ ਆਪਣੇ MP ਨੂੰ, ਮੈਂ ਟੈਕਸੀ ਕੌਂਸਲ ਨੂੰ, ਸਟੇਟ ਮਿਨਿਸਟਰਸ ਨੂੰ ਮੈਂ ਲੈਟਰ ਪਾਈਆਂ ਹੋਈਆਂ ਆਪਣੇ ਵੱਲੋਂ ਵੀ। ਹਰ ਬੰਦੇ ਨੇ ਅਪਰੋਚ ਕੀਤੀ ਆ ਜਿਹਨੇ ਮਤਲਬ ਜਿਹੜਾ ਦਰਦ ਰੱਖਦਾ। ਤੇ ਜੇ ਆਪਰੇਟਰਾਂ ਨੂੰ 4700 ਪਰ ਟੈਕਸੀ ਮਿਲ ਰਿਹਾ, ਸਾਨੂੰ ਕੋਈ ਇਤਰਾਜ਼ ਨਹੀਂ, ਮਿਲਣਾ ਚਾਹੀਦਾ। ਜੇ ਉਹਨਾਂ ਨੂੰ ਮਿਲ ਰਿਹਾ ਤੇ ਜਿਸ ਬੰਦੇ ਦੀ ਮੇਜਰ ਇਨਵੈਸਟਮੈਂਟ ਹੈ ਮਿਲਣਾ ਉਹਨਾਂ ਨੂੰ ਵੀ ਚਾਹੀਦਾ, ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਤੇ ਮੇਰੀ ਤਾਂ ਇਹੋ ਮੰਗ ਹੈ ਵੀ ਸਰਕਾਰ ਉਹਨਾਂ ਵੱਲ ਵੀ ਖਿਆਲ ਕਰੇ।
ਇੱਕ ਬੰਦਾ 15,000 20,000 ਲਾ ਕੇ ਇੱਕ ਗੱਡੀ ਤੇ ਉਹਨੂੰ ਔਨ ਰੋਡ ਕਰਕੇ ਉਹਨੂੰ ਟੈਕਸੀ ਡਰਾਈਵਰ ਪ੍ਰੋਵਾਈਡ ਕਰਕੇ ਉਹਨੂੰ ਚਲਾ ਰਿਹਾ ਤੇ ਇੱਕ ਬੰਦਾ ਮਤਲਬ ਕਿ ਜਿਹੜਾ ਬੰਦਾ ਜਿਹਨੇ ਆਪ ਟੈਕਸੀ ਵੀ ਚਲਾ ਰਿਹਾ, ਟੈਕਸੀ ਓਪਰੇਟਰ ਵੀ ਆ, ਸਭ ਕੁਛ ਕਰ ਰਿਹਾ, ਉਹਨੂੰ ਸਰਕਾਰ ਕੀ ਦੇ ਰਹੀ ਹੈ? ਹੁਣ ਤਾਂ ਸਿਰਫ ਉਹੀ ਹੈ ਜਿਹੜਾ ਜਿਸ ਬੰਦੇ ਨੇ $3 ਲੱਖ ਲਾਇਆ, $4 ਲੱਖ ਲਾਇਆ, ਉਹਨਾਂ ਨੂੰ ਸਰਕਾਰ ਕੀ ਦੇ ਰਹੀ ਹੈ? ਤਾਂ ਸਾਰੀ ਗੱਲ ਤਾਂ ਇਹੀ ਹੈ ਨਾ, ਜਿਹਨਾਂ ਦੀ ਮੇਜਰ ਇਨਵੈਸਟਮੈਂਟ ਹੈ ਉਹਨਾਂ ਨੂੰ ਤਾਂ ਬਿਲਕੁਲ ਹੀ ਇਗਨੋਰ ਕੀਤਾ ਜਾ ਰਿਹਾ। ਸੋ ਜਿੱਥੋਂ ਤੱਕ ਜਿਹੜੇ ਟੈਕਸੀ ਸਿਟੀਜ਼ਨ ਹੈ ਜਾਂ ਜਿਹੜੇ ਡਰਾਈਵਰ ਨੇ ਉਹ ਤਾਂ ਚਲੋ ਜੌਬ ਸੀਕਰ ਸਾਰੇ ਤੇ ਰਾਜੀ ਜੀ ਇਹ ਸਰਕਾਰ ਇਹਨਾਂ ਨੂੰ ਜੀ ਮੈਂ ਤੁਹਾਨੂੰ ਇੱਥੇ ਸਟਾਪ ਕਰੂੰਗਾ। ਮੈਂ ਗੱਲ ਕਰਨੀ ਚਾਹੂੰਗਾ ਗੁਰਪ੍ਰੀਤ ਜੀ ਹੋਰਾਂ ਨਾਲ। ਗੁਰਪ੍ਰੀਤ ਜੀ ਮੈਂ ਤੁਹਾਨੂੰ ਹਾਂਜੀ ਜੀ ਮੇਰੇ ਖਿਆਲ ਤੁਹਾਡੇ ਵੱਲ ਥੋੜੀ ਸਿਗਨਲ ਦੀ ਪ੍ਰੋਬਲਮ ਆ ਰਹੀ ਹੈ। ਮੈਂ ਗੁਰਪ੍ਰੀਤ ਜੀ ਹੋਰਾਂ ਨਾਲ ਮੀਨ ਟਾਈਮ ਗੱਲ ਕਰਨੀ ਚਾਹੂੰਗਾ। ਗੁਰਪ੍ਰੀਤ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਇਹ ਫੰਡਿੰਗ ਜਿਹੜੀ ਅਨਾਉਂਸ ਕੀਤੀ ਗਈ ਗਵਰਨਮੈਂਟ ਵੱਲੋਂ, ਇਹਦੀ ਰਿਕੁਐਸਟ ਪਾਈ ਗਈ ਸੀ ਜਾਂ ਇਹ ਆਪਣੇ ਆਪ ਗਵਰਨਮੈਂਟ ਨੇ ਖੁਦ ਸੋਚਿਆ, ਲੋਕਲ ਸਟੇਟ ਗਵਰਨਮੈਂਟ ਨੇ ਕਿ ਇਹਨਾਂ ਨੂੰ ਜ਼ਰੂਰਤ ਆ, ਜਾਂ ਇਹ ਇਸ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਕੋਈ ਡਾਕੂਮੈਂਟ ਤਿਆਰ ਹੋਇਆ ਜਾਂ ਫੀਡਬੈਕ ਲੈਤੀ ਗਈ ਸਟੇਕ ਹੋਲਡਰਸ ਤੋਂ? ਤਾਂ ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਇਸ ਦੇ ਬਾਰੇ ਚ? ਦੇਖੋ, ਰਿਗਾਰਡਿੰਗ ਦ ਪੈਕੇਜ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ, ਕੁਝ ਚੰਦ ਓਪਰੇਟਰਸ ਨੇ ਕੰਟੈਕਟ ਕੀਤਾ ਸੀ ਸਟੇਟ ਗਵਰਨਮੈਂਟ ਨੂੰ, ਠੀਕ ਹੈ ਜੀ, ਤੇ ਉਹ ਓਪਰੇਟਰਸ ਜਿਨ੍ਹਾਂ ਕੋਲ ਬਲਕ ਆਫ ਟੈਕਸੀਜ਼ ਹੈਗੀਆਂ ਨੇ, ਠੀਕ ਹੈ ਜੀ, ਉਹਨੇ ਅਪਰੋਚ ਕੀਤੀ ਸਟੇਟ ਗਵਰਨਮੈਂਟ ਨੂੰ ਤੇ ਉਹਨੇ ਆਪਣੇ ਐਕਸਪੈਂਸਿਸ ਸ਼ੋ ਕੀਤੇ ਵੀ ਸਾਡੇ ਇੰਨੇ ਖਰਚੇ ਨੇ ਤੇ ਸਾਨੂੰ ਰਿਲੀਫ ਦਿੱਤੀ ਜਾਵੇ। ਹੁਣ ਆਮ ਨੋਟ ਸ਼ੋਰ ਵੀ ਉਹਨੇ ਡਰਾਈਵਰਸ ਦੀ ਜਾਂ ਪਲੇਟ ਓਨਰਸ ਦੀ ਗੱਲ ਕੀਤੀ ਕਿ ਨਹੀਂ ਕੀਤੀ, ਕਿਉਂਕਿ ਆਈ ਡੋਂਟ ਨੋ, ਠੀਕ ਹੈ ਜੀ, ਉਹ ਸਾਰਾ ਅੰਦਰ ਖਾਤੇ ਹੋਇਆ। ਤੇ ਸਟੇਟ ਗਵਰਨਮੈਂਟ ਨੇ ਕਿਸੇ ਨੂੰ ਹੋਰ ਅਪਰੋਚ ਨਹੀਂ ਕੀਤੀ, ਨਾਇਦਰ ਦੇ ਅਪਰੋਚ ਟੈਕਸੀ ਡਰਾਈਵਰਸ, ਨਾਇਦਰ ਦੇ ਅਪਰੋਚ ਟੈਕਸੀ ਕਾਉਂਸਲ ਜਿਹੜੀ ਪਲੇਟ ਓਨਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਟੈਕਸੀ ਓਨਰਸ ਨੂੰ ਵੀ ਰਿਪਰੈਜ਼ੈਂਟ ਕਰਦੀ ਆ, ਤੇ ਦੇ ਰਿਪਰੈਜ਼ੈਂਟ ਐਜ਼ ਅ ਟੈਕਸੀ ਡਰਾਈਵਰਸ, ਕੁਛ ਟੈਕਸੀ ਡਰਾਈਵਰਸ ਨੂੰ ਵੀ ਰਿਪਰੈਜ਼ੈਂਟ ਕਰਦੀ ਆ, ਠੀਕ ਹੈ ਜੀ। ਉਹਨੇ ਟੈਕਸੀ ਕਾਉਂਸਲ ਨੂੰ ਅਪਰੋਚ ਨਹੀਂ ਕੀਤੀ, ਉਹਨੇ ਹੋਰ ਕਿਸੇ ਨੂੰ ਅਪਰੋਚ ਨਹੀਂ ਕੀਤੀ, ਉਹਨੇ ਸਟ੍ਰੇਟ ਅਵੇ ਅਨਾਊਂਸ ਕਰਤਾ ਵੀ ਆਪਾਂ ਇਹ ਰਿਲੀਫ ਪੈਕੇਜ ਦੇ ਰਹੇ ਹਾਂ ਟੈਕਸੀ ਓਪਰੇਟਰਸ ਨੂੰ। ਤੇ ਇਹੀ ਸਾਨੂੰ ਲੱਗਦਾ ਵੀ ਇਟਸ ਨੋਟ ਕਰੈਕਟ ਵੀ ਤੁਸੀਂ ਘੱਟੋ ਘੱਟ ਫੀਡਬੈਕ ਤਾਂ ਲੈਂਦੇ ਟੈਕਸੀ ਡਰਾਈਵਰਸ ਦੀ ਜਾਂ ਪਲੇਟ ਓਨਰਸ ਦੀ ਫੀਡਬੈਕ ਲੈਣੀ ਚਾਹੀਦੀ ਸੀ, ਕਿਉਂਕਿ ਸਰਕਾਰ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਮੇਜਰ ਸਟੇਕ ਹੋਲਡਰਸ ਕਿਹੜੇ ਨੇ, ਠੀਕ ਹੈ ਨਾ। ਵੀ ਐਕਸਪੈਕਟ ਸਟੇਟ ਗਵਰਨਮੈਂਟ ਟੂ ਬੀ ਐਕਟ ਐਜ਼ ਅ ਰਿਸਪੋਂਸਿਬਲ ਗਵਰਨਮੈਂਟ ਐਂਡ ਡਿਵਾਈਡ ਔਰ ਇਲੈਬੋਰੇਟ ਦਾ ਫੰਡਿੰਗ ਨੂੰ ਵਧਾਇਆ ਜਾਵੇ, ਠੀਕ ਹੈ ਜੀ, ਰਿਵਿਊ ਕੀਤਾ ਜਾਵੇ ਉਹਨੂੰ, ਫੰਡਿੰਗ ਨੂੰ ਵਧਾ ਕੇ ਜਿਹੜੇ ਪਲੇਟ ਓਨਰਸ ਨੇ ਤੇ ਟੈਕਸੀ ਡਰਾਈਵਰਸ ਨੇ ਉਹਨਾਂ ਨੂੰ ਵੀ ਹੈਲਪ ਆਊਟ ਕੀਤਾ ਜਾਵੇ। ਸਾਡੀ ਤਾਂ ਇਹੀ ਰਿਕੁਐਸਟ ਹੈ। ਸ਼ੁਰੂ ਦੇ ਵਿੱਚ ਤੁਸੀਂ ਗੱਲ ਕੀਤੀ ਕਿ $100 ਦੀ ਗੱਲ ਕੀਤੀ ਕਿ ਜੇ $100 ਅਸੀਂ ਮੰਨ ਕੇ ਚੱਲੀਏ, ਜੇ ਅਸੀਂ ਸਿੱਧੀ ਜੀ ਗੱਲ ਕਰੀਏ ਕਿ ਦੇਸੀ ਜੀ, ਜੇ $100 ਦੀ ਅਸੀਂ ਗੱਲ ਕਰਦੇ ਹਾਂ ਕਿ ਟੈਕਸੀ ਦੇ ਮਾਮਲੇ ਦੇ ਵਿੱਚ, ਤਾਂ ਉਸ ਪਰਸੈਂਟੇਜ ਨੂੰ ਤੁਸੀਂ ਕਿੱਦਾਂ ਡਿਵਾਈਡ ਕਰੋਗੇ ਐਕਸਪੈਂਸਿਸ ਦੇ ਮਾਮਲੇ ਦੇ ਵਿੱਚ, ਕਿ ਓਨਰ ਦੇ ਕਿੰਨੇ ਐਕਸਪੈਂਸਿਸ ਰਹਿੰਦੇ ਨੇ? ਜੇ ਉਹ ਆਪਣੀ ਟੈਕਸੀ ਦੀ ਜਿਹੜੀ ਪਲੇਟ ਆ ਉਹ ਬਾਏ ਕਰਦਾਗਾ, ਉਹਦੀ ਕਿਸ਼ਤ ਵੀ ਉਸਦੀ ਜਾਂਦੀ ਆ, ਇਸੇ ਤਰ੍ਹਾਂ ਓਪਰੇਟਰ ਦੇ ਕਿੰਨੇ % ਖਰਚੇ ਆ ਜਾਂਦੇ ਨੇ, ਡਰਾਈਵਰ ਦੇ ਕਿੰਨੇ ਖਰਚੇ ਹੁੰਦੇ ਨੇਗੇ, ਉਸ ਨੂੰ ਤੁਸੀਂ ਕਿੱਦਾਂ ਪਰਸੈਂਟੇਜ, ਜੇ ਓਵਰ ਇੱਕ ਛੋਟਾ ਜਿਹਾ ਮੋਟਾ ਜਿਹਾ ਅਸੀਂ ਲਈਏ, ਬਿਕੋਜ਼ ਜੇ ਕਿਸੇ ਨੇ ਟੈਕਸੀ ਓਨਰ ਵੀ ਆ ਉਸਨੇ ਵੀ ਤਾਂ ਅੱਗੇ ਪੇਮੈਂਟਸ ਦੇਣੀਆਂ ਨੇ, ਓਪਰੇਟਰ ਆ ਉਹ ਵੀ ਹੋ ਸਕਦਾ ਪੇਮੈਂਟਸ ਦੇ ਰਿਹਾ ਹੋਵੇ, ਸਾਰਾ ਅਲੱਗ-ਅਲੱਗ ਤੁਸੀਂ ਕਿੱਥੇ ਦੇਖ ਰਹੇ ਹੋ ਇਸ ਨੂੰ, ਬਿਕੋਜ਼ ਤੁਸੀਂ ਸਾਰੇ ਅਲੱਗ-ਅਲੱਗ ਫੇਜ਼ਸ ਵਿੱਚ ਦੀ ਲੰਘ ਚੁੱਕੇ ਹੋ। ਦੇਖੋ, ਖਰਚਿਆਂ ਦੇ ਪੱਖੀ ਨੋ ਡਾਊਟ ਮੈਂ ਇਹ ਨਹੀਂ ਕਹਿ ਰਿਹਾ ਵੀ ਖਰਚੇ ਨਹੀਂ ਹੁੰਦੇ, ਪਲੇਟ ਓਨਰ ਦੇ ਵੀ ਖਰਚੇ ਹੈਗੇ ਨੇ, ਟੈਕਸੀ ਓਨਰਸ ਦੇ ਵੀ ਖਰਚੇ ਹੁੰਦੇ ਨੇ, ਠੀਕ ਹੈ ਜੀ। ਉਹਦੇ ਲਈ ਉਹਨਾਂ ਨੂੰ ਸਰਕਾਰ ਨੂੰ ਬੇਸਿਕਲੀ ਆਪਾਂ ਗਵਰਨਮੈਂਟ ਨੂੰ ਇਹੀ ਕਹਿ ਰਹੇ ਸੀਗੇ ਵੀ ਤੁਸੀਂ ਯੂ ਸ਼ੁੱਡ ਵਰਕ ਆਊਟ, ਤੁਹਾਨੂੰ ਇਹ ਵਰਕ ਆਊਟ ਕਰਨਾ ਚਾਹੀਦਾ ਸੀ ਬਿਫੋਰ ਅਨਾਊਂਸਿੰਗ ਦਾ ਪੈਕੇਜ,
ਠੀਕ ਹੈ ਜੀ, ਵੀ ਮੇਜਰ ਸਟੇਕ ਹੋਲਡਰਸ ਕਿਹੜੇ ਨੇ ਤੇ ਉਹਨਾਂ ਦੇ ਐਕਸਪੈਂਸਿਸ ਕਿੰਨੇ ਨੇ, ਤੇ ਹਾਊ ਕੈਨ ਵੀ ਡਿਸਟਰੀਬਿਊਟ ਔਰ ਹਾਊ ਕੈਨ ਵੀ ਗਿਵ ਦ ਫੰਡਿੰਗ ਟੂ ਆਲ ਦਾ 3 ਰੈਲੇਵੈਂਟ ਪਾਰਟੀਜ਼, ਜਿਹੜੀ ਕਿ ਸਰਕਾਰ ਨੇ ਬਿਲਕੁਲ ਨਹੀਂ ਕੀਤਾ। ਠੀਕ ਹੈ ਜੀ। ਮੈਂ ਹੁਣ ਜੇ ਤੁਸੀਂ ਖਰਚੇ ਦੀ ਗੱਲ ਕਰ ਰਹੇ ਹੋ, ਨਾਰਮਲੀ ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਵੀ ਜਿਹੜੀ ਪਲੇਟ ਲੀਜ਼ ਅੱਜ ਤੋਂ 10 ਸਾਲ ਪਹਿਲਾਂ ਜਿੱਦਾਂ ਪਰਮਿੰਦਰ ਭਾਜੀ ਹੁਣੀ ਕਹਿ ਰਹੇ ਨੇ ਵੀ ਉਹਨਾਂ ਕੋਲ ਪਲੇਟ ਹੈਗੀ ਹੈ, ਠੀਕ ਹੈ ਜੀ, ਅੱਜ ਤੋਂ 10 ਸਾਲ ਪਹਿਲਾਂ ਜੇ ਕਿਸੇ ਕੋਲ ਪਲੇਟ ਹੁੰਦੀ ਸੀ ਤਾਂ ਅੱਗੇ ਪਲੇਟ ਲੀਜ਼ ਕਰਦਾ ਸੀ, ਉਹ $500 ਤੋਂ $600 ਪਰ ਵੀਕ ਚਾਰਜ ਕਰਦਾ ਸੀ ਇੱਕ ਪਲੇਟ ਦਾ। ਠੀਕ ਹੈ ਜੀ, ਜੋ ਕਿ ਘਟ ਕੇ ਅੱਜ ਤੋਂ ਮਹੀਨਾ ਪਹਿਲਾਂ $200 ਤੋਂ $250 ਆ ਗਿਆ ਸੀਗਾ। ਠੀਕ ਹੈ ਜੀ, ਇਹ ਤਾਂ ਹੋ ਗਿਆ ਪਲੇਟ ਓਨਰ ਦਾ ਖਰਚਾ। ਦੇਖੋ ਉਹ ਅੱਜ ਤੋਂ 10 ਸਾਲ ਪਹਿਲਾਂ $600 ਲੈ ਰਿਹਾ ਸੀਗਾ, ਠੀਕ ਹੈ ਜੀ, ਉਹ ਹੁਣ $200 ਲੈ ਰਿਹਾ ਵਾ। ਤੇ ਹੁਣ ਇਸ ਵੇਲੇ ਪਲੇਟਸ ਉਦਾਂ ਹੀ ਪਈਆਂ ਨੇ, ਜਾਂ ਪਲੇਟ ਓਨਰ ਕਹਿ ਰਹੇ ਨੇ ਵੀ ਤੁਸੀਂ ਸਾਨੂੰ $50 ਜਾਂ $60 ਹੀ ਦੇ ਦਿਓ ਕੁਛ, ਤੇ ਉਹ $50-60 ਤੇ ਹੀ ਵੀ ਗੱਡੀ ਦੇ ਰਹੇ ਨੇ, ਕਿਉਂਕਿ ਉਹਨਾਂ ਦਾ ਹੋਰ ਕੁਛ ਚਾਰਾ ਹੈ ਨਹੀਂਗਾ। ਠੀਕ ਹੈ ਜੀ, ਇਹ ਤਾਂ ਪਲੇਟ ਓਨਰ ਦੀ ਗੱਲ ਆ ਗਈ। ਪਰ ਵੀਕ ਮੈਂ $50-60 ਪਰ ਵੀਕ ਕਹਿ ਰਿਹਾ ਹਾਂ। ਠੀਕ ਹੈ ਜੀ, ਜੋ ਹੁਣ ਸਿਚੁਏਸ਼ਨ ਆ ਗਈ ਆ। ਤੇ ਬਾਕੀ ਗੱਲ ਆ ਜਾਂਦੀ ਆ ਟੈਕਸੀ ਓਨਰਸ ਦੀ। ਟੈਕਸੀ ਓਨਰ ਦੇ ਖਰਚੇ, ਰਨਿੰਗ ਕਾਸਟ ਜਿਹੜੀ ਹੁੰਦੀ ਹੈ ਜੀ, ਉਹ ਰਜਿਸਟ੍ਰੇਸ਼ਨ ਹੁੰਦੀ ਆ, ਇੰਸ਼ੋਰੈਂਸ ਹੁੰਦੀ ਹੈ, ਤੇ ਤੁਹਾਡੀ ਪਲੇਟ ਲੀਜ਼ ਹੋ ਗਈ। ਠੀਕ ਹੈ ਜੀ, ਤੇ ਉਹਦੇ ਵਿੱਚ ਇੱਕ ਤੁਹਾਡੀ ਬੇਸ ਫੀਸ ਆ ਗਈ। ਇਹ ਮੇਨ ਖਰਚੇ ਨੇ ਟੈਕਸੀ ਓਨਰਸ ਦੇ। ਠੀਕ ਹੈ, ਇਹਦੇ ਵਿੱਚ ਹਾਂਜੀ ਓਨਰਸ ਐਂਡ ਓਪਰੇਟਰਸ ਦੇ। ਹਾਂਜੀ, ਓਪਰੇਟਰ ਦੇ ਵਿੱਚ ਹੁਣ ਕੀ ਕੀਤਾ ਵਾ, ਜਿਹੜੀ ਫੋਰਥ ਸਟੇਕ ਹੋਲਡਰ ਸੀਗਾ, ਜਿਹੜਾ ਤੁਹਾਨੂੰ ਮੈਂ ਕਿਹਾ ਸੀਗਾ ਕੰਪਨੀਜ਼ ਨੇ, 13 ਕੈਬਸ ਹੋ ਗਈ, ਸਬਰਬਨ ਹੋ ਗਈ, ਜਾਂ AIT ਹੋ ਗਈ, ਉਹਨੇ ਕੀ ਕੀਤਾ, ਉਹਨੇ ਆਫਰ ਕੀਤਾ ਓਨਰਸ ਨੂੰ ਵੀ ਆਪਾਂ ਤੁਹਾਡੀਆਂ ਬੇਸ ਫੀਸ ਡੈਫਰ ਕਰ ਦਿੰਦੇ ਹਾਂ ਫॉर 3 months ਔਰ ਫॉर 6 months। 3 ਮਹੀਨੇ ਜਾਂ 6 ਮਹੀਨੇ ਲਈ ਤੁਸੀਂ ਕੋਈ ਬੇਸ ਫੀਸ ਨਹੀਂ ਦੇਣੀ, ਜਿਹੜੀ ਤਕਰੀਬਨ $200 ਹੁੰਦੀ ਹੈ ਪਰ ਵੀਕ ਦੀ। ਮੈਂ ਜੋ ਵੀ ਗੱਲ ਕਰੂੰਗਾ ਪਰ ਵੀਕ ਦੇ ਹਿਸਾਬ ਨਾਲ ਕਰੂੰਗਾ, ਤਾਂ ਕਿ ਕੋਈ ਕਨਫਿਊਜ਼ ਨਾ ਹੋਵੇ। ਠੀਕ ਹੈ ਜੀ, ਹਾਂਜੀ, ਉਹ ਤਕਰੀਬਨ $200 ਪਰ ਵੀਕ ਹੁੰਦੀ ਸੀ। ਉਹ ਉਹਨੇ ਕਹਿਤਾ ਵੀ ਆਪਾਂ ਵੇਵ ਆਫ ਤਾਂ ਨਹੀਂ ਕਿਹਾ, ਉਹ ਕਹਿੰਦੇ ਆਪਾਂ ਡੈਫਰ ਕਰ ਦਿੰਦੇ ਹਾਂ। ਠੀਕ ਹੈ ਜੀ, ਤੁਸੀਂ 6 ਮਹੀਨੇ ਜਾਂ 3 ਮਹੀਨੇ ਕੁਛ ਨਾ ਦਿਓ, ਉਸ ਤੋਂ ਬਾਅਦ ਆਪਾਂ ਤੁਹਾਡੀ ਇੰਸਟਾਲਮੈਂਟਸ ਬਣਾ ਦਾਂਗੇ। ਠੀਕ ਹੈ ਜੀ, ਤੇ ਪਲੇਟ ਲੀਜ਼ ਜਿਹੜੀ ਉਹ ਆਲਮੋਸਟ $50 ਤੋਂ $60 ਆ ਗਈ ਆ ਪਰ ਵੀਕ ਦੇ। ਠੀਕ ਹੈ ਜੀ, ਬਾਕੀ ਖਰਚੇ ਜਿਹੜੇ ਰਹਿ ਗਏ, ਤੁਹਾਡੀ ਰੈਜੋ ਰਹਿ ਗਈ ਹੈ, ਤੇ ਆਪਣਾ ਇੰਸ਼ੋਰੈਂਸ ਆ, ਇਹ ਖਰਚੇ ਨੇ। ਸੋ ਹੁਣ ਜਿਹੜੇ ਆਪਰੇਟਰ ਨੂੰ ਪੈਸੇ ਮਿਲੇ ਨੇਗੇ 4300 ਤੁਸੀਂ ਕੁਝ ਕਹਿ ਰਹੇ ਹੋਗੇ, ਤੁਹਾਡੇ ਹਿਸਾਬ ਦੇ ਨਾਲ ਕੀ ਉਹ ਗੁੱਡ ਇਨਫ ਨੇ ਆਪਰੇਟਰ ਵਾਸਤੇ? ਦੇਖੋ ਤੁਹਾਨੂੰ ਵਰਕਆਊਟ ਕਰਨਾ ਪਏਗਾ। ਹੁਣ ਜੇ ਤੁਸੀਂ ਕਈ ਓਨਰਸ ਕਹਿ ਰਹੇ ਨੇ ਜੀ ਸਾਨੂੰ ਤਾਂ ਜੇ ਪਰ ਵੀਕ ਲਾਈਏ ਤਾਂ $190 ਹੀ ਬਣਦੇ, ਕਿਹੜਾ ਬਹੁਤ ਬਣਦੇ ਆ। ਠੀਕ ਹੈ ਜੀ, ਹੁਣ ਜੇ ਤੁਸੀਂ ਉਹਨੂੰ ਹਾਂਜੀ, ਜੇ ਤੁਸੀਂ 4300 ਨੂੰ ਡਿਵਾਈਡ ਕਰੋਗੇ, ਹੁਣ ਡਿਪੈਂਡ ਕਰ ਰਿਹਾ ਤੁਸੀਂ ਕਿੰਨੇ ਤੇ ਡਿਵਾਈਡ ਕਰਨਾ ਚਾਹ ਰਹੇ ਹੋ। ਤੁਸੀਂ ਸਾਲ ਤੇ ਡਿਵਾਈਡ ਕਰਨਾ ਚਾਹ ਰਹੇ ਹੋ ਕਿ 6 ਮਹੀਨੇ ਤੇ ਕਿ 3 ਮਹੀਨੇ ਤੇ, ਉਸ ਹਿਸਾਬ ਨਾਲ ਆਟੋਮੈਟਿਕਲੀ ਡਿਵਾਈਡ ਹੋਏਗਾ ਨਾ। ਤੇ ਉਸ ਹਿਸਾਬ ਨਾਲ ਜੇ ਤੁਸੀਂ ਦੇਖੋ, ਜੇ ਤੁਸੀਂ 3 ਮਹੀਨੇ ਦੇਖੋ ਤੇ 4300 ਨੂੰ ਤੁਸੀਂ 12 ਹਫ਼ਤੇ ਨਾਲ ਡਿਵਾਈਡ ਕਰ ਸਕਦੇ ਹੋ, ਤਾਂ ਯੂ ਵਿਲ ਫਾਈਂਡ ਆਊਟ ਵੀ ਓਨਰਸ ਨੂੰ ਪ੍ਰੋਫਿਟ ਹੀ ਹੋ ਰਿਹਾ ਵਾ। ਠੀਕ ਹੈ ਜੀ, ਇਸ ਵਕਤ ਜਿਹੜੀ ਤੁਹਾਨੂੰ ਰਿਐਲਿਟੀ ਦੱਸਾਂ, 300 ਤੋਂ ਜ਼ਿਆਦਾ ਵੀ ਹੋ ਸਕਦੀ, 300 ਤੋਂ ਵੱਧ ਜਾਂ ਤਕਰੀਬਨ 300 ਟੈਕਸੀਆਂ ਇਸ ਵੇਲੇ ਡੀ ਰਜਿਸਟਰ ਹੋਈਆਂ ਪਈਆਂ ਨੇ। ਠੀਕ ਹੈ ਜੀ, ਉਹ ਖਰਚਾ ਉਧਰੋਂ ਨਹੀਂ, ਉਹ ਖਰਚਾ ਦੈਟ ਮੀਨਸ ਖਰਚਾ ਕੋਈ ਨਹੀਂ ਹੈਗਾ। ਹਾਂ, ਐਕਸਪੈਂਸਸ ਘਟ ਗਿਆ ਉਧਰੋਂ। ਹਾਂ, ਐਕਸਪੈਂਸਿਸ ਜ਼ੀਰੋ ਹੋ ਗਏ। ਜੇ 300 ਗੱਡੀ ਡੀ ਰਜਿਸਟਰ ਹੈ, ਐਕਸਪੈਂਸਿਸ ਆਰ ਜ਼ੀਰੋ। ਠੀਕ ਹੈ ਜੀ, ਕਿਉਂਕਿ ਬੇਸ ਫੀਸ ਹੈ ਨਹੀਂ ਗੀ, ਪਲੇਟ ਲੀਜ਼ ਹੈ ਨਹੀਂ ਗੀ, ਗੱਡੀ ਆਪਾਂ ਡੀ ਰਜਿਸਟਰ ਕਰਤੀ, ਘਰੇ ਖੜੀ ਆ। ਠੀਕ ਹੈ ਜੀ, ਜੇ ਕੋਈ ਐਕਸਪੈਂਸ ਹੋਊਗਾ ਤਾਂ ਗੱਡੀ ਦੀ ਕਿਸ਼ਤ ਹੋਏਗੀ, ਜੇ ਆਪਾਂ ਗੱਡੀ ਕਿਸ਼ਤਾਂ ਤੇ ਲਈ ਹੋਏਗੀ ਇੰਸਟਾਲਮੈਂਟ, ਦੈਟਸ ਇਟ। ਠੀਕ ਹੈ ਜੀ, ਉਹਦੇ ਵੀ ਸਰਕਾਰ ਤੁਹਾਨੂੰ $4300 ਦੇ ਰਹੀ ਆ। ਨਾਓ ਯੂ ਕੈਨ ਥਿੰਕ ਵੀ ਤੁਸੀਂ ਹੁਣ ਸੋਚ ਸਕਦੇ ਹੋ ਵੀ ਮੈਂ ਗੱਡੀ ਦਾ ਖਰਚਾ ਕੋਈ ਨਹੀਂ ਹੈਗਾ। ਠੀਕ ਹੈ ਜੀ, ਮੈਂ ਗੱਡੀ ਡੀ ਰਜਿਸਟਰ ਕਰਤੀ, ਇੰਸ਼ੋਰੈਂਸ ਕੈਂਸਲ ਕਰਵਾਤੀ, ਪਰ ਫਿਰ ਵੀ ਮੈਨੂੰ $4300 ਮਿਲ ਰਿਹਾ ਵਾ। ਇਜ਼ ਇਟ ਫੇਅਰ? ਤੁਸੀਂ ਦੱਸੋ ਵੀ ਇਹ ਫੇਅਰ ਹੈ? ਨਹੀਂ, ਇਹੀ ਚੀਜ਼ ਮੈਂ ਸੋਚ ਰਿਹਾ ਕਿ ਦੂਸਰੇ ਪਾਸੇ ਜਿਹੜੇ ਦੋ ਗਰੁੱਪ ਨੇਗੇ, ਜਿਹੜੇ ਪਲੇਟ ਓਨਰ ਨੇਗੇ, ਜਿਹੜੇ ਜਿਨ੍ਹਾਂ ਨੇ ਪਲੇਟ ਬਾਏ ਕੀਤੀ ਹੈ, ਤੇ ਦੂਸਰੇ ਪਾਸੇ ਡਰਾਈਵਰ ਆ, ਉਹ ਫੁੱਲੀ ਇਗਨੋਰਡ ਨੇ। ਬਿਲਕੁਲ, ਹਾਂਜੀ। ਹੁਣ ਉਸ ਤੋਂ ਬਾਅਦ ਅਗਲਾ ਸਟੈਪ ਇਹ ਆਉਂਦਾ ਕਿ ਚਲੋ ਉਹਨਾਂ ਨੂੰ ਇਗਨੋਰ ਨਹੀਂ ਕਰਦੇ, ਤਾਂ ਵੀ ਉਹ ਜੇ ਪਰਮਨੈਂਟ ਰੈਜ਼ੀਡੈਂਸ ਤੇ ਸਿਟੀਜ਼ਨ ਨੂੰ ਵਿੱਚ ਲੈਂਦੇ ਨੇ, ਸਟੂਡੈਂਟ ਵੀਜ਼ਾ ਤੇ ਟੈਂਪਰੇਰੀ ਰੈਜ਼ੀਡੈਂਸ, ਤਾਂ ਫਿਰ ਵੀ ਜਿਹੜੇ ਟੈਂਪਰੇਰੀ ਵੀਜ਼ਾ ਵਾਲੇ ਨੇ ਉਹ ਫਿਰ ਇਗਨੋਰ ਨੇ, ਜਿਹੜੇ ਕਿ ਜ਼ਿਆਦਾ ਪਰਸੈਂਟੇਜ ਦੇ ਵਿੱਚ ਨੇ। ਸੋ ਇਹ ਇੱਕ ਮੁੱਦਾ ਵੱਡਾ ਰਹੂਗਾ। ਜਿਹੜੀ ਚੀਜ਼ ਮੇਰੇ ਦਿਮਾਗ ਦੇ ਵਿੱਚ ਰਾਈਟ ਨੂੰ ਆ ਰਹੀ ਹੈ ਪੂਰੀ ਗੱਲਬਾਤ ਦੇ ਦੌਰਾਨ, ਉਹ ਇਹ ਹੀ ਹੈ ਕਿ ਗਵਰਨਮੈਂਟ ਨੇ ਜੋ ਫੰਡਿੰਗ ਜਿਹੜੀ ਇਸ਼ੂ ਕੀਤੀ ਆ, ਉਹ ਫੰਡਿੰਗ ਜੇ ਉਹ ਫੰਡਿੰਗ ਵਧਾ ਦਿੱਤੀ ਜਾਂਦੀ ਆ, ਕਿੰਨੀ ਕੁ ਉਹ ਫੰਡਿੰਗ ਤੁਹਾਡੇ ਹਿਸਾਬ ਨਾਲ ਵੱਧ ਹੋਣੀ ਚਾਹੀਦੀ ਆ? ਮੈਂ ਤੁਹਾਡੇ ਵੱਲ ਵੀ ਆਉਣਾ ਪਰਮਿੰਦਰ ਜੀ, ਤੇ ਉਹ ਫੰਡਿੰਗ ਕਿੰਨੀ ਕੁ ਜ਼ਿਆਦਾ ਹੋਣੀ ਚਾਹੀਦੀ ਆ ਕਿ ਜਿਹੜੇ ਹੋਰ ਇੰਪਲਾਈਜ਼ ਕਿਸੇ ਹੋਰ ਸੈਕਟਰ 'ਚ ਕੰਮ ਕਰਦੇ ਨੇ, ਜਿਨ੍ਹਾਂ ਨੂੰ
ਜੌਬ ਸੀਕਰ ਜਾਂ ਜੌਬ ਕੀਪਰ ਦੇ ਤੌਰ ਤੇ ਫੰਡਿੰਗ ਮਿਲ ਰਹੀ ਹੈ, ਜਿਹੜੀ ਕਿ ਐਵਰੇਜ $1100 ਫੋਰਟਨਾਈਟਲੀ ਮਿਲ ਰਹੀ ਆ, ਕਿ ਉਸ ਨੂੰ ਐਟਲੀਸਟ ਉਸ ਨੂੰ ਰੀਚ ਕਰ ਜਾਵੇ, ਤਾਂ ਜੋ ਉਹਨਾਂ ਦਾ ਆਨਗੋਇੰਗ ਜੋ ਐਕਸਪੈਂਸਿਸ ਨੇ, ਜੋ ਡੇਲੀ ਲਿਵਿੰਗ ਐਕਸਪੈਂਸਿਸ ਨੇ, ਉਹ ਕਵਰ ਹੋ ਸਕਣ। ਤਾਂ ਕਿੱਥੇ ਤੱਕ ਇਹ ਫੰਡਿੰਗ ਹੋਣੀ ਚਾਹੀਦੀ ਹੈ, ਤਾਂ ਜੋ ਤਿੰਨੋਂ ਕੈਟਾਗਰੀਜ਼ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਕਵਰ ਹੋ ਜਾਣ, ਔਰ ਉਹਨਾਂ ਨੂੰ ਲੱਗੇ ਨਾ ਕਿ ਯਾਰ ਡਰਾਈਵਿੰਗ ਇੰਡਸਟਰੀ ਦੇ ਵਿੱਚ ਪੈ ਕੇ ਜਾਂ ਟੈਕਸੀ ਇੰਡਸਟਰੀ ਦੇ ਵਿੱਚ ਪੈ ਕੇ ਅਸੀਂ ਬੜੀ ਗਲਤੀ ਕੀਤੀ, ਸਾਨੂੰ ਹੁਣ ਆਪਣੀ ਜੌਬ ਨੇਚਰ ਉਹ ਚੇਂਜ ਕਰ ਲੈਣੀ ਚਾਹੀਦੀ ਹੈ ਫਿਊਚਰ ਦੇ ਵਿੱਚ, ਤਾਂ ਜੋ ਡਰਾਈਵਰਾਂ ਦੀ ਇਨ ਫਿਊਚਰ ਦੇ ਵਿੱਚ ਸ਼ਾਰਟੇਜ ਨਾ ਪਵੇ ਕਿਸੇ ਤਰੀਕੇ ਦਾ। ਦੇਖੋ, ਹਾਂਜੀ ਵੀਰ ਜੀ। ਹਾਂਜੀ ਪਰਮਿੰਦਰ ਜੀ ਤੁਸੀਂ ਬੋਲ ਸਕਦੇ ਹੋ। ਹਾਂਜੀ ਪਰਮਿੰਦਰ ਜੀ ਤੁਸੀਂ ਦੱਸੋ ਜੀ। ਹਾਂਜੀ ਜੀ, ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ, ਪਿਛਲੇ ਫਰਵਰੀ ਤੋਂ ਹੀ ਲੈ ਕੇ ਹੁਣ ਤੱਕ 70% ਆਫ ਜਿਹੜਾ ਬਿਜ਼ਨਸ ਹੈ ਉਹ ਟੈਕਸੀ ਦਾ ਚਲਾ ਗਿਆ। ਮਤਲਬ 70% ਜੌਬਸ ਹੁਣ ਬਹੁਤ ਘੱਟ ਆਉਂਦੀਆਂ। ਜੇ ਕੋਈ ਸਵੇਰ ਤੋਂ ਲੈ ਕੇ ਰਾਤ ਤੱਕ ਬੈਠਾ ਨਹੀਂ ਰਹਿੰਦਾ, ਮਸਾਂ $150-200 ਮਸਾਂ $150-200 ਉਹ ਕਮਾਉਂਦਾ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ, ਮਤਲਬ ਜਿਹੜਾ ਇੱਕ ਟੈਕਸੀ ਡਰਾਈਵਰ ਹੈ ਉਹਦੇ ਲਈ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਸਾਨੂੰ ਜਿਨ੍ਹਾਂ ਦੀਆਂ ਤਾਂ ਚਲੋ ਦੇਖ ਲਓ, ਜਿਹੜੇ ਇੱਕ ਗੁਰਪ੍ਰੀਤ ਨੇ ਮਿਸ ਕੀਤਾ ਸੀ, TVS ਜਿਹੜਾ ਉਹ ਚਾਰਜ ਕਰ ਰਿਹਾ, ਅਜੇ ਵੀ ਚਾਰਜ ਕਰ ਰਿਹਾ। TVS ਕੀ ਕਰ ਰਿਹਾ, ਤੁਹਾਨੂੰ ਚਾਰਜ ਲਾ ਕੇ ਪੂਰਾ ਜਿੰਨੀ ਹੈਗੀ ਹੈ ਬੇਸ ਫੀ ਹੈ, AIT ਦੀ ਹੈ ਜਿਹੜੀ 190 ਸੁਬਰਬਨ ਦੀ ਹੈ, ਇਸੇ ਤਰ੍ਹਾਂ ਜਿਹੜੀ ਹੈ। ਲੇਕਿਨ ਉਹ 60 ਚਾਰਜ ਜਿਹੜੇ ਹੈਗੇ ਆ $60 ਹੁਣ ਚਾਰਜ, ਥੋੜਾ ਜਿਹਾ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਇਹ ਠੀਕ ਠਾਕ ਹੁੰਦਾ, ਉਦੋਂ ਸਭ ਤੋਂ ਵਾਪਸ। ਦੂਜੀ ਗੱਲ ਇਹ ਹੈ ਕਿ ਜਿਹੜੇ ਖਰਚੇ ਆ ਇਸ ਟਾਈਮ, ਜਿਹੜਾ ਵੀ ਕੋਈ ਪਲੇਟ ਟੈਕਸੀ ਆਪਰੇਟਰ ਹੈ, ਉਹਨੇ ਜੇ ਕਾਰ ਚੱਲਦੀ ਰਹੇ, ਕਿਉਂਕਿ ਜੇ ਉਹ ਆਪ ਨਹੀਂ ਗੱਡੀ ਚਲਾ ਰਿਹਾ, ਜੇ ਡਰਾਈਵਰ ਕਰਾ ਰਹੇ ਆ, ਤੇ ਉਹਦਾ ਉਹ ਖਰਚੇ ਜਿਹੜੇ ਆ ਉਹ ਘਟਾ ਰਹੇ ਆ। ਜੇ ਉਹਦੇ ਜੇ ਉਹ ਗੱਡੀ ਤੁਹਾਡੇ ਲੋਨ ਤੇ ਕਰਦਾ, ਤੇ ਜਾਂ ਜਿਹੜੇ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਟੈਕਸੀ ਆਪਰੇਟਰ ਜਿਨ੍ਹਾਂ ਕੋਲੇ 50 ਤੋਂ ਜ਼ਿਆਦਾ ਗੱਡੀਆਂ, 40 ਤੋਂ ਜ਼ਿਆਦਾ ਗੱਡੀਆਂ, ਉਹ ਬੜਾ ਕੁਛ ਉਧਰੋਂ ਕਾਫੀ ਬੈਨੀਫਿਟ ਉਹ ਵੀ ਲੈ ਸਕਦੇ ਆ ਨਾ। ਤੇ ਜਿਹੜੇ ਹੈਗੇ ਆ ਡਰਾਈਵਰਸ ਲਈ ਬਹੁਤ ਔਖਾ ਹੈ। ਰਵਿੰਦਰ ਜੀ ਮੈਂ ਤੁਹਾਡੇ ਵੱਲ ਆਉਂਗਾ, ਮੈਂ ਤੁਹਾਨੂੰ ਰੋਕੂਗਾ, ਆਵਾਜ਼ ਕਲੀਅਰ ਨਹੀਂ ਆ ਰਹੀ। ਹੈਗਾ ਵੀ ਸਰਕਾਰ ਤਾਂ $800 ਜਿਹੜਾ ਆ, ਤੁਹਾਡੀ ਆਵਾਜ਼ ਜਿਹੜੀ ਸਾਡੇ ਕੋਲ ਕਲੀਅਰ ਨਹੀਂ ਆ ਰਹੀ। ਤੁਸੀਂ ਜਿਸ ਏਰੀਆ ਦੇ ਵਿੱਚ ਹੋ ਤਾਂ ਉੱਥੇ ਮੇਰੇ ਖਿਆਲ ਦੇ ਵਿੱਚ ਨੈਟਵਰਕ ਦਾ ਇਸ਼ੂ ਆ ਰਿਹਾ। ਤੁਹਾਡਾ ਨੈਟਵਰਕ ਦਾ ਇਸ਼ੂ ਆ ਰਿਹਾ, ਸਾਨੂੰ ਤੁਹਾਡੇ ਨੈਟਵਰਕ ਦਾ ਇਸ਼ੂ ਆ ਰਿਹਾ। ਮੈਂ ਤੁਹਾਨੂੰ ਹੋਲਡ ਕਰੂੰਗਾ, ਮੈਂ ਉਹੀ ਸਵਾਲ ਦੁਬਾਰਾ ਲੈ ਕੇ ਜਾਊਂਗਾ ਰੋਬਨ ਜੀ ਹੋਰਾਂ ਵੱਲ। ਰੋਬਨ ਜੀ ਤੁਸੀਂ ਮੈਨੂੰ ਦੱਸੋ, ਪਰ ਹੈਡ ਜੇ ਅਸੀਂ $1100 ਗੱਲ ਕਰਦੇ, ਤੁਹਾਨੂੰ ਪਤਾ ਹੋਊਗਾ ਐਵਰੇਜ ਕਿੰਨੇ ਕੁ ਡਰਾਈਵਰ ਇੰਡਸਟਰੀ ਦੇ ਵਿੱਚ ਨੇ, ਜੇ ਤੁਸੀਂ ਇਨਕਲੂਡ ਕਰੀਏ ਤੁਸੀਂ ਇਹਨਾਂ ਨੂੰ ਜਿਹੜੇ ਸਟੂਡੈਂਟ ਵੀਜ਼ਾ ਹੋਲਡਰ ਨੇ ਜਾਂ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ, ਟੈਂਪਰੇਰੀ ਵੀਜ਼ਾ ਹੋਲਡਰ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਪੈਸੇ ਹੋਰ ਬਣਦੇ ਨੇ ਸਰਕਾਰ ਨੂੰ ਅਨਾਉਂਸ ਕਰਨੇ, ਤਾਂ ਜੋ ਸਾਰੇ ਇੰਡਸਟਰੀ ਕਵਰ ਹੋ ਜਾਏ? ਬਿਕੋਜ਼ ਹਿਊਮਨ ਬੀਇੰਗ ਨੇ ਔਰ ਇਸੇ ਕੰਟਰੀ ਦੇ ਵਿੱਚ ਰਹਿ ਰਹੇ ਨੇ, ਔਰ ਸਾਰਿਆਂ ਨੂੰ ਘੱਟੋ ਘੱਟ ਜੇ ਦੂਸਰੇ ਆਮ ਜਿਹੜੇ ਹੋਰ ਕੈਟਾਗਰੀਜ਼ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ $1100 ਜੇ ਸਰਕਾਰ ਜੌਬ ਸੀਕਰ ਦੇ ਤੌਰ ਤੇ ਦੇ ਰਹੀ ਹੈ ਫੋਰਟਨਾਈਟਲੀ ਇਨ ਨੈਕਸਟ 6 months, then why we if federal government is not announcing, the state government should come forward and take an action. ਤੁਹਾਡਾ ਕੀ ਕਹਿਣਾ ਹੈ? ਸਰ ਦੇਖੋ, ਕੁਝ ਓਨਰਸ ਜਿਹੜੇ ਹੈਗੇ ਆ, ਉਹ ਜਿੱਦਾਂ ਕੁਝ ਸਿੰਗਲ ਓਨਰਸ ਹੈਗੇ ਆ, ਖੁਦ ਵੀ ਗੱਡੀ ਚਲਾਉਂਦੇ ਆ, ਠੀਕ ਹੈ, ਤੇ ਆਲਮੋਸਟ ਹਰ ਗੱਡੀ ਤੇ 2 ਡਰਾਈਵਰ ਹੁੰਦੇ ਆ ਮੋਸਟ ਲਾਈਕਲੀ। ਤਾਂ ਸਰ ਸਿੱਧੀ ਜੀ ਮੇਰੀ ਇਹ ਕੈਲਕੂਲੇਸ਼ਨ ਉਹ ਕਹਿੰਦੀ ਹੈ ਜਿੱਦਾਂ 5.2 ਮਿਲੀਅਨ ਸੀਗਾ, ਠੀਕ ਹੈ, ਉਹਦਾ ਮੇਰੇ ਖਿਆਲ ਨਾਲ ਰਫਲੀ 10 ਮਿਲੀਅਨ ਹੋਣਾ ਚਾਹੀਦਾ, ਤਾਂ ਹੀ ਸਾਰਿਆਂ ਨੂੰ ਫੰਡਿੰਗ ਮਿਲ ਸਕਦੀ ਹੈ।
owners including drivers and plate owners. ਰਫਲੀ ਜਿਹੜਾ ਤੁਸੀਂ ਆਈਡੀਆ ਦੇ ਰਹੇ ਹੋ। Yeah, roughly 10 million. ਜੀ, ਤਾਂ ਇਸ ਦੇ ਵਿੱਚ ਤਿੰਨੋਂ ਜਿਹੜੇ ਗਰੁੱਪ ਨੇ ਉਹ ਕਵਰ ਹੋ ਜਾਣਗੇ ਈਜ਼ੀਲੀ। Hopefully. ਬਾਕੀ ਗਵਰਨਮੈਂਟ ਨੂੰ ਵਰਕਆਊਟ ਕਰਨਾ ਪਏਗਾ ਬਟ ਰਫਲੀ ਐਜ਼ ਬਾਈ ਮਾਈ ਕੈਲਕੂਲੇਸ਼ਨ ਰਫਲੀ ਤੇ ਆਲਮੋਸਟ ਡਬਲ ਹੋਣਾ ਚਾਹੀਦਾ। ਜੀ, ਮੈਂ ਗੁਰਪ੍ਰੀਤ ਜੀ ਵੱਲ ਜਾਊਂਗਾ। ਗੁਰਪ੍ਰੀਤ ਜੀ, ਤੁਸੀਂ ਪੈਨ ਵੀ ਆ ਤੁਹਾਡੇ ਹੱਥ ਦੇ ਵਿੱਚ, ਕਾਪੀ ਵੀ ਆ, ਤੁਸੀਂ ਕੈਲਕੂਲੇਸ਼ਨਸ ਵੀ ਥੋੜੀ ਬਹੁਤੀ ਕਰ ਰਹੇ ਹੋਵੋਗੇ। ਜਦੋਂ ਮੈਂ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਇਹ ਚੀਜ਼ ਆਪਣੇ ਲੈਟਰਸ ਦੇ ਵਿੱਚ ਮੈਂਸ਼ਨ ਕੀਤੀ ਆ ਜਾਂ ਤੁਸੀਂ ਸਿੰਪਲ ਅਜੇ ਫਾਰਮਲੀ ਫਸਟ ਲੈਟਰ ਹੀ ਭੇਜਿਆ ਕਿ ਇਨ ਕੇਸ they are approaching back to you, all of you, so then you can discuss that settlement somewhere? ਦੇਖੋ, ਮੈਂ ਤਿੰਨਾਂ ਪਾਰਟੀਆਂ ਦੇ ਬਿਹਾਫ ਤੇ ਤਾਂ ਨਹੀਂ ਗੱਲ ਕਰ ਸਕਦਾ। ਫॉर ਦਾ ਟਾਈਮਿੰਗ ਮੈਂ ਤਾਂ ਐਜ਼ ਅ ਟੈਕਸੀ ਡਰਾਈਵਰ ਦੇ ਬਿਹਾਫ ਤੇ ਗੱਲ ਕਰੂੰਗਾ ਤੇ ਮੈਂ ਜਿਹੜਾ ਮੁੱਦਾ ਚੱਕਿਆ ਸੀ ਉਹ ਵੀ ਟੈਕਸੀ ਡਰਾਈਵਰਸ ਦੇ ਬਿਹਾਫ ਤੇ ਮੁੱਦਾ ਚੱਕਿਆ ਸੀਗਾ। ਹਾਂ, ਮੈਂ ਇਹ ਕਹਿ ਸਕਦਾ ਵੀ ਤੁਸੀਂ ਤਿੰਨੋਂ ਪਾਰਟੀਆਂ ਨੂੰ ਇਨਵੋਲਵ ਕਰੋ, ਪਰ ਬੇਸਿਕ ਜਿਹੜਾ ਸਾਡਾ ਹੋਏਗਾ ਐਮਫੋਸਿਸ, ਮੇਰਾ ਐਮਫੋਸਿਸ ਹੋਏਗਾ ਉਹ ਟੈਕਸੀ ਡਰਾਈਵਰਸ ਤੇ ਹੋਏਗਾ। ਕਿਉਂਕਿ ਜੇ ਤੁਸੀਂ ਹਿਸਟਰੀ ਦੇ ਵਿੱਚ ਦੇਖੋ ਪਿਛਲੇ 12-14 ਸਾਲ ਦੇ ਵਿੱਚ ਜਿਹੜੀ ਵੀ ਪਾਰਟੀ ਜੇ ਕੋਈ ਇਗਨੋਰ ਹੋਇਆ ਤਾਂ ਟੈਕਸੀ ਡਰਾਈਵਰ ਹੀ ਹੋਇਆ। ਟੈਕਸੀ ਡਰਾਈਵਰ ਨੂੰ ਕਦੀ ਵੀ ਰਿਲੀਫ ਪੈਕੇਜ ਨਹੀਂ ਮਿਲਿਆ ਕਿਸੇ ਵੀ ਗੌਰਮੈਂਟ ਵੱਲੋਂ। ਠੀਕ ਹੈ ਜੀ, ਤੇ ਮੇਰਾ ਐਮਫੋਸਿਸ ਜਿਹੜਾ ਹੋਗਾ ਬੇਸਿਕਲੀ ਉਹ ਟੈਕਸੀ ਡਰਾਈਵਰਸ ਤੇ ਹੀ ਕੰਸਨਟਰੇਟ ਹੋਏਗਾ। ਮੈਂ ਬਾਕੀ ਪਾਰਟੀਜ਼ ਦੀ ਗੱਲ ਨਹੀਂ ਕਰੂੰਗਾ, ਉਹ ਬਾਕੀ ਹੈਗੇ ਨੇ, ਤੁਹਾਡੇ ਕੋਲ ਨੁਮਾਇੰਦੇ ਹੈਗੇ ਨੇ, ਹੋਰ ਵੀ ਹੈਗੇ ਨੇ, ਉਹ ਗੱਲ ਕਰ ਸਕਦੇ ਨੇ ਜਿਹੜੇ ਐਕਸਪਰਟਸ ਨੇ ਉਸ ਦੇ ਵਿੱਚ। ਠੀਕ ਹੈ ਜੀ, ਤੇ ਮੈਂ ਟੈਕਸੀ ਡਰਾਈਵਰਸ ਤੇ ਕਿਉਂ ਗੱਲ ਕਰੂੰਗਾ ਕਿਉਂਕਿ ਮੈਂ ਖੁਦ ਟੈਕਸੀ ਡਰਾਈਵਰ ਰਿਹਾ ਵਾਂ ਤੇ ਮੈਂ ਦੇਖਿਆ ਵਾ ਵੀ ਟੈਕਸੀ ਡਰਾਈਵਰ ਹਮੇਸ਼ਾ ਨੈਗਲੈਕਟ ਹੁੰਦਾ। ਫਰੰਟ ਲਾਈਨ ਵਰਕਰ ਆ ਤੁਸੀਂ। ਆਪਾਂ ਸਾਰੇ ਜਾਣੇ ਨਰਸਿਸ ਦੀ ਗੱਲ ਕਰਦੇ ਹਾਂ, ਡਾਕਟਰਸ ਦੀ ਗੱਲ ਕਰਦੇ ਹਾਂ, ਠੀਕ ਹੈ ਜੀ, ਪਰ ਆਪਾਂ ਏਜ ਕੇਅਰ ਵਰਕਰਸ ਦੀ ਗੱਲ ਕਰਦੇ ਹਾਂ, ਪਰ ਆਪਾਂ ਕਿਤੇ ਨਾ ਕਿਤੇ ਟੈਕਸੀ ਡਰਾਈਵਰ ਨੂੰ ਇਗਨੋਰ ਕਰ ਦਿੰਦੇ ਹਾਂ। ਜੇ ਤੁਸੀਂ ਕਿਤੇ ਵੀ ਦੇਖੋਗੇ ਕਿਸੇ ਵੀ ਪਾਰਟੀ, ਲੇਬਰ ਹੋਵੇ, ਲਿਬਰਲਸ, ਉਹ ਇਗਨੋਰ ਕਰਦੀਆਂ ਆ ਰਹੀਆਂ ਨੇ ਟੈਕਸੀ ਡਰਾਈਵਰਸ ਨੂੰ। ਜਿਵੇਂ ਆਪਾਂ ਕਹਿ ਲਈਏ ਵੀ ਟੈਕਸੀ ਡਰਾਈਵਰ ਐਗਜ਼ਿਸਟ ਹੀ ਨਹੀਂ ਕਰਦਾ ਉਹਨਾਂ ਲਈ। ਠੀਕ ਹੈ ਜੀ, ਤੇ ਮੇਰਾ ਐਮਫੋਸਿਸ ਇਸੇ ਕਰਕੇ ਮੈਂ ਕਹਿ ਰਿਹਾ, ਮੈਂ ਬਾਰ-ਬਾਰ ਮੇਰਾ ਐਮਫੋਸਿਸ ਟੈਕਸੀ ਡਰਾਈਵਰ ਦੀ ਰਹਿਣਗੇ ਜਿਹੜੇ ਵਿਚ ਆਰ ਆਲਵੇਸ ਨੈਗਲੈਕਟਡ। ਠੀਕ ਹੈ ਨਾ। ਕਿੰਨੇ ਕੁ ਟੈਕਸੀ ਡਰਾਈਵਰ ਨੇ ਕੁੱਲ ਆਪਣੀ ਇੰਡਸਟਰੀ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ, ਇਨਕਲੂਡਡ ਇੰਡੀਅਨਸ ਔਰ ਨਾਨ ਇੰਡੀਅਨਸ? ਆਪਾਂ ਜੇ ਲਾਈਏ ਪਾਰਟ ਟਾਈਮ ਐਂਡ ਫੁੱਲ ਟਾਈਮ ਲਾਈਏ ਤੇ ਤਕਰੀਬਨ 5000 ਟੈਕਸੀ ਡਰਾਈਵਰ ਹੋਣਗੇ ਸਾਊਥ ਆਸਟ੍ਰੇਲੀਆ ਦੇ ਵਿੱਚ। ਉਹਨਾਂ ਵਿੱਚ ਮੈਂ ਪਾਰਟ ਟਾਈਮ ਇਸ ਲਈ ਕਿਹਾ ਜਿਹੜੇ 1 ਜਾਂ 2 ਸ਼ਿਫਟਾਂ ਹੀ ਚਲਾਉਂਦੇ ਨੇ। ਠੀਕ ਹੈ ਜੀ, ਤਾਂ ਜਾਂ ਜਿਹੜੇ ਮਹੀਨੇ 'ਚ 1 ਵਾਰੀ ਜਾਂ 2 ਮਹੀਨੇ 'ਚ 2 ਵਾਰੀ ਚਲਾਉਣਗੇ ਵੀ ਉਹ ਇਨਕਲੂਡਡ 5000 ਤਕਰੀਬਨ ਹੋਣਗੇ। ਆਪਾਂ ਇਹ ਕਹਿ ਸਕਦੇ ਹਾਂ 5000 ਡਰਾਈਵਰ ਹੋਏਗਾ। ਆਪਾਂ ਇਹ ਨਹੀਂ ਕਹਿ ਰਹੇ 5000 ਦੇ 5000 ਡਰਾਈਵਰ ਨੂੰ ਤੁਸੀਂ ਕੰਪਨਸੇਟ ਕਰੋ। ਆਪਾਂ ਇਹ ਕਹਿ ਸਕਦੇ ਜਿਹੜਾ ਇਸ ਵਕਤ ਇਸ ਘੜੀ ਦੇ ਵਿੱਚ ਪੈਂਡੈਮਿਕ ਦੇ ਵਿੱਚ ਕੰਮ ਕਰ ਰਿਹਾ ਵਾ, ਤੁਸੀਂ ਉਹਨੂੰ ਘੱਟੋ ਘੱਟ ਇੰਸਟੈਂਟ ਰਿਲੀਫ ਤਾਂ ਦਿਓ। ਜਿਹੜੀ ਤੁਸੀਂ ਲੈਵੀ ਲੈਂਦੇ ਹੋ ਉਹਨੂੰ ਦਿਓ। ਦੈਟ ਵਾਜ਼ ਦਾ ਇੰਸਟੈਂਟ ਰਿਲੀਫ। ਠੀਕ ਹੈ ਜੀ, ਵੀ ਜਿਹੜਾ ਕੰਮ ਕਰ ਰਿਹਾ ਵਾ ਉਹਨੂੰ ਇੰਸਟੈਂਟ ਰਿਲੀਫ ਮਿਲਣੀ ਚਾਹੀਦੀ ਹੈ ਬਿਕੋਜ਼ ਹੀ ਇਜ਼ ਅ ਫਰੰਟ ਲਾਈਨ ਵਰਕਰ। ਉਹ ਆਪਣੀ ਜਾਨ ਜੋਖਮ 'ਚ ਡਾਗ ਪਾ ਕੇ, ਠੀਕ ਹੈ ਜੀ, ਉਹ ਕੰਮ ਕਰ ਰਿਹਾ ਵਾ। ਠੀਕ ਹੈ ਜੀ, ਤੇ ਉਹਨੂੰ ਇਹ ਇੰਨਾ ਤਾਂ ਆਪਾਂ ਕਰ ਸਕਦੇ ਹਾਂ ਵੀ ਸਰਕਾਰ ਵੀ ਇੰਨਾ ਬੈਨੀਫਿਟ ਦੇਵੇ, ਉਹਨੂੰ $1 ਲੈਵੀ ਸਟੇਟ ਵੀ ਦਿੱਤੀ ਜਾਵੇ। ਠੀਕ ਹੈ ਜੀ, ਪਹਿਲੀ ਕੰਸਰਨ ਇਹ ਸੀ। ਦੂਸਰੀ ਸੀਗੀ ਵੀ ਜਿਹੜੇ ਹੁਣ ਕੰਮ ਕੌਣ ਕਰ ਰਹੇ ਨੇ ਇਸ ਵੇਲੇ ਟੈਕਸੀ ਡਰਾਈਵਰ, ਮੈਜੋਰਟੀ ਆਫ ਟੈਕਸੀ ਡਰਾਈਵਰ ਜਿਹੜੇ ਇਸ ਵਕਤ ਕੰਮ ਕਰ ਰਹੇ ਨੇ। ਮੈਂ ਨਹੀਂ ਕੰਮ ਕਰ ਰਿਹਾ ਕਿਉਂਕਿ ਮੈਂ ਪੱਕਾ ਹਾਂ। ਠੀਕ ਹੈ ਜੀ, ਕੌਣ ਕੰਮ ਕਰ ਰਿਹਾ ਤੁਸੀਂ ਆਪ ਸੋਚ ਸਕਦੇ ਹੋ, ਜਿਹੜੇ ਸਟੂਡੈਂਟ ਨੇ ਜਾਂ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ। ਤੇ ਉਹਨਾਂ ਲਈ ਕੀ ਕਰ ਰਹੇ ਆ, ਸਰਕਾਰ ਕਰੇ ਕੁਛ ਨਾ ਕਰੇ, ਪਰ ਆਪਾਂ ਜੇ ਕਹਿ ਲਈਏ ਵੀ ਆਪਾਂ ਹੁਣ ਜੇ ਮੈਂ ਟੈਕਸੀ ਓਨਰ ਹੁੰਦਾ, ਮੈਂ ਜਿਹੜੀ ਪੋਸਟ ਪਾਈ ਸੀ, ਜੇ ਤੁਹਾਨੂੰ ਯਾਦ ਹੋਵੇ ਤੁਸੀਂ ਫੇਸਬੁੱਕ ਤੇ ਜਾਓਗੇ, 10 ਤਰੀਕ ਨੂੰ ਮੈਂ ਪੋਸਟ ਪਾਈ ਸੀ, ਸਰਕਾਰ ਨੇ ਤੁਹਾਨੂੰ ਪੈਸੇ ਦਿੱਤੇ, ਦੈਟਸ ਵੈਲ ਐਂਡ ਗੁੱਡ, ਫੇਅਰ ਐਨਫ। ਠੀਕ ਹੈ ਜੀ, ਪਰ ਤੁਹਾਨੂੰ ਆਪਣੇ ਬਿਹਾਫ ਤੇ ਵੀ ਕੁਛ ਵਰਕਆਊਟ ਹੈਲਪ ਆਊਟ ਕਰਨੀ ਚਾਹੀਦੀ ਆ। ਪਰ ਅਨਫੋਰਚੂਨੇਟਲੀ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ, ਇੱਕ ਵੀ ਟੈਕਸੀ ਓਨਰ ਜਾਂ ਓਪਰੇਟਰ ਕਿਸੇ ਨੇ ਵੀ ਪਬਲਿਕ ਸਟੇਟਮੈਂਟ ਦਿੱਤੀ? ਤੁਸੀਂ ਦੱਸੋ, ਕਿਸੇ ਨੇ ਪਬਲਿਕ ਸਟੇਟਮੈਂਟ ਦਿੱਤੀ ਵੀ ਹਾਂ ਆਪਾਂ ਹੈਲਪ ਕਰਾਂਗੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ? ਦੱਸੋ, ਤੁਸੀਂ ਦੱਸੋ। ਜੀ ਪਰਸਨਲੀ ਮੇਰੀ ਆਪਣੀ ਡਿਸਕਸ਼ਨ ਹੋਈ ਹੈ ਜਿਨ੍ਹਾਂ ਦੇ ਨਾਲ, 1-2 ਨਾਲ, ਤਾਂ ਕੁਝ ਇਸ ਚੀਜ਼ ਲਈ ਆਏ ਨੇ, ਬਟ ਮੇਰੇ ਖਿਆਲ ਦੇ ਵਿੱਚ ਕਿਉਂਕਿ ਉਹ ਜੁਆਇੰਟਲੀ ਉਹਨਾਂ ਨੇ ਗੱਲ ਕਰਨੀ ਚਾਹੁੰਦੇ ਹੋਣਗੇ, ਉਹਨਾਂ ਨੇ ਅਜੇ ਉਹ ਕਿਤੇ ਨਾ ਕਿਤੇ ਆਪਣੇ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਸਪੋਰਟ ਵੀ ਕਰਨਾ ਚਾਹੁੰਦੇ ਨੇ। ਹੁਣ ਜੇ ਅਸੀਂ ਇਸ ਸਿਨੈਰੀਓ ਨੂੰ ਥੋੜਾ ਜਿਹਾ ਦੂਜੇ ਲੋਟ ਚੇਂਜ ਕਰ ਲਈਏ ਕਿ ਮੰਨ ਲਓ ਸਾਡੀ ਰਿਕੁਐਸਟ ਆ ਜਿਹੜੀ ਗਵਰਨਮੈਂਟ ਵੱਲੋਂ ਅਪਰੂਵ ਨਹੀਂ ਹੁੰਦੀ, ਅਸੀਂ ਜੋ ਰਿਕੁਐਸਟ ਕਰ ਰਹੇ ਹਾਂ ਗਵਰਨਮੈਂਟ ਉਸ ਤੇ ਕੋਈ ਐਕਸਟਰਾ ਐਕਸ਼ਨ ਨਹੀਂ ਲੈਂਦੀ, ਤੇ ਜੋ ਪੈਸੇ ਆਏ ਨੇ ਉਹ ਸਿਰਫ ਆਪਰੇਟਰਸ ਨੂੰ ਆ ਰਹੇ ਨੇ, ਤਾਂ ਐਥੀਕਲੀ ਲੀਗਲੀ ਐਥੀਕਲੀ ਕੀ ਸੋਚਦੇ ਹੋ ਤੁਸੀਂ ਐਜ਼ ਏ ਡਰਾਈਵਰ ਦੀ ਸਾਈਡ ਤੇ ਜਦੋਂ ਤੁਸੀਂ ਗੱਲ ਕਰ ਰਹੇ ਹੋ, ਕੀ ਉਹਨਾਂ ਨੂੰ ਕਿੰਨੀ ਕੁ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਆ, ਕਿੰਨਾ ਲੋਕਾਂ ਨਾਲ ਸਪੋਰਟ ਤੇ ਕਰਨਾ ਚਾਹੀਦਾ ਤਾਂ ਜੋ ਅਸੀਂ ਪ੍ਰੂਵ ਕਰ ਸਕੀਏ ਕਿ
as a community, how we can support to each other? ਭਾਜੀ Ethically ਜੇ ਅਸੀਂ ਗੱਲ ਕਰੀਏ, ਮੈਂ 10 ਤਰੀਕ ਨੂੰ ਐਥੀਕਲੀ ਗੱਲ ਕੀਤੀ ਸੀ। ਮੈਂ ਕੋਈ ਸਰਕਾਰ ਕੋਲ ਮੰਗ ਨਹੀਂ ਕੀਤੀ ਸੀ। ਸਰਕਾਰ ਤੋਂ ਮੰਗ ਜਿਹੜੀ ਆਪਾਂ ਕੀਤੀ ਆਪਾਂ 15 ਤਰੀਕ ਨੂੰ ਕੀਤੀ, ਆਫੀਸ਼ੀਅਲੀ ਜਿਹੜਾ ਲੈਟਰ ਪਾਇਆ 14-15 ਤਰੀਕ ਨੂੰ, ਠੀਕ ਹੈ ਜੀ। ਜਿਹੜੀ 10 ਤਰੀਕ ਨੂੰ ਮੈਂ ਟੈਕਸੀ ਓਨਰਸ ਤੋਂ ਮੰਗ ਕੀਤੀ ਸੀ, ਮੈਂ ਹਜੇ ਵੀ ਮੇਰੇ ਫੇਸਬੁੱਕ ਤੇ ਪੋਸਟ ਹੈਗਾ ਵਾ, ਮੈਂ ਤੁਹਾਨੂੰ ਥੋੜਾ ਜਿਹਾ ਬਹੁਤ ਵੱਡਾ ਨਹੀਂ, ਥੋੜਾ ਸੁਣਾਉਂਗਾ ਪੜ੍ਹ ਕੇ। ਟੈਕਸੀ ਡਰਾਈਵਰਸ ਇਨ ਐਡਲੇਡ ਆਰ ਮੋਸਟਲੀ ਔਨ ਟੈਂਪਰਰੀ ਵੀਜ਼ਾਸ ਐਂਡ ਨਾਟ ਐਲੀਜੀਬਲ ਫॉर ਜॉब सीकर और जॉब कीपर पेमेंट्स, ठीक है जी। वी सजेस्ट taxi owners should come forward and share the financial support received from state government and distribute appropriately, मैं नहीं कहा भी सारी दो, and distribute appropriately among taxi drivers who can't get the benefits from the government, ठीक है जी। ਜਿਹੜੇ ਸਰਕਾਰ ਤੋਂ ਪੈਸਾ ਨਹੀਂ ਲੈ ਸਕਦੇ, ਟੈਕਸੀ ਓਨਰਸ ਫਾਰਵਰਡ ਆਉਣ, ਉਹਨਾਂ ਦੀ ਆਪਣੇ ਬਣਦੇ ਯੋਗਦਾਨ, ਜਿੰਨਾ ਬਣਦਾ ਯੋਗਦਾਨ ਉਹਨਾਂ ਦੀ ਹੈਲਪ ਆਊਟ ਕਰਨ, ਠੀਕ ਹੈ ਜੀ। ਸਾਨੂੰ ਸਾਰਿਆਂ ਨੂੰ, ਵੀ ਮਸਟ ਆਲ ਐਕਨੋਲੇਜ that drivers are backbone of the taxi industry and should get their due share. We are hopeful that taxi owners will understand the circumstances of temporary visa holders and help them out as government has helped the taxi owners. ਬਸ ਮੈਂ ਆਹ ਕਮੈਂਟ ਕੀਤਾ ਸੀਗਾ 10 ਤਰੀਕ ਨੂੰ, ਜਿਸ ਤੋਂ ਬਾਅਦ ਮੈਨੂੰ ਇੱਕ ਥ੍ਰੈਟਨਿੰਗ ਕਾਲ ਵੀ ਆਈ ਰਾਤ ਨੂੰ, ਤੇ ਠੀਕ ਹੈ ਜੀ। ਤੇ ਜਿਹੜਾ ਕਿ ਮੈਂ ਐਕਸਪੈਕਟ ਨਹੀਂ ਕਰਦਾ ਸੀਗਾ ਵੀ ਟੈਕਸੀ ਓਨਰਸ ਨੂੰ ਆਪਣਾ ਦਿਲ ਬੜਾ ਦਿਖਾਉਣਾ ਚਾਹੀਦਾ ਸੀ, ਵੀ ਇੰਨੇ ਛੋਟੇ ਨਾ ਬਣਦੇ। ਵੀ ਓਨਰ ਵਰਡ ਯੂਜ਼ ਕਰ ਰਹੇ ਹੋ ਤੁਸੀਂ, ਟੈਕਸੀ ਓਨਰ ਮੀਨਸ ਟੈਕਸੀ ਆਪਰੇਟਰਸ। ਹਾਂਜੀ, ਟੈਕਸੀ ਆਪਰੇਟਰਸ, ਹਾਂਜੀ। The plate owner is the person who is buying a plate first. ਉਸ ਸਟੇਜ ਤੇ ਬੈਠੇ, ਉਹ ਡਿਫਰੈਂਟ ਕੈਟਾਗਰੀ ਹੈ। ਟੈਕਸੀ ਓਨਰ ਜਾਂ ਟੈਕਸੀ ਆਪਰੇਟਰ ਵਰਡਸ ਉਹ ਇੱਕੋ ਹੀ ਕੈਟਾਗਰੀ ਦੇ ਵਿੱਚ ਅਸੀਂ ਉਹਨਾਂ ਦੋਨਾਂ ਨੂੰ, ਹਾਂਜੀ, ਓਨਰ ਆਪਰੇਟਰ ਇੱਕੋ ਹੀ ਕੈਟਾਗਰੀ 'ਚ ਆ ਜਾਂਦਾ ਵਾ, ਵੀ ਆਪਾਂ ਓਨਰ ਵੀ ਕਹਿ ਦਿੰਦੇ ਆ ਤੇ ਆਪਰੇਟਰ ਵੀ ਕਹਿ ਦਿੰਦੇ ਆ। ਜੇ ਲੀਗਲੀ ਟਰਮ ਦੇਖੀਏ, ਲੀਗਲੀ ਆਪਰੇਟਰਸ ਟਰਮ ਆ, ਜਿਹੜੇ ਲੀਗਲ ਟਰਮ ਆ, ਉਦਾਂ ਆਪਾਂ ਆਪਣੀ ਭਾਸ਼ਾ ਦੇ ਵਿੱਚ ਓਨਰ ਕਹਿ ਦਿੰਦੇ ਆ, ਵੀ ਓਨਰ, ਟੈਕਸੀ ਓਨਰ ਆ, ਠੀਕ ਹੈ ਜੀ। ਤੇ ਤੁਹਾਡੀ ਰਿਕੁਐਸਟ ਜਿਹੜੇ ਪਹਿਲੇ ਪੋਸਟ ਦੇ ਵਿੱਚ ਗਈ ਸੀ, ਉਹਨਾਂ ਨੂੰ ਗਈ ਸੀ ਕਿ ਸਾਨੂੰ ਐਥੀਕਲੀ ਸਾਨੂੰ ਸਪੋਰਟ ਕਰਨੀ ਚਾਹੀਦੀ ਆਪਣੇ ਡਰਾਈਵਰਸ ਨੂੰ। ਬਿਲਕੁਲ ਜੀ। ਤੇ ਉਸ ਤੋਂ ਬਾਅਦ ਹੀ ਮੈਨੂੰ ਮੈਂ 1-1.5 ਵਜੇ ਪੋਸਟ ਪਾਈ ਸੀਗੀ, ਤੇ ਜਿਹਦਾ ਮੈਨੂੰ ਬਹੁਤ ਓਵਰਵੈਲਮਿੰਗ ਰਿਸਪੌਂਸ ਮਿਲਿਆ ਸੀ ਆਪਣੇ ਸਟੂਡੈਂਟਸ ਵੱਲੋਂ ਤੇ ਟੈਕਸੀ ਡਰਾਈਵਰਾਂ ਵੱਲੋਂ, ਵੀ ਹਾਂ ਇੱਦਾਂ ਹੋਣਾ ਚਾਹੀਦਾ ਹੈ। ਤੇ ਸ਼ਾਮ ਨੂੰ, ਰਾਤ ਨੂੰ ਮੈਨੂੰ ਥ੍ਰੈਟਨਿੰਗ ਕਾਲ ਆਈ, ਤੇਰੀ ਦੇਖ ਲਾਂਗੇ, ਤੇਰੀ ਫੈਮਿਲੀ ਨੂੰ, ਤੈਨੂੰ ਦੇਖ ਲਾਂਗੇ, ਤੇ ਵਿਚ ਵਾਜ਼ ਵੈਰੀ ਸ਼ੌਕਿੰਗ ਐਂਡ ਆਈ ਵਾਜ਼ ਰੀਅਲੀ ਵੈਰੀ ਡਿਸਟਰਬ। ਵੀ ਮੈਂ ਕੋਈ ਕਿਸੇ ਕੋਲ ਪੈਸੇ ਖੋਏ ਨਹੀਂ ਹੈਗੇ, ਮੈਂ ਤਾਂ ਇਹ ਕਿਹਾ ਸੀ ਵੀ ਤੁਸੀਂ ਹੈਲਪ ਆਊਟ ਕਰੋ, ਠੀਕ ਹੈ ਜੀ। ਵੀ ਇਹ ਕਿੰਨੀ ਮੰਦਭਾਗੀ ਗੱਲ ਆ। 10 ਤਰੀਕ ਤੇ ਅੱਜ ਕਿੰਨੀ ਤਰੀਕ ਹੋ ਗਈ ਜੀ? 19 ਤਰੀਕ ਹੋ ਗਈ। 9 ਦਿਨ ਹੋ ਗਏ ਨੇ, ਕੋਈ ਵੀ ਟੈਕਸੀ ਓਨਰ ਜਾਂ ਆਪਰੇਟਰ ਹਜੇ ਤਾਈਂ ਪਬਲਿਕਲੀ ਨਹੀਂ ਆਇਆ ਵੀ ਹਾਂ ਵੀ ਆਪਾਂ ਹੈਲਪ ਆਊਟ ਕਰਾਂਗੇ। ਇੱਕਾ ਦੁੱਕਾ ਹੋਣਗੇ ਜਿਹੜੇ ਕਹਿੰਦੇ ਹੋਣਗੇ ਆਪਣੇ ਡਰਾਈਵਰ ਨੂੰ ਕੋਈ ਨਹੀਂ ਆਪਾਂ ਦੇਖ ਲਾਂਗੇ, ਬਟ ਜੇ ਆਪਾਂ ਕਹੀਏ ਟੈਕਸੀ ਇੰਡਸਟਰੀ ਦੇ ਵਿੱਚ ਜਿਹੜੇ ਆਪਣੇ ਲੀਡਰਸ ਨੇ, ਠੀਕ ਹੈ ਨਾ, ਓਨਰਸ ਜਾਂ ਕਹੀਏ ਜੇ ਉਹ ਲੀਡਰਸ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੀਗਾ, ਕਿਉਂ ਨਹੀਂ ਆਏ? 9 ਦਿਨ ਕੀ ਕਰੀ ਗਏ ਉਹ, ਠੀਕ ਹੈ ਨਾ। ਮੇਰਾ ਕੁਐਸਚਨ ਹੈ, ਜੇ ਆਉਣ ਤੁਹਾਡੇ ਸ਼ੋਅ ਦੇ ਵਿੱਚ ਆਉਣ, ਤੁਸੀਂ ਪੁੱਛਿਓ ਵੀ ਤੁਸੀਂ 9 ਦਿਨ ਕੀ ਕੀਤਾ, ਠੀਕ ਹੈ ਜੀ। ਜੀ ਬਿਲਕੁਲ। ਅੱਛਾ, ਇੱਕ ਹੋਰ ਕੁਐਸਚਨ ਜਾਂਦਾ, ਤੁਸੀਂ ਇਸ ਪੂਰੀ ਜਿਹੜੀ ਇੱਕ ਘਟਨਾਕ੍ਰਮ ਚੱਲਿਆ ਉਸ ਦਾ ਤੁਸੀਂ ਜਾਣੇ ਜਾਂ ਅਣਜਾਣੇ ਹਿੱਸਾ ਬਣ ਗਏ ਹੋ, ਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਉਹ ਪੋਸਟ ਪਾ ਰਹੇ ਸੋ ਤਾਂ ਤੁਹਾਨੂੰ ਹੋ ਸਕਦਾ ਨਹੀਂ ਪਤਾ ਸੀਗਾ ਕਿ ਮੈਨੂੰ ਥ੍ਰੈਟਨਿੰਗ ਕਾਲਸ ਵੀ ਆ ਜੂਗੀ ਜਾਂ ਇਸ ਤਰ੍ਹਾਂ ਦਾ ਵੀ। ਕੀ ਤੁਸੀਂ ਜਿਹੜੇ ਲੋਕਲ ਸਾਡੇ ਕਮਿਊਨਿਟੀ ਲੀਡਰ ਜੋ ਸੋ ਕਾਲਡ ਅਸੀਂ ਕਹੇ ਕਿ ਲੀਡਰ ਕਹਾਉਂਦੇ ਆ ਜਾਂ ਵੋਟਾਂ ਦੇ ਵਿੱਚ ਖੜਾ ਹੋਣ ਦੀ ਕੋਸ਼ਿਸ਼ ਕਰਦੇ ਆ ਜਾਂ ਆਪਣੇ ਆਪ ਨੂੰ ਉਸ ਕੈਟਾਗਰੀ ਦੇ ਵਿੱਚ ਰੱਖਦੇ ਆ, ਉਹਨਾਂ ਵੱਲੋਂ ਕਿਸੇ ਵੱਲੋਂ ਤੁਹਾਨੂੰ ਸਪੋਰਟ ਮਿਲੀ ਜਾਂ ਤੁਸੀਂ ਕਿਸੇ ਨੂੰ? ਜੀ, ਬਿਕੋਜ਼ ਤੁਸੀਂ ਪਬਲਿਕਲੀ ਗੱਲ ਕੀਤੀ ਆ, ਪਬਲਿਕ ਦੇ ਸਾਹਮਣੇ ਆਈ ਆ, ਕੀ ਦੇ ਸਟੈਪ ਇਨ ਟੂ ਸਪੋਰਟ ਯੂ ਐਟ ਦਿਸ ਸਟੇਜ? ਮੈਂ ਉਹੀ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ ਵਾਂ। ਉਹ ਲੀਡਰਸ ਨੇ ਕਿਤੇ ਵੀ ਨਾ ਮੈਨੂੰ ਕਾਲ ਕੀਤੀ, ਨਾ ਹੀ ਪਬਲਿਕਲੀ ਜਾਂ ਓਵਰ ਸੋਸ਼ਲ ਮੀਡੀਆ ਉਹਨੇ ਕੋਈ ਸਿੰਪਥੀ ਦਿਖਾਈ ਜਾਂ ਕਿਹਾ ਵੀ ਹਾਂ ਵੀ, ਜਾਂ ਕੰਡੈਮ ਕੀਤਾ। ਜਿਹਨੇ ਵੀ ਮੈਨੂੰ ਥ੍ਰੈਟਨਿੰਗ ਕਾਲ ਕੀਤੀ ਉਹਨੇ ਕੰਡੈਮ ਤੱਕ ਨਹੀਂ ਕੀਤਾ ਉਸ ਬੰਦੇ ਨੂੰ, ਵੀ ਜਾਂ ਕਿਹਾ ਵੀ ਨਹੀਂ ਵੀ ਤੁਸੀਂ ਪਬਲਿਕ ਲੀਡਰ ਆਪਣੇ ਆਪ ਨੂੰ ਕਹਾਉਂਦੇ ਹੋ, ਘੱਟੋ ਘੱਟ ਤੁਸੀਂ ਵੀ ਹਾਂ, ਮੈਂ ਕਿਹੜਾ ਕੋਈ ਆਪਣਾ ਘਰ ਦਾ ਮੁੱਦਾ ਚੱਕਿਆ ਸੀਗਾ, ਠੀਕ ਹੈ ਜੀ ਰੋਬੀ ਜੀ। ਇਟ ਵਾਜ਼ ਅ ਸੋਸ਼ਲ ਇਸ਼ੂ, ਇਟ ਵਾਜ਼ ਅ ਇੰਡਸਟਰੀ ਇਸ਼ੂ, ਠੀਕ ਹੈ ਜੀ। ਮੈਂ ਉਹ ਮੁੱਦਾ ਚੱਕਿਆ ਵੀ ਆਪਾਂ ਨੂੰ ਹੈਲਪ ਆਊਟ ਕਰਨੀ ਚਾਹੀਦੀ ਆ। ਵੀ ਤੁਸੀਂ ਕੋਈ ਬੰਦਾ ਮੈਨੂੰ ਧਮਕੀ ਦੇ ਰਿਹਾ, ਮੈਂ ਨਹੀਂ ਕਹਿ ਰਿਹਾ ਵੀ ਸਾਰੇ ਟੈਕਸੀ ਓਨਰਾਂ ਨੇ ਮੈਨੂੰ ਧਮਕੀ ਦਿੱਤੀ ਹੈਗੀ ਆ, ਕਿਸੇ ਇੱਕ ਅੱਧੇ ਨੇ ਦਿੱਤੀ ਹੋਏਗੀ ਜਾਂ ਦਵਾਈ ਹੋਏਗੀ, ਠੀਕ ਹੈ ਜੀ, ਜਿਸ ਨੇ ਵੀ ਘੱਟੋ ਘੱਟ ਜਿਹੜੇ ਸਾਡੇ ਲੀਡਰਸ ਨੇ, ਸੋ ਕਾਲਡ ਲੀਡਰਸ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ ਨੇ, ਉਹਨਾਂ ਦੇ ਵਿੱਚ ਕਿਸੇ ਨੇ ਵੀ ਪਬਲਿਕਲੀ ਉਹਨੂੰ ਕੰਡੈਮ ਨਹੀਂ ਕੀਤਾ। ਆਈ ਵਾਜ਼ ਰੀਅਲੀ ਡਿਸਹਰਟਨਡ। ਮੈਂ ਬਹੁਤ ਸ਼ੌਕ ਹੋਇਆ ਵੀ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਲੀਡਰਸ ਨੂੰ ਕਹਿੰਦੇ ਵੀ ਹਾਂ ਵੀ ਆਪਾਂ, ਸਾਡਾ ਲੀਡਰ ਆਪਾਂ ਇਹਨੂੰ ਅੱਗੇ ਚੁੱਕੀਏ, ਪਰ ਉਹ ਲੀਡਰਸ ਕੀ ਪਤਾ ਸੌ ਰਹੇ ਸੀ, ਕੀ ਕਰ ਰਹੇ ਸੀ, ਵਰ ਦੇ ਸਲੀਪਿੰਗ ਔਰ ਵਾਟ ਵਰ ਦੇ ਡੂਇੰਗ, ਠੀਕ ਹੈ ਜੀ ਨੇ। ਵੀ ਆਮ ਰੀਅਲੀ ਸ਼ੌਕਡ, ਆਈ ਸਟਿਲ ਕਾਂਟ ਅੰਡਰਸਟੈਂਡ। ਇਨਫੈਕਟ ਹਾਂ, ਜਦੋਂ ਤੁਸੀਂ
ਪੋਸਟ ਪਾਉਣੇ, ਉਸ ਤੋਂ ਬਾਅਦ ਤੁਹਾਨੂੰ ਧਮਕੀ ਦੀ ਕਾਲ ਆ ਜਾਂਦੀ ਹੈ, ਤੁਸੀਂ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਸਪੋਰਟ ਵਾਸਤੇ ਨਹੀਂ ਆਉਂਦਾ। ਤੁਸੀਂ ਆਪਣੇ ਸੈਲਫ ਐਨਾਲਾਈਜ਼ ਕਿੰਨਾ ਕੁ ਕੀਤਾ? ਤੁਸੀਂ ਜੋ ਕਿਹਾ ਖੁਦ ਨੂੰ ਐਨਾਲਾਈਜ਼ ਤਾਂ ਕੀਤਾ ਹੀ ਹੋਣਾ ਕਿ ਯਾਰ ਮੈਂ ਕਿਤੇ ਗਲਤੀ ਤਾਂ ਨਹੀਂ ਕਹਿ ਰਿਹਾ, ਕੋਈ ਮੇਰੀ ਸਪੋਰਟ ਵਾਸਤੇ ਨਹੀਂ ਆ ਰਿਹਾ। ਕਿੱਦਾਂ ਦਾ ਕੀ ਸੀਗਾ ਉਹ ਪੈਟਰਨ ਸੀ? ਤੁਸੀਂ ਹੋਰ ਡਰਾਈਵਰਸ ਦੇ ਨਾਲ ਗੱਲਬਾਤ ਕੀਤੀ ਜਾਂ ਆਪਰੇਟਰਸ ਦੇ ਨਾਲ ਜਾਂ ਟੈਕਸੀ ਪਲੇਟ ਓਨਰਸ ਦੇ ਨਾਲ? ਕਿੱਥੇ ਕੀ ਸੀਗਾ ਉਹ ਸੈਲਫ ਐਨਾਲਾਈਜ਼ ਜਦੋਂ ਤੁਸੀਂ ਹੁਣ ਬੋਲ ਰਹੇ ਹੋ ਕਿ ਯੂ ਆਰ ਰਾਈਟ? ਉਹ ਰੋਬੀ ਜੀ, ਜੇ ਇੱਕ ਪਾਸੇ ਮੈਂ ਡਿਸਅਪੁਆਇੰਟਡ ਹੋਇਆ ਤੇ ਦੂਜੇ ਪਾਸੇ ਮੈਂ ਇਨਲਾਈਟਡ ਵੀ ਹੋਇਆ। ਮੈਨੂੰ ਨਿਊਮਰਸ ਕਾਲਸ ਆਈਆਂ, ਬਹੁਤ ਫੋਨ ਕਾਲ ਆਏ, ਬਹੁਤ ਮੈਸੇजेस ਆਏ ਮੇਰੇ ਵੈਲ ਵਿਸ਼ਰਸ ਦੇ, ਮੇਰੇ ਫੈਲੋ ਟੈਕਸੀ ਡਰਾਈਵਰਸ ਦੇ, ਜਿਹੜੇ ਮੁੰਡੇ ਗੱਡੀ ਚਲਾਉਂਦੇ ਨੇ ਉਹਨਾਂ ਤੇ ਮੈਨੂੰ ਕਾਲਸ ਆਈਆਂ, ਮੈਸੇजेस ਆਏ WhatsApp ਤੇ, ਫੇਸਬੁੱਕ ਤੇ, ਭਾਜੀ ਦੱਸੋ ਕੀ ਚੱਕਰ, ਕਿਹੜਾ ਬੰਦਾ ਸਾਨੂੰ ਦੱਸੋ। ਮੈਂ ਕਿ ਕੋਈ ਚੱਕਰ ਨਹੀਂ। ਵੀ ਮੈਂ ਬਹੁਤ ਆਪਣੇ ਆਪ ਨੂੰ ਇੰਪਰੂਵ ਕੀਤਾ ਵੀ ਹਾਂ ਵੀ ਚਲੋ ਜੇ ਮੈਨੂੰ ਓਨਰਾਂ ਦਾ ਜਾਂ ਮੇਰੇ ਲੀਡਰਾਂ ਦਾ ਫੋਨ ਨਹੀਂ ਆਇਆ ਕੋਈ ਚੱਕਰ ਨਹੀਂ, ਪਰ ਮੇਰੇ ਨਾਲ ਆਮ ਪਬਲਿਕ ਮੇਰੇ ਨਾਲ ਖੜੀ ਹੈ, ਠੀਕ ਹੈ ਜੀ। ਤੇ ਉਹ ਇੱਕ ਦਿਲਾਸਾ ਸੀ ਜਿਹਦੇ ਤੋਂ ਮੈਨੂੰ ਹੋਇਆ ਵੀ ਨਹੀਂ, ਆਪਾਂ ਨੂੰ ਹੁਣ ਕੁਝ ਕਰਨਾ ਚਾਹੀਦਾ ਹੈ, ਆਪਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਕਾਮਨ ਪੀਪਲ, ਆਮ ਬੰਦੇ ਨੂੰ ਉੱਠ ਕੇ ਹੀ ਕੁਛ ਨਾ ਕੁਛ ਕਰਨਾ ਪਏਗਾ। ਸਾਡੇ ਲੀਡਰਸ ਨੇ ਸਾਡੇ ਲਈ ਕੁਝ ਨਹੀਂ ਲੈ ਕੇ ਦੇਣਾ, ਸਾਨੂੰ ਆਪ ਉੱਠਣਾ ਪਏਗਾ। ਤੇ ਇਹ ਜਿਹੜੀ ਮੁਹਿੰਮ ਸੀ ਮੈਂ ਨਹੀਂ ਉਠਾਈ ਹੈਗੀ, ਇਹ ਲੋਕ ਲਹਿਰ ਹੈ ਹੁਣ ਸਰ। ਇਹ ਆਮ ਬੰਦਾ ਹੁਣ ਇਹੀ ਸਵਾਲ ਕਰ ਰਿਹਾ ਵੀ ਹਾਂ ਵੀ ਸਾਡੇ ਸੋ ਕਾਲਡ ਲੀਡਰਸ ਕਿੱਥੇ ਸੀ, ਕੀ ਕਰ ਰਹੇ ਨੇ ਉਹ, ਠੀਕ ਹੈ ਜੀ। ਵੀ ਉਹ ਜੇ ਕਹਿੰਦੇ ਨੇ ਵੀ ਹਾਂ ਵੀ ਆਪਾਂ ਹੈਲਪ ਆਊਟ ਕਰਾਂਗੇ ਤੇ ਕਿਉਂ ਨਹੀਂ ਪਬਲਿਕਲੀ ਆਏ, ਠੀਕ ਹੈ ਜੀ। ਉਹਨੇ ਕਿਉਂ ਨਹੀਂ ਕਿਹਾ ਵੀ ਆਪਾਂ ਜਿਹੜੇ ਸਾਡੇ, ਜੇ ਆਪਾਂ ਮੈਂ ਟੈਕਸੀ ਓਨਰ ਆ ਤੇ ਮੈਂ ਲੀਡਰ ਵੀ ਹਾਂ, ਵੀ ਮੈਂ ਹੈਲਪ ਆਊਟ ਕਰਾਂਗਾ ਆਪਣੇ ਟੈਕਸੀ ਡਰਾਈਵਰਸ ਦੀ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ, ਉਹ ਕਿਉਂ ਨਹੀਂ ਪਬਲਿਕਲੀ ਆਏ, ਠੀਕ ਹੈ ਜੀ, ਜਦ ਕਿ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ। ਪਰ ਚਲੋ ਮੈਂ ਬਹੁਤਾ ਨਾ ਉਸ ਚੀਜ਼ ਤੇ ਜਾਂਦਾ ਹੋਇਆ ਮੈਂ ਇਹ ਕਹੂੰਗਾ, ਮੈਂ ਕੰਗ੍ਰੈਚੁਲੇਟ ਕਰਦਾ ਵਾਂ ਲੇਬਰ ਪਾਰਟੀ ਨੂੰ, ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਤੇ ਜਿਨ੍ਹਾਂ ਨੇ ਸਾਡੀ ਗੱਲ ਸੁਣੀ, ਠੀਕ ਹੈ ਜੀ। ਤੇ ਮੈਂ ਥੈਂਕਫੁਲ ਹਾਂ ਉਹ ਬੰਦਿਆਂ ਦਾ, ਸਾਰਿਆਂ ਦਾ, ਜਿਨੀ ਮੈਨੂੰ ਕਾਲਸ ਕੀਤੀਆਂ। ਬਹੁਤ ਬੰਦੇ ਨੇ ਤੇ ਨਿਊਮਰਸ ਕਾਲ ਸਰ, ਮੈਂ ਉਹਨਾਂ ਨੂੰ ਬੰਦੇ ਨੂੰ ਕਿਸੇ ਨੂੰ ਜਾਣਦਾ ਵੀ ਨਹੀਂ ਜਿਨ੍ਹਾਂ ਦੀ ਮੈਨੂੰ ਕਾਲਸ ਆਈਆਂ। ਮੈਂ ਬਾਈ ਫੇਸ ਵੀ ਨਹੀਂ ਜਾਣਦਾ ਸੀ। ਉਹ ਕਹਿੰਦੇ ਭਾਜੀ ਤੁਸੀਂ ਸਾਨੂੰ ਜਾਣਦੇ ਨਹੀਂ, ਪਰ ਆਪਾਂ ਤੁਹਾਡੇ ਨਾਲ ਖੜੇ ਹਾਂ। ਤੇ ਜਿਸ ਤੋਂ ਮੈਨੂੰ ਲੱਗਾ ਵੀ ਇਹ ਹੁਣ ਆਪਾਂ ਕਾਮਨ ਇਸ਼ੂ ਆਪਾਂ ਹੀ ਚੱਕਣਾ, ਸਾਰਿਆਂ ਨੇ ਰਲ ਕੇ ਚੱਕਣਾ। ਤੇ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ, ਮੈਂ ਕਿਹਾ ਬਾਈ ਜੀ ਤੁਸੀਂ ਜਿੱਥੇ ਵੀ ਹੋ, ਜਿਹੜੇ ਵੀ ਏਰੀਆ 'ਚ ਰਹਿ ਰਹੇ ਹੋ, ਤੁਸੀਂ ਆਪਣੇ ਲੋਕਲ MP ਨੂੰ ਕੰਟੈਕਟ ਕਰੋ, ਠੀਕ ਹੈ ਜੀ। ਉਹਨਾਂ ਨੂੰ ਕਹੋ ਟੈਕਸੀ ਡਰਾਈਵਰਸ ਦਾ ਮੁੱਦਾ ਉਠਾਇਆ ਜਾਵੇ, ਠੀਕ ਹੈ ਜੀ। ਕਿਉਂਕਿ ਇਹ ਕਿਸੇ ਨੇ ਨਹੀਂ ਉਠਾਉਣਾ, ਇਹ ਸਾਨੂੰ ਹੀ ਉਠਾਉਣਾ ਪੈਣਾ ਵਾ। ਇਹ ਐਜ਼ ਅ ਟੈਕਸੀ ਡਰਾਈਵਰ ਜਿਹੜੇ ਵੀ ਹੈਗੇ ਆ ਜਾਂ ਸਾਡੀ ਕਮਿਊਨਿਟੀ ਆ, ਇਹ ਸਾਨੂੰ ਹੀ ਉਠਾਉਣਾ ਪੈਣਾ। ਸਾਡੇ ਲੀਡਰਸ ਨੇ ਸਾਡੇ ਲਈ ਕੁਝ ਨਹੀਂ ਕਰਨਾ ਹੈਗਾ। ਤੇ ਮੈਂ ਥੈਂਕਫੁਲ ਹਾਂ। ਪਰਮਿੰਦਰ ਜੀ ਕੁਝ ਕਹਿਣਾ ਚਾਹ ਰਹੇ ਨੇ ਜੀ? ਪਰਮਿੰਦਰ ਜੀ। ਹਾਂਜੀ, ਮੈਂ ਇਹ ਬੜੀ ਮੰਦਭਾਗੀ ਘਟਨਾ ਸੀ ਜਿਹੜੀ ਗੁਰਪ੍ਰੀਤ ਨਾਲ ਜੋ ਵੀ ਜਿਹਨੇ ਵੀ ਕਾਲਾਂ ਕੀਤੀਆਂ, ਮਤਲਬ ਵੀ ਉਹ ਬਹੁਤ ਬੁਰੀ ਗੱਲ ਆ। ਅਸੀਂ ਇਸ ਦਾ ਬੁਰਾ ਮਨਾਉਂਦੇ ਹਾਂ। ਬਾਕੀ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਇਹੋ ਜਿਹੇ ਕੰਮ ਜੇ ਤੁਸੀਂ ਇੱਥੇ ਆ ਕੇ ਵੀ ਇਹੀ ਕੋਸ਼ਿਸ਼ ਕਰ ਰਹੇ ਆ, ਇਹ ਚੰਗੀ ਗੱਲ ਨਹੀਂ ਹੈਗੀ। ਤੁਸੀਂ ਆਪਣੇ ਆਪ ਨੂੰ ਥੋੜ੍ਹਾ ਸੁਧਾਰੋ। ਨਾ ਤਾਂ ਕੋਈ ਇੱਥੇ ਵੱਡਾ ਨਹੀਂ, ਕੋਈ ਛੋਟਾ ਨਹੀਂ। ਜੇ ਤੁਸੀਂ ਆਹੀ ਬਦਮਾਸ਼ੀਪੂਣਾ ਖਿਲਾਰਨਾ ਤੇ ਪੰਜਾਬ ਹੀ ਵਧੀਆ ਸੀ। ਜਾਂ ਇੱਥੇ ਵੀ ਉਹੋ ਜਿਹੇ ਲੋਕ ਹੈਗੇ, ਫਿਰ ਸਾਹਮਣੇ ਜਾਂ ਤਾਂ ਲੋਕ ਸਾਹਮਣੇ ਆਉਣ ਨਾ, ਜਿਹਨੇ ਅਪੋਜ਼ ਕਰਨਾ ਬਿਲਕੁਲ ਸਾਹਮਣੇ ਆਵੇ। ਫਿਰ ਨੋ ਕਾਲਰ ID ਤੋਂ ਇਹਨੇ ਕਿਹਾ, ਮੈਨੂੰ ਕਹਿੰਦਾ ਵੀ ਭਾਜੀ ਨੋ ਕਾਲਰ ID ਤੋਂ, ਨੋ ਕਾਲਰ ID ਤੋਂ ਕਾਲਾਂ ਆਉਂਦੀਆਂ। ਤੇ ਜਾਂ ਤਾਂ ਫਿਰ ਜੇ ਜਿਹਦੇ 'ਚ ਜੇ ਕੁਛ ਕਰਨਾ ਆ ਤੇ ਉਹ ਬੰਦਾ ਸਾਹਮਣੇ ਫੋਨ ਤੇ ਤਾਂ ਹੋਵੇ ਨਾ, ਫਿਰ ਥ੍ਰੈਟਨ ਕਰਨ ਦਾ ਕੀ ਫਾਇਦਾ। ਤੇ ਦੂਜੀ ਗੱਲ ਇਹ ਹੈ ਵੀ ਬੜੀ ਵਧੀਆ ਗੱਲ ਹੈ ਜੇ ਕੋਈ ਸਟੂਡੈਂਟਸ ਲਈ ਜਾਂ ਕੋਈ ਜਿਹੜੇ ਇਸ ਟਾਈਮ ਡਰਾਈਵਿੰਗ ਕਰ ਰਹੇ ਆ, ਜਿਹੜੇ ਟੈਕਸੀਆਂ ਚਲਾ ਰਹੇ ਆ, ਬੜੇ ਬੁਰੇ ਹਾਲਾਤਾਂ 'ਚੋਂ ਨੇ। ਤੁਸੀਂ ਇਹ ਦੇਖੋ ਹਸਪੀਟਲਾਂ ਦੇ ਅੱਗੇ, ਤੁਸੀਂ ਦੇਖੋ ਸਿਟੀ ਦੇ ਵਿੱਚ ਸ਼ਾਪਿੰਗ ਸੈਂਟਰਾਂ ਅੱਗੇ, ਉਹ ਲੋਕ ਕਈ ਲੋਕ ਹੋਣਗੇ ਜਿਨ੍ਹਾਂ ਨੂੰ ਮੈਡੀਕਲੀ ਅਨਫਿਟ ਜਾਂ ਕਹਿ ਲਓ ਕਿ ਜਾਂ ਜਿਨ੍ਹਾਂ ਨੂੰ ਕੋਈ ਵੀ ਕਿਸੇ ਨੂੰ ਵੀ ਹੋ ਸਕਦਾ ਕਰੋਨਾ, ਕੋਈ ਵੀ ਬੰਦਾ ਜਿਹੜਾ ਉਹ ਕਰੋਨਾ ਕੈਰੀਅਰ ਐਜ਼ ਏ ਕੈਰੀਅਰ ਚੱਕੀ ਫਿਰਦਾ, ਜਿਹੜਾ ਉਹ ਤੇ ਇਫੈਕਟ ਨਹੀਂ ਕਰਦਾ, ਉਹ ਉਹਨਾਂ ਨਾਲ ਹੈਂਡਲ ਕਰਦੇ ਆ। ਉਹਨਾਂ ਨਾਲ ਗੌਰਮੈਂਟ ਨੂੰ ਚਾਹੀਦਾ, ਡਰਾਈਵਰਾਂ ਨੂੰ ਇਸ ਟਾਈਮ ਜਿਹੜੇ ਵੀ ਬੰਦੇ ਡਰਾਈਵਿੰਗ ਕਰ ਰਹੇ ਆ, ਸਰਕਾਰ ਉਹਨਾਂ ਬਾਰੇ ਸੋਚੇ, ਉਹਨਾਂ ਨੂੰ ਬੈਨੀਫਿਟ ਦੇਵੇ, ਉਹਨਾਂ ਦਾ ਖਿਆਲ ਕਰੇ। ਤੇ ਇਹ ਬਹੁਤ ਜ਼ਰੂਰੀ ਹੈ ਇਸ ਟਾਈਮ ਮਾਸਕ ਦੇਣ। ਤੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਸ਼ੀਲਡਾਂ, ਜਿਹੜੀਆਂ ਗੱਡੀ ਦੇ ਪਿੱਛੇ ਲਾਉਣ ਵਾਲੀਆਂ, ਉਹ ਘੱਟੋ ਘੱਟ ਉਹ ਤਾਂ ਹੋਣੀਆਂ ਚਾਹੀਦੀਆਂ ਨਾ। ਤੁਸੀਂ ਕਿਤੇ ਵੀ ਸ਼ੀਲਡ ਲਾਉਣ ਜਾਂਦੇ ਆ, ਚਲੇ ਜਾਓ, ਉਹ ਵੀ ਚਾਰਜ ਕਰਦੇ ਆ ਤੁਹਾਨੂੰ। ਤੁਸੀਂ ਮਾਸਕ ਲੈਣੇ ਆ ਬਾਜ਼ਾਰ 'ਚੋਂ ਲਿਆਓਗੇ, ਤੁਸੀਂ ਸੈਨੀਟਾਈਜ਼ਰ ਲੈਣਾ ਉਹ ਲੈ ਕੇ ਆਓਗੇ। ਡਰਾਈਵਰ ਜਿਹੜਾ ਆ ਘੱਟੋ ਘੱਟ ਵੀ ਰੋਜ਼ ਦਾ $10-15 ਖਰਚ ਕੇ
ਰੋਜ਼ ਉਹ ਗੱਡੀ 'ਚ ਬੈਠਦਾ ਹੈ ਤੇ ਔਰ ਜੌਬਸ ਕਿੰਨੀਆਂ ਮਿਲ ਰਹੀਆਂ ਉਹਨੂੰ, ਬਹੁਤ ਥੋੜ੍ਹੀਆਂ ਮਿਲ ਰਹੀਆਂ, ਇਸ ਲਈ ਉਹਦੇ ਲਈ ਬਹੁਤ ਔਖਾ ਹੋਇਆ ਪਿਆ। ਤੇ ਜਿਹੜੇ ਖਰਚੇ ਸਰਕਾਰ ਨੂੰ ਚਾਹੀਦਾ ਹਰ ਪੱਖ ਨੂੰ ਨਾਲ ਲੈ ਕੇ ਚੱਲੇ। ਮੰਨ ਲਓ ਜੇ ਤੁਸੀਂ ਇਹ ਸੋਚਦੇ ਆ ਕਿ ਪਲੇਟ ਓਨਰ ਜਿਹੜੇ ਟੈਕਸੀ ਓਪਰੇਟਰ ਹੈ ਉਹਨਾਂ ਨੂੰ ਸਰਕਾਰ ਜੇ $4300 ਦਾ ਪੈਕੇਜ ਦੇ ਰਹੀ ਆ, ਤੇ ਜਿਹੜੇ ਪਲੇਟ ਓਨਰ ਹੈ ਉਹਨਾਂ ਨੂੰ ਘੱਟੋ ਘੱਟ $15000 ਦਾ ਤਾਂ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਨਾ। ਜੇ ਇੱਕ ਬੰਦਾ ਇਨਵੈਸਟ ਕਰਕੇ $10-15000 $20000 ਇਨਵੈਸਟ ਕਰਕੇ ਇਹਨਾਂ ਉਹਦਾ ਲੈ ਰਿਹਾ, ਕਿਉਂਕਿ ਸਿਰਫ ਉਹ ਗੱਡੀ, ਜੇ ਮੰਨ ਲਓ ਉਹਦੀ ਗੱਡੀ ਨਹੀਂ ਚੱਲ ਰਹੀ, ਉਹ ਗੱਡੀ ਖੜੀ ਰੱਖੀ ਆ ਉਹਨੇ, ਤੇ ਇੱਕ ਉਹ ਜਿਸ ਬੰਦੇ ਨੇ ਮੇਜਰ ਇਨਵੈਸਟਮੈਂਟ ਕੀਤੀ ਆ, ਸਰਕਾਰ ਉਹਦੇ ਬਾਰੇ ਵੀ ਸੋਚੇ। ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਇਸ ਟਾਈਮ ਬੁਰੇ ਟਾਈਮ ਦੇ ਵਿੱਚ ਡਰਾਈਵਿੰਗ ਕਰ ਰਹੇ ਆ, ਸਰਕਾਰ ਉਹਨਾਂ ਬਾਰੇ ਸੋਚੇ ਕਿ ਉਹ ਜਿਨ੍ਹਾਂ ਪਹਿਲੂਆਂ 'ਚ ਉਹਨੂੰ ਗੁਜ਼ਰ ਰਹੇ ਆ। ਤੇ ਜਿਹੜੇ ਵੀ ਜਦੋਂ ਟੈਕਸੀ ਦੇ ਵਿੱਚ ਅਸੀਂ ਬੈਠੇ ਹਾਂ, ਸ਼ੀਸ਼ੇ ਬੰਦ ਨੇਗੇ, ਤਾਂ ਸਪੈਸ਼ਲੀ ਜਿਹੜੀ 에ਅਰ ਆ ਗਈ, 에ਅਰ ਦੇ ਥਰੂ ਜਿਹੜਾ ਫਲੂਇਡ ਹੈਗਾ ਉਹ 에ਅਰ ਦੇ ਵਿੱਚ ਟਰੈਵਲ ਕਰ ਰਿਹਾ ਅੰਦਰ, ਤੁਸੀਂ ਉਸ ਨੂੰ ਸਿੱਧਾ ਇਨਹੇਲ ਕਰ ਰਹੇ ਹੋ। ਇਸ ਆਈ ਥਿੰਕ ਇਟਸ ਰੀਅਲੀ ਹਾਈ ਰਿਸਕ। ਸਭ ਤੋਂ ਜ਼ਿਆਦਾ ਈਵਨ ਜਿਹੜੇ ਹਸਪੀਟਲ 'ਚ ਕੰਮ ਕਰਦੇ ਆ ਉਹ ਵੀ ਪੀਪੀ ਪੂਰੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਪਾ ਕੇ ਕੰਮ ਕਰਦੇ ਨੇ। ਤੁਹਾਡੇ ਕੋਲ ਕੁਝ ਵੀ ਨਹੀਂ ਤਾਂ ਵਾਕਈ ਬਹੁਤ ਜ਼ਿਆਦਾ। ਔਰ ਤੁਸੀਂ ਡਰਾਈਵਰ ਆ ਜਿਹੜਾ ਉਹ ਹਰ ਥਾਂ ਟਰੈਵਲ ਕਰਦਾ, ਉਹ ਡਿਲੀਵਰੀ ਕਰ ਸਕਦਾ ਉਸੇ ਇੱਕ ਵਾਇਰਸ ਨੂੰ ਜਿਹੜਾ ਇੰਫੈਕਟਡ ਆ ਪਤਾ ਨਹੀਂ ਕਿੱਥੇ ਕਿੱਥੇ। ਸਰਕਾਰ ਨੂੰ ਇਸ ਦੇ ਉੱਪਰ ਜ਼ਰੂਰ ਧਿਆਨ ਦੇਣਾ ਚਾਹੀਦਾ। ਰੋਬਨ ਜੀ, ਮੈਂ ਤੁਹਾਨੂੰ ਪੁੱਛੂਗਾ ਇਸ ਪੂਰੇ ਮਸਲੇ ਦੇ ਬਾਰੇ ਚ ਜੋ ਪੂਰੀ ਗੱਲਬਾਤ ਹੋਈ ਆ, ਇਹ ਪੋਲੀਟੀਕਲ ਮਸਲਾ ਬਣਦਾ ਜਾ ਰਿਹਾ ਜਾਂ ਇਹ ਸੋਸ਼ਲ ਐਕਟੀਵਿਟੀ ਦੇ ਤੌਰ ਤੇ ਲੈ ਰਹੇ ਹੋ ਤੁਸੀਂ? ਜਿੱਦਾਂ ਅਫਕੋਰਸ ਜਦੋਂ ਮੈਂ ਪਹਿਲਾਂ ਗੱਲ ਕਰ ਰਿਹਾ ਕਿ ਲੋਕਲ ਲੀਡਰਸ ਪਾਰਟਿਸਿਪੇਟ ਕਰ ਰਹੇ ਆ, ਸਪੋਰਟ ਕਰ ਰਹੇ ਆ ਤੁਹਾਨੂੰ, ਜਿਹੜੇ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਦੇ ਵਿਲਿੰਗ ਟੂ ਦੇ ਵਾਂਟ ਟੂ ਬੀ ਅ ਲੀਡਰ ਇਨ ਫਿਊਚਰ, ਉਹ ਤੁਹਾਨੂੰ ਅਪਰੋਚ ਕਰ ਰਿਹਾ। ਇਸ ਨੂੰ ਤੁਸੀਂ ਪੋਲੀਟੀਕਲ ਮੰਚ ਦੇ ਉੱਪਰ ਲੈ ਕੇ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਲਿਬਰਲ ਲੈਵਲ ਦੇ ਵਿੱਚ ਲਿਆ ਕੇ, ਜਾਂ ਤੁਸੀਂ ਇਸ ਨੂੰ ਇੱਕ ਸੋਸ਼ਲ ਜੋ ਇਸ਼ੂ ਆ ਜੋ ਜਿੱਥੇ ਗੱਲ ਕਰਨੀ ਚਾਹੀਦੀ ਉਸ ਤਰੀਕੇ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ? ਸਰ ਇਹ ਪੋਲੀਟੀਕਲ ਇਸ਼ੂ ਐਕਚੁਅਲੀ ਮੇਰੇ ਹਿਸਾਬ ਨਾਲ, ਕਿਉਂਕਿ ਸਰ ਅਗਰ ਤੁਸੀਂ ਦੇਖੋ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਟੈਕਸੀ ਓਨਰਸ ਨੇ ਕੁਝ ਗਲਤ ਕੀਤਾ, ਟੈਕਸੀ ਓਨਰਸ ਨੇ ਕੀ ਅਪਰੋਚ ਕੀਤਾ, ਟੈਕਸੀ ਓਨਰਸ ਨੇ ਸਿਰਫ ਆਪਣੇ ਲਈ ਅਪਰੋਚ ਕੀਤਾ, ਉਹਨੇ ਡਰਾਈਵਰਸ ਨੂੰ ਬੋਦਰ ਨਹੀਂ ਕੀਤਾ, ਡਰਾਈਵਰਸ ਦੀ ਕੋਈ ਟੈਨਸ਼ਨ ਨਹੀਂ ਲਈ ਉਹਨਾਂ ਨੇ ਜੀ। ਮੈਂ ਪਹਿਲੇ ਵੀ ਕਿਹਾ ਕਿ ਜਿੱਦਾਂ ਹਾਈ ਰਿਸਕ ਡਰਾਈਵਰਸ ਹੈ ਨਾ ਕਿ ਓਨਰਸ। ਮੈਂ ਇਹ ਨਹੀਂ ਕਹਿ ਰਿਹਾ ਕਿ ਓਨਰਸ ਨੂੰ ਨਹੀਂ ਮਿਲਣਾ ਚਾਹੀਦਾ, ਓਨਰਸ ਨੂੰ ਵੀ ਮਿਲੇ, ਬਟ ਤੁਸੀਂ ਖੁਦ ਹੀ ਸੋਚੋ ਕਿ ਹਾਊ ਦ ਡਰਾਈਵਰ ਕੈਨ ਸਰਵਾਈਵ। ਸੋ ਇਜ਼ देयर ਐਨੀ ਆਰਗੇਨਾਈਜੇਸ਼ਨ ਵਿਚ ਲੀਡਿੰਗ ਟੂ ਡਰਾਈਵਰਸ ਰਾਈਟਸ, ਕਿ ਡਰਾਈਵਰਸ ਦੇ ਰਾਈਟਸ ਕੀ ਨੇ ਉਹਨਾਂ ਨੂੰ ਲੀਡ ਕਰਦੀ ਹੋਵੇ? ਸਰ ਮੈਂ ਪਿਛਲੇ 10-12 ਸਾਲ ਦੇ ਇਸ ਇੰਡਸਟਰੀ 'ਚ ਹਾਂ ਤੇ ਨੋਟਿਸ ਕਰ ਰਿਹਾ, ਅੱਜ ਤੱਕ ਡਰਾਈਵਰਸ ਦਾ ਮੁੱਦਾ ਕਦੀ ਕਿਸੇ ਨੇ ਨਹੀਂ ਚੱਕਿਆ, ਹਮੇਸ਼ਾ ਹੀ ਓਨਰਸ ਵਾਸਤੇ ਹੀ ਹੁੰਦਾ। ਅੱਜ ਤੱਕ ਡਰਾਈਵਰਸ if there are any things anyone then they are on silent mode, just wait and watch and that's what we can say। ਹਾਂ ਸਰ ਕੁਝ ਕਹਿ ਨਹੀਂ ਸਕਦਾ। ਬਾਕੀ ਗੁਰਪ੍ਰੀਤ ਵੱਲ ਲੈ ਕੇ ਜਾਊਂਗਾ ਮੈਂ ਕੁਐਸਚਨ। ਗੁਰਪ੍ਰੀਤ ਜੀ, ਜਦੋਂ ਡਰਾਈਵਰਾਂ ਦੀ ਅਸੀਂ ਗੱਲ ਕਰਦੇ ਹਾਂ, ਜਿੱਦਾਂ ਹੁਣ ਤੁਸੀਂ ਉਹਨਾਂ ਦਾ ਮੁੱਦਾ ਚੁੱਕ ਰਹੇ ਹੋਗੇ ਅਫਕੋਰਸ, ਤਾਂ ਜਦੋਂ ਇਹ ਗੱਲ ਮੈਂ ਪਹਿਲਾ ਸਵਾਲ ਜਦੋਂ ਕੀਤਾ ਸੀਗਾ ਕਿ ਕੀ ਸਾਡੇ ਵੱਲੋਂ ਅਪਰੋਚ ਕੀਤੀ ਗਈ, ਓਪਰੇਟਰਸ ਵੱਲੋਂ ਅਪਰੋਚ ਕੀਤੀ ਗਈ, ਉਹਨਾਂ ਨੇ ਅਪਰੋਚ ਕੀਤੀ, ਉਹ ਉਹਨਾਂ ਦੀ ਐਥੀਕਲ ਰਿਸਪੌਂਸਿਬਿਲਿਟੀ ਬਣਦੀ ਸੀ ਜਾਂ ਲੀਗਲ? ਉਹਨਾਂ ਨੇ ਉਸ ਜੋ ਕੁਐਸਚਨ ਕੀਤਾ, ਜੋ ਉਹਨਾਂ ਵੱਲੋਂ ਡਿਮਾਂਡ ਕੀਤੀ, ਉਹਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਦੂਸਰਿਆਂ ਨੂੰ ਜਾਂ ਨਹੀਂ ਕੀਤਾ? ਉਸ ਦੇ ਵਿੱਚ ਅਸੀਂ ਜੇ ਨਾ ਪਾਰਟ ਇੰਟਰਫੇਅਰ ਨਾ ਕਰਦੇ ਹੋਏ, ਜੇ ਅਸੀਂ ਕਹੀਏ ਕਿ ਹੋ ਸਕਦਾ ਡਰਾਈਵਰ ਤੇ ਟੈਕਸੀ ਓਨਰਸ ਉਹਨਾਂ ਨੇ ਅਪਰੋਚ ਹੀ ਨਹੀਂ ਕੀਤੀ, ਉਹਨਾਂ ਨੇ ਪੁੱਛਿਆ ਹੀ ਨਹੀਂ, ਤੇ ਉਸ ਤੋਂ ਬਾਅਦ ਜਦੋਂ ਇੱਕ ਧੜੇ ਨੂੰ ਦੇ ਦਿੱਤਾ ਜਾਂਦਾ, ਉਸ ਤੋਂ ਬਾਅਦ ਫਿਰ ਅਸੀਂ ਜਾਗਦੇ ਹਾਂ ਜਾਂ ਅਸੀਂ ਸੋਚਦੇ ਹਾਂ ਕਿ ਯਾਰ ਹਾਂ ਸਾਨੂੰ ਵੀ ਮਿਲਣਾ ਚਾਹੀਦਾ ਸੀਗਾ। ਕੁਝ ਏਦਾਂ ਦਾ ਲੱਗ ਰਿਹਾ ਕਿ ਹਾਂ ਕਿਤੇ ਲੀਡਰਸ਼ਿਪ ਦੀ ਮਿਸਿੰਗ ਆ, ਕਿ ਉਹਨਾਂ ਦਾ ਆਪਣਾ ਜਿਹੜਾ ਗਰੁੱਪ ਆ ਜਾਂ ਆਪਣੀ ਲੀਡਰਸ਼ਿਪ ਆ ਗਈ ਜਾਂ ਆਪਣੀ ਜੁਆਇੰਟ ਐਫਰਟਸ ਜਿਹੜੇ ਹੋਣੇ ਚਾਹੀਦੇ ਨੇ ਉਹ ਮਿਸਿੰਗ ਸੀ। ਉਹਨਾਂ ਨੂੰ ਫਿਲ ਕਰਨ ਵਾਸਤੇ ਤੁਸੀਂ ਆਪਣਾ ਰੋਲ ਨਿਭਾਉਣ ਲੱਗੇ ਹੋਏ ਹੋ? ਦੇਖੋ, ਡੈਫੀਨੇਟਲੀ ਮਿਸਿੰਗ ਹੈ। ਟੈਕਸੀ ਡਰਾਈਵਰਸ ਕਦੀ ਵੀ ਆਪਾਂ ਇਸ ਬਾਰੇ ਸੋਚਿਆ ਨਹੀਂ, ਕਿਉਂਕਿ ਦੇਖੋ 12 ਘੰਟੇ ਦੀ ਸ਼ਿਫਟ ਹੁੰਦੀ ਆ ਰੋਬੀ ਜੀ, ਤੇ 12 ਘੰਟੇ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਨੂੰ ਇਹ ਹੁੰਦਾ ਵੀ ਕਿੱਥੋਂ ਸਵਾਰੀ ਚੱਕੀ ਤੇ ਕਿੱਥੇ ਲਾਈਏ ਵੀ ਆਪਣੇ ਪੈਸੇ ਬਣ ਜਾਣ, ਠੀਕ ਹੈ ਜੀ। ਤੇ ਡੈਫੀਨੇਟਲੀ ਪਿਛਲੇ 12 ਸਾਲ ਤੋਂ ਇਹ ਚੀਜ਼ ਮਿਸਿੰਗ ਆ ਰਹੀ ਆ। ਜੇ ਕੋਈ ਉੱਠਦਾ ਵੀ ਆ ਜਾਂ ਕੋਈ ਅੱਗੇ ਆਉਣਾ ਵੀ ਚਾਹੁੰਦਾ ਵਾ, ਤੇ ਉਹੀ ਸਾਡੇ ਕਮਿਊਨਿਟੀ ਲੀਡਰਸ ਅੱਗੇ ਉਹਨੂੰ ਬਸ ਅੱਗੇ ਨਹੀਂ ਆਉਣ ਦਿੰਦੇ ਹੈਗੇ, ਤੇ ਕੁਛ ਨਾ ਕੁਛ ਹੋ ਜਾਂਦਾ ਵਾ, ਠੀਕ ਹੈ ਜੀ। ਕੋਈ ਕਿਸੇ ਤੇ ਐਲੀਗੇਸ਼ਨ ਲੱਗਦਾ, ਕਿਸੇ ਤੇ ਕੁਛ ਕਰਤਾ, ਤੇ ਪਰ ਮੈਂ ਇਹ ਸੋਚ ਰਿਹਾ ਵੀ ਚਲੋ ਆਪਾਂ ਉਸ ਬਾਰੇ ਨਹੀਂ ਸੋਚ ਰਹੇ ਫਿਲਹਾਲ। ਜਿਹੜਾ ਮੇਨ ਐਂਫਸਿਸ ਸਾਡਾ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਵੀ ਆਪਾਂ ਕਿਸੇ ਤਰ੍ਹਾਂ
ਜੋ ਆਪਾਂ ਰਿਕੁਐਸਟ ਕਰ ਰਹੇ ਹਾਂ, ਸਰਕਾਰ ਨੂੰ ਪ੍ਰਪੋਜ਼ਲ ਦਿੱਤਾ, ਉਹ ਅਪਰੂਵ ਕਰਾਈਏ। ਠੀਕ ਹੈ ਜੀ। ਲੇਬਰ ਸਾਡੇ ਨਾਲ ਆ ਗਈ ਹੈ। ਲੇਬਰ ਨੂੰ ਜਿਹੜੀ ਆਪਣੀ ਈਮੇਲ ਪਾਈ ਸੀ ਤੇ ਪੀਟਰ ਮੈਲਨਸਕਸ ਲੇਬਰ ਲੀਡਰ ਦੀ ਮੈਨੂੰ ਈਮੇਲ ਦਾ ਰਿਪਲਾਈ ਆਇਆ ਸੀ, ਮੈਂ ਸ਼ੇਅਰ ਵੀ ਕੀਤੀ ਸੀਗੀ, ਤੇ ਉਹ ਬਹੁਤ ਹੀ ਇਨਕਰੇਜਿੰਗ ਰਿਪਲਾਈ ਸੀਗਾ। ਇਹ ਨਹੀਂ ਵੀ ਆਪਾਂ ਜਿੱਤ ਗਏ ਹਾਂ, ਬਟ ਹਾਂ ਚਲੋ ਇਹ ਆ ਵੀ ਆਪਾਂ ਆਪਣਾ ਵਿਊ ਪੁਆਇੰਟ ਰੱਖਿਆ ਤੇ ਆਪਾਂ ਸਕਸੈਸਫੁਲ ਹੋ ਰਹੇ ਹਾਂ, ਲੋਕ ਸੁਣ ਰਹੇ ਨੇ। ਠੀਕ ਹੈ ਜੀ। ਵੀ ਮੇਨ ਗੱਲ ਇਹ, ਮੇਨ ਮੁੱਦਾ ਇਹ ਹੋਣਾ ਚਾਹੀਦਾ ਵੀ ਲੋਕ ਸੁਣ ਰਹੇ ਸਾਨੂੰ ਕਿ ਨਹੀਂ ਸੁਣ ਰਹੇ। ਇਫ ਪੀਪਲ ਆਰ ਹੀਅਰਿੰਗ, ਇਫ ਲੀਡਰਸ ਆਰ ਹੀਅਰਿੰਗ, that means we are achieving, we are moving in a right direction। ਠੀਕ ਹੈ ਜੀ, ਆਪਾਂ ਸਹੀ ਰਾਹ ਤੇ ਜਾ ਰਹੇ ਹਾਂ। ਹੁਣ ਮੇਨ ਮਕਸਦ ਇਹ ਆ, ਹਾਂਜੀ ਹੁਣ ਮੇਨ ਮਕਸਦ ਇਹ ਸਾਡਾ, ਹਜੇ ਤਾਈਂ ਸਟੇਟ ਗਵਰਨਮੈਂਟ ਵੱਲੋਂ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ ਹੈਗਾ। ਇਨਕਮਿੰਗ ਵੀਕ, ਆਉਣ ਵਾਲੇ ਹਫ਼ਤੇ ਦੇ ਵਿੱਚ ਆਪਾਂ ਉੱਤੇ ਜ਼ੋਰ ਲਾਵਾਂਗੇ, ਆਪਾਂ ਰਾਬਤਾ ਬਣਾਵਾਂਗੇ ਪ੍ਰੀਮੀਅਰ ਨਾਲ ਵੀ ਤੇ ਟਰਾਂਸਪੋਰਟ ਮਿਨਿਸਟਰ ਨਾਲ ਵੀ, ਕੋਸ਼ਿਸ਼ ਕਰਾਂਗੇ ਪੂਰਾ ਰਾਬਤਾ ਬਣਾਉਣ ਦੀ ਜੇ ਉਹ ਚਾਹੁੰਦੇ ਨੇ। ਤੇ ਬਟ ਹਾਂ ਦੁਬਾਰਾ ਫਿਰ ਆਪਾਂ ਇਹੀ ਕਵਾਂਗੇ, ਮੈਂ ਇਹੀ ਰਿਕੁਐਸਟ ਕਰੂੰਗਾ ਜਿਹੜੇ ਵੀ ਤੁਹਾਡੇ ਵਿਊਅਰਸ ਨੇ, ਸਰੋਤੇ ਨੇ, ਇਸ ਵਕਤ ਸੁਣ ਰਹੇ ਦੇਖ ਰਹੇ ਨੇ ਮੈਨੂੰ, ਵੀ ਆਪਣੇ ਲੋਕਲ ਐਮਪੀਜ਼ ਨੂੰ ਪਲੀਜ਼ ਕੰਟੈਕਟ ਕਰੋ। ਠੀਕ ਹੈ ਨਾ, ਇਹ ਮੁੱਦਾ ਛੋਟਾ ਨਹੀਂ ਹੈਗਾ, ਸਾਨੂੰ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ। ਜੇ ਆਪਾਂ ਪ੍ਰੈਸ਼ਰ ਬਣਾਈ ਰੱਖਾਂਗੇ, ਆਪਣੇ ਲੋਕਲ ਐਮਪੀ ਨੂੰ ਕਾਲ ਕਰਾਂਗੇ, ਤੇ ਫੇਰ ਹੀ ਸਾਨੂੰ ਕੁਝ ਮਿਲੇਗਾ। ਅਦਰਵਾਈਜ਼ ਮੇਰੇ ਇਕੱਲੇ ਕਹਿਣ ਨਾਲ ਕੁਝ, ਰੋਬਿਨ ਦੇ ਇਕੱਲੇ ਨਾਲ ਕੁਝ ਨਹੀਂ ਹੋ ਜਾਣਾ। ਠੀਕ ਹੈ ਜੀ। ਇਹ ਸਾਨੂੰ ਜੁਆਇੰਟ ਅਪਰੋਚ ਲੈਣੀ ਪਏਗੀ, ਇਹ ਸਾਨੂੰ ਇੰਡੀਵਿਜੂਅਲ ਨਾਲ ਨਹੀਂ ਗੱਲ ਬਣਨੀ, ਇਹ ਸਾਨੂੰ ਇਕੱਠਿਆਂ ਨੂੰ ਰਹਿਣਾ ਪੈਣਾ ਵਾ, ਤੇ ਵੀ ਹੈਵ ਟੂ ਸਟੇ ਟੂਗੈਦਰ। ਠੀਕ ਹੈ ਜੀ। ਤੇ ਮੈਂ ਹੀ ਬਾਰ-ਬਾਰ ਰਿਕੁਐਸਟ ਕਰਦਾ ਆ ਰਿਹਾ ਹਾਂ ਪਿਛਲੇ ਦਿਨਾਂ ਤੋਂ, ਵੀ ਇਕੱਠੇ ਰਹੋ ਐਂਡ ਕਾਲ ਯੋਰ ਸਟੇਟ ਐਮਪੀ, ਕਾਲ ਯੋਰ ਸਟੇਟ, ਚਾਹੇ ਲੇਬਰ ਆ ਚਾਹੇ ਲਿਬਰਲ ਆ। ਦੇਖੋ ਆਫਟਰ ਆਲ ਡਿਸੀਜਨ ਪੋਲੀਟੀਸ਼ੀਅਨਸ ਨਹੀਂ ਲੈਣਾ, ਮੈਂ ਡਿਸੀਜਨ ਨਹੀਂ ਲੈਣਾ, ਤੁਸੀਂ ਡਿਸੀਜਨ ਨਹੀਂ ਲੈਣਾ, ਰੋਬਿਨ ਨੇ ਜਾਂ ਕਿਸੇ ਹੋਰ ਨੇ ਡਿਸੀਜਨ ਲੈਣਾ, ਇਹ ਡਿਸੀਜਨ ਪੋਲੀਟੀਸ਼ੀਅਨਸ ਨੇ ਲੈਣਾ। ਤੇ ਸਾਨੂੰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ। ਪ੍ਰੈਸ਼ਰਾਈਜ਼ ਦਾ ਮਤਲਬ ਇਹ ਨਹੀਂ ਹੁੰਦਾ ਆਪਾਂ ਧਮਕਾਉਣਾ, ਆਪਾਂ ਉਹਨਾਂ ਨੂੰ ਕਾਲ ਕਰਨੀ ਆ। ਠੀਕ ਹੈ ਜੀ। ਵੀ ਹੈਵ ਟੂ ਕਾਲ ਦੈਮ, ਵੀ ਦੇਖੋ ਆਈ ਐਮ ਅ ਟੈਕਸੀ ਡਰਾਈਵਰ ਔਰ ਆਈ ਐਮ ਅ ਵੈਲ ਵਿਸ਼ਰ ਆਫ ਅ ਟੈਕਸੀ ਡਰਾਈਵਰ, ਵੀ ਹੈਵ ਟੂ ਸਪੋਰਟ ਦੈਮ। ਜੀ ਠੀਕ ਹੈ ਜੀ। ਮੈਂ ਇਹੀ ਰਿਕੁਐਸਟ ਕਰੂੰਗਾ ਤੁਹਾਡੇ ਸਾਰੇ ਵਿਊਅਰਸ ਨੂੰ, ਵੀ ਪਲੀਜ਼ ਕਾਲ ਯੋਰ ਸਟੇਟ ਐਮਪੀ। ਠੀਕ ਹੈ ਜੀ। ਉਹਨਾਂ ਨੂੰ ਕਹੋ ਵੀ ਪਲੀਜ਼ ਹੈਲਪ ਟੈਕਸੀ ਡਰਾਈਵਰ, ਉਹਨਾਂ ਦਾ ਬਣਦਾ ਸ਼ੇਅਰ ਉਹਨਾਂ ਨੂੰ ਦਿੱਤਾ ਜਾਵੇ, ਜਿਹੜਾ ਅੱਜ ਤਾਈਂ ਕਦੀ ਨਹੀਂ ਦਿੱਤਾ ਗਿਆ। ਤੇ ਮੇਰੀ ਇਹੀ ਰਿਕੁਐਸਟ ਹੈ ਸਰ। ਆਲ ਗੁੱਡ ਜੀ। ਮੈਂ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਣਾ ਚਾਹੂੰਗਾ, ਕਾਫੀ ਗੱਲਬਾਤ ਆਪਣੀ ਲੰਬੀ ਹੋ ਗਈ ਹੈ, ਔਰ ਇਸ ਜਾਣ ਤੋਂ ਪਹਿਲਾਂ ਕੋਈ ਗੱਲ ਜਿਹੜੀ ਮੈਂ ਨਾ ਤੁਹਾਡੇ ਤੋਂ ਪੁੱਛ ਸਕਿਆ ਹੋਵਾਂ, ਤੁਸੀਂ ਚਾਹੁੰਦੇ ਹੋ ਕਿ ਆਪਣੇ ਸਰੋਤਿਆਂ ਨਾਲ, ਦਰਸ਼ਕਾਂ ਦੇ ਨਾਲ ਸਾਂਝੀ ਹੋਣੀ ਚਾਹੀਦੀ ਆ, ਤਾਂ ਮੈਂ ਜ਼ਰੂਰ ਇੱਕ ਵਾਰੀ ਸਾਰਿਆਂ ਤੋਂ ਪੁੱਛਣ ਦੀ ਕੋਸ਼ਿਸ਼ ਕਰੂੰਗਾ। ਰੋਬਨ ਜੀ, ਤੁਹਾਡੇ ਤੋਂ ਸਟਾਰਟ ਕਰਦਾ, ਕੋਈ ਜੋ ਥਾਟ ਤੁਹਾਡੇ ਮਨ ਦੇ ਵਿੱਚ ਚੱਲ ਰਹੀ ਹੈ, ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਇਸ ਮੀਡੀਆ ਦੇ ਜ਼ਰੀਏ, ਔਰ ਤੁਸੀਂ ਆਪਣੇ ਪਬਲਿਕ ਨੂੰ ਜਾਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ, ਜਾਂ ਤੁਸੀਂ ਹਾਵ ਭਾਵ ਹੋਵੇ, ਉਹ ਤੁਸੀਂ ਸਾਂਝਾ ਕਰ ਸਕਦੇ ਹੋ। ਜੀ ਰੋਬਨ ਜੀ। ਹਾਂਜੀ ਸਰ ਗੱਲ ਹੋਈ ਹੈ ਕਿ ਜਿੱਦਾਂ ਟੈਕਸੀ ਡਰਾਈਵਰ 12 ਘੰਟੇ ਰੋਡ ਤੇ ਹੁੰਦਾ, ਹਾਈ ਰਿਸਕ ਟੈਕਸੀ ਡਰਾਈਵਰ ਹੀ ਆ ਆਲ ਦਾ ਟਾਈਮ। ਤੇ ਮੈਂ ਉਹੀ ਚਾਹਾਂਗਾ ਕਿ ਸਾਰਿਆਂ ਨੂੰ ਇਕੁਅਲ ਸ਼ੇਅਰ ਮਿਲਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਸਿਰਫ ਓਨਰਸ ਨੂੰ ਦਿੱਤਾ, ਦੈਟਸ ਇਟ। ਤੇ ਓਨਰਸ ਐਂਡ ਪਲੇਟ ਓਨਰਸ ਤੇ ਡਰਾਈਵਰਸ ਦਾ ਵੀ ਮਸਟ ਹੈ ਸਰ, ਕਿਉਂਕਿ ਅਦਰਵਾਈਜ਼ ਇਹ ਦੋਨੋਂ ਪਾਰਟੀਆਂ ਸਰਵਾਈਵ ਨਹੀਂ ਕਰ ਪਾਉਣਗੀਆਂ। ਜੀ ਬਿਲਕੁਲ ਜੀ, ਥੈਂਕ ਯੂ ਜੀ। ਪਰਮਿੰਦਰ ਜੀ ਤੁਸੀਂ ਕੀ ਕਹੋਗੇ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੇਰਾ ਤਾਂ ਇਹੀ ਹੈ ਜੀ, ਰੋਬਿਨ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਰਿਆਂ ਦਾ ਜਿਹੜਾ ਹੈ ਉਹ ਤਿੰਨਾਂ ਪਾਰਟੀਆਂ ਨੂੰ ਬਰਾਬਰ ਜਿਹੜਾ ਆ ਉਹ ਉਹਨਾਂ ਨੂੰ ਲੈ ਕੇ ਚੱਲਣਾ ਚਾਹੀਦਾ ਹੈ। ਜੇ ਟੈਕਸੀ ਕੌਂਸਲ ਜਿਹੜੀ ਆ ਸਾਡੀ, ਉਹ ਬੜੀ ਵਧੀਆ ਤਰੀਕੇ ਨਾਲ ਲੀਡ ਕਰ ਰਹੀ ਹੈ, ਉਹ ਡਰਾਈਵਰਾਂ ਨੂੰ ਵੀ ਲੀਡ ਕਰ ਰਹੀ ਆ, ਉਹ ਜਿਹੜੇ ਹੈਗੇ ਆ ਟੈਕਸੀ ਪਲੇਟ ਓਨਰ ਹੈ ਜਿਹਨੂੰ ਲਾਇਸੈਂਸ ਹੋਲਡਰ ਕਹਿੰਦੇ ਆ, ਉਹਨਾਂ ਨੂੰ ਵੀ ਲੀਡ ਕਰ ਰਹੀ ਆ, ਉਹਨਾਂ ਦੇ ਮੁੱਦੇ ਉਹ ਰੱਖ ਰਹੀ ਆ। ਬਟ ਕੁਝ ਕੁ ਬੰਦੇ, ਜੇ ਤੁਸੀਂ ਇਹ ਸੋਚਦੇ ਆ ਵੀ ਟੈਕਸੀ ਓਪਰੇਟਰਾਂ ਨੇ ਉਹ ਅਪਰੋਚ ਕੀਤੀ, ਉਹਨਾਂ ਨੇ ਆਪਣੇ ਲਈ ਤਾਂ ਕਰ ਲਿਆ, ਕਿਉਂ 5-7 ਬੰਦੇ ਜਿਹੜੇ ਵੀ ਇਕੱਠੇ ਹੋਏ ਉਹਨਾਂ ਨੇ ਰਲ ਕੇ ਆਪਣੇ ਲਈ ਕੀਤਾ, ਬਟ ਹੋਰ ਕਿਸੇ ਲਈ ਨਹੀਂ ਸੋਚਿਆ। ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਆਵਾਜ਼ ਬਣਨਾ ਚਾਹੀਦਾ, ਤੇ ਉਹਨਾਂ ਬਾਰੇ ਜਿਹੜੇ ਉਹਨਾਂ ਦੇ ਰਾਈਟਸ ਹੈ ਉਹਨਾਂ ਨੂੰ ਵੀ ਹੱਕ ਉਹਨਾਂ ਦੇ ਮਿਲਣੇ ਚਾਹੀਦੇ ਆ। ਤੇ ਜਿਹੜੇ ਇਸ ਟਾਈਮ ਜਿਹੜੇ ਇਹਨਾਂ ਹਾਲਾਤਾਂ 'ਚ ਕੰਮ ਕਰ ਰਹੇ ਆ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਟੈਕਸੀ ਡਰਾਈਵਰ ਹੈ, ਚਾਹੇ ਉਹ ਹੋਰ ਸੋਸ਼ਲ ਵਰਕ ਕਰ ਰਹੇ ਆ, ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਥੈਂਕ ਯੂ ਵੈਰੀ ਮਚ ਜੀ। ਗੁਰਪ੍ਰੀਤ ਜੀ, ਤੁਸੀਂ ਕੀ ਕਹੋਗੇ ਜੀ? ਹਾਂਜੀ, ਮੈਂ ਆਲਮੋਸਟ ਕਾਫੀ ਕੁਛ ਤਾਂ ਕਹਿ ਚੁੱਕਾ, ਪਰ ਆਫਟਰ ਆਲ ਐਂਡ ਦੇ ਵਿੱਚ ਮੈਂ ਫਿਰ ਰਿਕੁਐਸਟ ਕਰੂੰਗਾ, ਜਿਹੜੇ ਵੀ ਸਾਡੇ ਟੈਕਸੀ ਓਨਰਸ ਨੇ, ਪਲੇਟ ਓਨਰਸ ਨੇ, ਵੀ ਉਹਨਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਵਾ, ਉਹ ਆਪਣੀ ਆਵਾਜ਼ ਉਠਾਉਣ। ਠੀਕ ਹੈ ਜੀ। ਕਿਹੜਾ ਚੈਨਲਸ ਆ ਉਹ ਉਹਨਾਂ ਨੂੰ ਬੈਟਰ ਪਤਾ ਹੋਏਗਾ। ਬਾਕੀ ਆ ਗਈ ਗੱਲ ਤੁਹਾਡੀ ਟੈਕਸੀ ਓਪਰੇਟਰਸ ਦੀ, ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਮੈਂ ਉਹਨਾਂ ਦੇ ਅਗੇਂਸਟ ਨਹੀਂ ਹੈਗਾ। ਠੀਕ ਹੈ ਜੀ। ਆਈ ਐਮ ਵਿਦ ਦੈਮ ਬਿਕੋਜ਼ ਆਈ ਵਾਜ਼ ਅ ਟੈਕਸੀ ਓਪਰੇਟਰ ਐਟ ਵਨ ਟਾਈਮ। ਸੋ ਮੈਂ ਇਹੀ ਚਾਹੁੰਦਾ ਹਾਂ ਵੀ ਐਵਰੀਵਨ ਸ਼ੁੱਡ ਗੈਟ ਦੇਅਰ ਡਿਊ ਸ਼ੇਅਰ।
ਵੀ ਜਿਹਦਾ ਵੀ ਜਿੰਨਾ ਬਣਦੇ ਹੈਗੇ ਆ ਯੋਗਦਾਨ ਉਹਨੂੰ ਉਨੇ ਤੁਸੀਂ ਕੰਪਨਸੇਟ ਕਰੋ। ਠੀਕ ਹੈ ਜੀ। ਮੈਂ ਇਹ ਨਹੀਂ ਚਾਹੁੰਦਾ ਵੀ ਕੋਈ ਕੱਲ੍ਹ ਨੂੰ ਕਵੇ ਵੀ ਹਾਂ ਵੀ ਤੁਸੀਂ ਮੈਂ ਟੈਕਸੀ ਓਨਰਸ ਦੇ ਅਗੇਂਸਟ ਨੋ, ਮੈਂ ਕਿਸੇ ਦੇ ਅਗੇਂਸਟ ਨਹੀਂ ਹੈਗਾ। ਮੈਂ ਕਹਿ ਰਿਹਾ ਵੀ ਜਿਹੜਾ ਵੀ ਸਰਕਾਰ ਨੇ ਇਹ ਫੈਸਲਾ ਲਿਆ ਜਲਦਬਾਜ਼ੀ ਦੇ ਵਿੱਚ ਲਿਆ, ਇਟ ਸ਼ੁੱਡ ਬੀ ਕਰੈਕਟਡ। ਠੀਕ ਹੈ ਜੀ। ਕਿੱਦਾਂ ਠੀਕ ਆਏਗਾ, ਇਟਸ ਅਪ ਟੂ ਦ ਗਵਰਨਮੈਂਟ। ਤੇ ਮੈਂ ਆਪਣੇ ਕਮਿਊਨਿਟੀ ਲੀਡਰਸ ਨੂੰ ਕਹਿਣਾ ਚਾਹੁੰਦਾ, ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਘੱਟੋ ਘੱਟ ਹੁਣ ਤਾਂ ਜਾਗ ਜਾਓ। ਠੀਕ ਹੈ ਜੀ। ਵੀ ਆਮ ਜਨਤਾ ਦੀ ਗੱਲ ਕਰੋ। ਇਹ ਇੰਡੀਆ ਨਹੀਂ ਹੈਗਾ, ਆਸਟ੍ਰੇਲੀਆ। ਸੋ ਐਕਟ ਲਾਈਕ ਦੈਟ। ਵੀ ਯੂ ਹੈਵ ਟੂ ਵਰਕ ਹਾਰਡ। ਤੁਸੀਂ ਜੇ ਲੀਡਰ ਬਣਨਾ ਵਾ, ਜੇ ਆਪਣੇ ਆਪ ਨੂੰ ਲੀਡਰ ਅਖਵਾਉਣਾ, ਤੇ ਉਹ ਜਿਹੜੀ ਤੁਹਾਡੀ ਰਿਸਪੋਂਸਿਬਿਲਿਟੀਜ਼ ਆ ਉਹਨੂੰ ਨਿਭਾਓ, ਉਹਦਾ ਫਰਜ਼ ਅਦਾ ਕਰੋ। ਠੀਕ ਹੈ ਜੀ। ਥੈਂਕ ਯੂ ਵੈਰੀ ਮਚ ਐਂਡ ਥੈਂਕ ਯੂ ਫॉर ਆਲ ਮਾਈ ਸਪੋਰਟਰਸ ਐਂਡ ਵੈਲ ਵਿਸ਼ਰਸ ਜਿਹਨੇ ਮੇਰੀ ਇੰਨੇ ਹਾਰਡ ਟਾਈਮ ਦੇ ਵਿੱਚ ਹੈਲਪ ਕੀਤੀ ਹੈ ਤੇ ਮੈਨੂੰ ਕਾਲਸ ਕੀਤੀਆਂ ਤੇ ਮੈਨੂੰ ਸਿੰਪਥਾਈਜ਼ ਕੀਤਾ। ਥੈਂਕਸ ਐਵਰੀਵਨ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਟੂ ਜੁਆਇਨਿੰਗ ਮੀ। ਥੈਂਕ ਯੂ ਵੈਰੀ ਮਚ ਜੀ। ਦੋਸਤੋ, ਇਹ ਸਨ ਗੁਰਪ੍ਰੀਤ ਜੀ ਤੇ ਨਾਲ ਰੋਬਿਨ ਜੀ ਤੇ ਪਰਮਿੰਦਰਜੀਤ ਜੀ। ਇਹਨਾਂ ਨੇ ਆਪਣੇ ਜਿਹੜੇ ਇਸ਼ੂਜ਼ ਸੀਗੇ ਜਾਂ ਜਿਹੜੇ ਮੈਟਰ ਸੀਗੇ ਜਿਹੜਾ ਟੈਕਸੀ ਇੰਡਸਟਰੀ ਦੇ ਨਾਲ ਜੁੜਿਆ ਹੋਇਆ, ਉਹ ਸਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ। ਪੂਰੀ ਗੱਲਬਾਤ ਤੋਂ ਇਹ ਚੀਜ਼ ਸਾਡੇ ਜ਼ਰੂਰ ਸਮਝ ਪੈਂਦੀ ਹੈ ਕਿ ਇੱਕ ਅਮਾਊਂਟ ਹੈ ਜਿਹੜਾ ਗਵਰਨਮੈਂਟ ਵੱਲੋਂ ਅਨਾਉਂਸ ਕੀਤਾ ਗਿਆ, ਚਾਹੇ ਆਪਰੇਟਰਸ ਨੇ ਜਿਹੜੇ ਉਹਨਾਂ ਵੱਲੋਂ ਖੁਦ ਅਪਰੋਚ ਕੀਤੀ ਗਈ, ਉਸ ਦੀ ਰਿਕੁਐਸਟ ਕੀਤੀ ਗਈ, ਚਾਹੇ ਗਵਰਨਮੈਂਟ ਨੇ ਖੁਦ ਹੀ ਉਸ ਨੂੰ ਜਲਦਬਾਜ਼ੀ ਦੇ ਵਿੱਚ ਇੱਕ ਖਿੱਤੇ ਨੂੰ ਹੀ ਅਨਾਉਂਸ ਕਰ ਦਿੱਤਾ, ਜਾਂ ਉਹਨਾਂ ਦੀ ਅਨਾਉਂਸਮੈਂਟ ਦੀ ਜਿਹੜੀ ਵਰਡਿੰਗ ਹੈ ਕਿ ਉਹ ਸਿਰਫ ਇੱਕ ਖਿੱਤੇ ਨੂੰ, ਇੱਕ ਏਰੀਏ ਨੂੰ ਹੀ ਬਿਲੋਂਗ ਕਰਦੀ ਹੈ, ਤਾਂ ਜੋ ਪਲੇਟ ਓਨਰਸ ਤੇ ਜਿਹੜੇ ਡਰਾਈਵਰ ਨੇ ਉਸ ਤੋਂ ਇਗਨੋਰ ਹੋ ਗਏ ਨੇ। ਪਰ ਜਦੋਂ ਉਸ ਅਮਾਉਂਟ ਨੂੰ ਡਿਵਾਈਡ ਕਰਨ ਦੀ ਗੱਲ ਕਰਦੇ ਆ ਤਾਂ ਆਪਰੇਟਰਸ ਦਾ ਕਹਿਣਾ ਇਹ ਆ ਕਿ ਉਹ ਉਹਨਾਂ ਕੀ ਹੀ ਅਮਾਉਂਟ ਆ ਜਿਹਦੇ ਨਾਲ ਉਹਨਾਂ ਦੀ ਹੀ ਕਾਸਟ ਕਵਰ ਹੁੰਦੀ ਆ। ਤਾਂ ਫਿਰ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਜੋ ਅਮਾਉਂਟ ਅਨਾਉਂਸ ਕੀਤਾ ਗਿਆ ਉਹ ਗੁੱਡ ਐਨਫ ਨਹੀਂ ਹੈ, ਬਿਕੋਜ਼ ਟੈਕਸੀ ਇੰਡਸਟਰੀ ਦੇ ਨਾਲ ਜੁੜੀ ਹੋਈ ਜਿਹੜੀ ਮੇਨ ਜਿਹੜੀ ਲਾਈਨ ਆ ਉਹ ਡਰਾਈਵਰਸ ਨੇਗੇ। ਡਰਾਈਵਰਸ ਇਸ ਹਾਰਡ ਘੜੀ ਦੇ ਵਿੱਚ ਡਰਾਈਵਰ ਸਭ ਤੋਂ ਰਿਸਕੀ এনवायरमेंट ਦੇ ਵਿੱਚ ਕੰਮ ਕਰਦੇ ਨੇ, ਔਰ ਸਭ ਤੋਂ ਰਿਸਕੀ এনवायरमेंट ਉਹਨਾਂ ਦਾ ਫਾਈਨੈਂਸ਼ੀਅਲੀ ਜਿਹੜਾ এনवायरमेंट ਆ ਉਹ ਵੀ ਔਨ ਰਿਸਕ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਇਸ ਸਿਚੁਏਸ਼ਨ ਦੀ ਵਜ੍ਹਾ ਦੇ ਨਾਲ ਮੈਂਟਲ ਹੈਲਥ ਜਾਂ ਮੈਂਟਲ ਇਸ਼ੂਜ਼ ਵੱਲ ਮੂਵ ਹੋ ਸਕਦੇ ਨੇਗੇ, ਇਹ ਤਾਂ ਸਮਾਂ ਹੀ ਦੱਸੂਗਾ ਜੇ ਇਹਨਾਂ ਦਾ ਧਿਆਨ ਨਾ ਰੱਖਿਆ ਗਿਆ ਜਾਂ ਇਹਨਾਂ ਨੂੰ ਸਪੋਰਟ ਨਾ ਕੀਤੀ ਗਈ। ਇਹ ਗਵਰਨਮੈਂਟ ਸਾਈਡ ਤੋਂ। ਉਸ ਤੋਂ ਇਲਾਵਾ ਐਜ਼ ਏ ਕਮਿਊਨਿਟੀ ਮੈਂਬਰਸ, ਐਜ਼ ਏ ਕਮਿਊਨਿਟੀ ਲੀਡਰਸ, ਸਾਡਾ ਕੀ ਫਰਜ਼ ਬਣਦਾ, ਸਾਨੂੰ ਉਹਨਾਂ ਦੇ ਸ਼ੂਜ਼ ਦੇ ਵਿੱਚ ਆਪਣਾ ਪੈਰ ਪਾ ਕੇ ਸੋਚਣਾ ਚਾਹੀਦਾ ਕਿ ਅਸੀਂ ਜੇ ਮੈਂ ਡਰਾਈਵਰ ਹੋਵਾਂ ਤਾਂ ਮੇਰੇ ਕੋਲ ਮੇਰੇ ਘਰ ਦੀ ਕਿਸ਼ਤ ਉਹ ਚੱਲਦੀ ਹੋਵੇ ਤੇ ਮੈਂ ਆਪਣਾ ਪੂਰਾ ਜਿਹੜਾ ਐਕਸਪੈਂਸਿਸ ਨੇ ਉਹ 2-3 ਹਜ਼ਾਰ ਮਹੀਨੇ ਜਾਂ 4 ਹਜ਼ਾਰ ਮਹੀਨੇ ਦੇ ਖਰਚੇ ਦੇ ਹਿਸਾਬ ਨਾਲ ਅਰੇਂਜ ਕੀਤੇ ਹੋਣ, ਤੇ ਅਚਾਨਕ ਮੇਰੀ ਜਿਹੜੀ ਜੌਬ ਆ ਤੇ ਸਾਰੇ ਰੋਡ ਸੁੰਨੇ ਹੋ ਜਾਂਦੇ ਨੇ ਤੇ ਮੈਨੂੰ ਕੋਈ ਕੰਮ ਵੀ ਨਹੀਂ ਉੱਥੇ ਮਿਲ ਰਿਹਾ, ਤੇ ਮੈਂ ਕਿੱਦਾਂ ਸਰਵਾਈਵ ਕਰਾਂਗਾ। ਜੇ ਮੈਂ ਉਸ ਪੋਜੀਸ਼ਨ ਦੇ ਉੱਪਰ ਹੋਵਾਂ ਤਾਂ ਮੈਂ ਕਿੱਦਾਂ ਸਰਵਾਈਵ ਕਰਾਂਗਾ। ਤਾਂ ਮੈਂ ਜੇ ਉਸ ਪੋਜੀਸ਼ਨ 'ਚ ਹੋਵਾਂ ਤਾਂ ਜੇ ਸਾਡੇ ਕੋਲ ਐਜ਼ ਬੀਇੰਗ ਟੈਕਸੀ ਆਪਰੇਟਰਸ ਜਾਂ ਬੀਇੰਗ ਅਦਰ ਪੋਜੀਸ਼ਨ ਜਿੱਥੇ ਵੀ ਤੁਹਾਡੇ ਕੋਲ ਫੰਡਿੰਗ ਆ ਰਹੀ ਆ, ਤਾਂ ਤੁਸੀਂ ਉਸ ਨੂੰ ਕੀ ਡਿਵਾਈਡ ਕਰਨਾ ਚਾਹੋਗੇ। ਇਸ ਮੁੱਦੇ ਦੇ ਉੱਪਰ ਇੱਕ ਬੈਠ ਕੇ ਗੱਲਬਾਤ ਉਹਨਾਂ ਦੀ ਆਪਸ ਦੇ ਵਿੱਚ ਹੋਣੀ ਚਾਹੀਦੀ ਆ, ਤਾਂ ਜੋ ਮੈਨੂੰ ਇਹ ਲੱਗਦਾ ਹੈ ਕਿ ਫਰੋਮ ਮਾਈ ਐਂਡ ਕਿ ਇਟ ਸ਼ੁੱਡ ਬੀ ਜੁਆਇੰਟ ਐਫਰਟ, ਸ਼ੁਡਨਟ ਬੀ ਐਫਰਟ ਫਰੋਮ ਓਨਲੀ ਡਰਾਈਵਰਸ, ਇਟ ਸ਼ੁਡਨਟ ਬੀ ਐਫਰਟ ਫਰੋਮ plate owners. It should joint efforts from all of them, because driving industry itself, no matter you are driving a truck, no matter you are driving a taxi, it's high risk. They are always on risk. Now ਉਹ ਤਾਂ ਬਿਨਾਂ ਕਰੋਨਾ ਵਾਇਰਸ ਤੋਂ ਵੱਡੀ ਰਿਸਕ ਤੇ ਹੁੰਦੇ ਨੇ। ਆਪਾਂ ਰੋਜ਼ ਖਬਰਾਂ ਸੁਣਦੇ ਆ ਕਿਤੇ ਕੁਝ ਹੋ ਜਾਂਦਾ, ਤੇ ਇਹ ਤਾਂ ਇੱਕ ਇਨਵਿਜੂਅਲ ਐਨਮੀ ਆ ਜਿਹੜਾ ਇੱਕ ਗੱਡੀ ਦੇ ਵਿੱਚ ਬੈਠ ਕੇ ਬੰਦਾ ਜਿਹੜਾ ਆਪਣੇ ਬਰੀਥ ਆਊਟ ਕਰਦਾ ਤਾਂ ਉਹਨੂੰ ਉਸ ਕੋਲ ਇਕੁਇਪਮੈਂਟਸ ਵੀ ਨਹੀਂ ਹੈ ਪ੍ਰੋਪਰ। ਇਸ ਵਾਸਤੇ ਮੈਨੂੰ ਇਹ ਲੱਗਦਾ ਨਹੀਂ ਕਿ ਸਿਰਫ ਡਰਾਈਵਰਸ ਨੂੰ ਸਟੈਂਡ ਅਪ ਕਰਨਾ ਚਾਹੀਦਾ, ਆਪਣੇ ਵੱਲੋਂ ਖੁੱਲ ਕੇ ਆਪਣੇ ਵੱਲੋਂ ਆਪਣੇ ਹਾਵ ਭਾਵ ਵਿਅਕਤ ਕਰਨੇ ਚਾਹੀਦੇ ਨੇ। ਕਿਸੇ ਨੂੰ ਅਪੋਜ਼ ਨਹੀਂ ਕਰਨਾ ਚਾਹੀਦਾ, ਮੈਟਰ ਨੂੰ ਮੁੱਦਾ ਬਣਾਉਣਾ ਚਾਹੀਦਾ, ਨਾ ਕਿ ਕਿਸੇ ਦੇ ਹੋਰ ਦੇ ਹੱਥਾਂ ਦੇ ਵਿੱਚ ਖੇਡਣਾ ਚਾਹੀਦਾ। ਬਿਲਕੁਲ ਤੁਹਾਨੂੰ ਖੁੱਲ ਕੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਡਰਾਈਵਰ ਸਾਡੀ ਕਮਿਊਨਿਟੀ ਦਾ ਹਿੱਸਾ ਨੇ, ਉਹਨਾਂ ਦੇ ਨਾਲ ਸਾਨੂੰ ਖੜਨਾ ਸਾਡਾ ਫਰਜ਼ ਬਣਦਾ ਹੈਗਾ। ਉਹਨਾਂ ਦੀ ਜ਼ਰੂਰਤ ਆ ਗਈ, ਉਸ ਦੀ ਜ਼ਰੂਰਤ ਨੂੰ ਜੇ ਅਸੀਂ ਅੱਜ ਨਹੀਂ ਦੇਖਾਂਗੇ ਤਾਂ ਉਹ ਸਾਡੀ ਜ਼ਰੂਰਤ ਵਾਸਤੇ ਸਾਡੇ ਨਾਲ ਨਹੀਂ ਖੜਨਗੇ। ਨਾ ਅਸੀਂ ਆਪਣੇ ਆਪ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤੋਂ ਬਾਹਰ ਰੱਖਦੇ ਹੋਏ ਇੱਕ ਜੁਆਇੰਟ ਐਫਰਟ ਕਰੀਏ ਔਰ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਅੱਜ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮਿਲੂੰਗਾ ਜੀ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਜ਼ਿੰਦਗੀ ਜ਼ਿੰਦਾਬਾਦ।